प्यारे बच्चों, पिछली वीडियो ਦੇ ਵਿੱਚ ਮੈਂ ਤੁਹਾਨੂੰ 10ਵੀਂ ਕਲਾਸ ਦਾ ਜਿਹੜਾ ਸਬਜੈਕਟ ਮੈਥਮੈਟਿਕਸ ਨਾਲ ਰਿਲੇਟਡ ਨੈਸ ਦਾ ਸੈਂਪਲ ਪੇਪਰ ਨੰਬਰ 4 ਕਰਵਾਇਆ ਸੀ ਔਰ ਅੱਜ ਦੀ ਵੀਡੀਓ 'ਚ ਮੈਂ ਤੁਹਾਨੂੰ ਇਹ ਸੈਂਪਲ ਪੇਪਰ ਨੰਬਰ 5 ਜਿਹੜਾ ਵਾ ਇਹ ਹੱਲ ਕਰਵਾਵਾਂਗਾ ਔਰ ਇਹਦੇ ਵਿੱਚ ਮੈਂ ਜਿਹੜੇ ਤੁਹਾਨੂੰ ਤਰੀਕੇ ਦੱਸਾਂਗਾ ਉਹਨਾਂ ਨੂੰ ਬੜੇ ਧਿਆਨ ਨਾਲ ਸੁਣਿਓ ਔਰ ਸਮਝਣ ਦੀ ਕੋਸ਼ਿਸ਼ ਕਰਿਓ। ਸਭ ਤੋਂ ਪਹਿਲਾਂ ਦੇਖੋ ਜਿਹੜਾ ਪਹਿਲਾ ਕੁਐਸਚਨ ਆ ਉਹ ਕੀ ਆ, ਵਰਗਮੂਲ 5 -3 -2 ਹੈ। ਉਹਨਾਂ ਨੇ ਅੱਗੇ ਆਪਸ਼ਨਸ ਦਿੱਤੀਆਂ ਵੀ ਇਹ ਕੀ ਹੈ, ਵੀ ਇੱਕ ਪਰਿਮੇय ਸੰਖਿਆ ਵਾ, ਇੱਕ ਪ੍ਰਾਕਿਰਤਿਕ ਸੰਖਿਆ ਵਾ, ਇਹ ਸਿਫਰ ਵਾ ਕਿ ਜਾਂ ਇੱਕ अपरिमेय ਸੰਖਿਆ ਵਾ। ਦੇਖੋ ਬੱਚੇ, ਜਿਹੜਾ ਸਭ ਤੋਂ ਪਹਿਲਾਂ ਤਾਂ ਇੱਥੇ ਵਰਗਮੂਲ 5 ਲਿਖਿਆ ਵਾ, ਆ ਦੇਖੋ ਮੈਂ ਇੱਥੇ ਤੁਹਾਨੂੰ ਸੋਲਵ ਕਰਕੇ ਦੱਸ ਦਿੰਦਾ। ਵਰਗਮੂਲ 5 -3 ਤੇ -2 ਕਿੰਨੇ ਹੁੰਦੇ ਆ, -5। ਆ ਸਾਡੇ ਕੋਲ ਆ ਗਿਆ। ਹੁਣ ਦੇਖੋ ਜਿਹੜਾ 5 ਦਾ ਵਰਗਮੂਲ ਆ ਇਹ ਨਹੀਂ ਨਿਕਲਦਾ। ਤੁਹਾਨੂੰ ਪਤਾ ਹੀ ਆ ਕਿ ਜਿਹੜੇ ਵਰਗਮੂਲ ਜਿਹੜੇ ਨੰਬਰ ਨੇ ਉਹ ਕਿਹਦਾ ਨਿਕਲਦਾ ਵਾ, ਇੱਕ ਦਾ ਵਰਗਮੂਲ 1, ਉਸ ਤੋਂ ਬਾਅਦ 2 ਦੂਣੀ 4 ਹੁੰਦਾ ਤੇ 4 ਦਾ ਵਰਗਮੂਲ 2, ਫਿਰ 3 ਤੀਏ 9 ਤੇ 9 ਦਾ ਵਰਗਮੂਲ 3। ਲੇਕਿਨ 5 ਨੰਬਰ ਵਿੱਚ ਨਹੀਂ ਆਉਂਦਾ। ਜਿਹਦਾ ਵਰਗਮੂਲ ਨਾ ਨਿਕਲੇ ਉਹ ਇੱਕ अपरिमेय ਸੰਖਿਆ ਹੁੰਦੀ ਜੇ। ਹੁਣ ਇਹਦਾ ਵਰਗਮੂਲ ਨਹੀਂ ਨਿਕਲਣਾ, ਇਸ ਕਰਕੇ ਇਹ ਹੱਲ ਨਹੀਂ ਹੋ ਸਕਦੀ ਅੱਗੇ, ਤੇ ਇਸ ਕਰਕੇ ਇਹਦਾ ਆਪਸ਼ਨ ਨੰਬਰ 4 ਇਹਦਾ ਆਨਸਰ ਜੇ। ਇਹ ਇੱਕ अपरिमेय ਸੰਖਿਆ ਹੈ। ਇਹ ਤੁਹਾਡਾ ਕੁਐਸਚਨ ਜਿਹੜਾ ਸੀਗਾ ਪਹਿਲਾ। ਅੱਗੇ ਦੂਸਰਾ ਕੁਐਸਚਨ ਦੇਖੋ, ਜੇ ਦੋ ਸੰਖਿਆਵਾਂ ਦਾ ਮਹੱਤਮ ਸਮਾਵਰਤਕ 1 ਹੈ ਤਾਂ ਇਹਨਾਂ ਸੰਖਿਆਵਾਂ ਨੂੰ ਕਿਹਾ ਜਾਂਦਾ ਹੈ। ਮਹੱਤਮ ਸਮਾਵਰਤਕ 1 ਦਾ ਮਤਲਬ ਆ ਕਿ ਜਿਹੜੀਆਂ ਦੋ ਸੰਖਿਆਵਾਂ ਨੇ ਉਹ ਸਿਰਫ ਉਹਨਾਂ ਦੇ ਵਿੱਚ ਇੱਕ ਦਾ ਪਹਾੜਾ ਹੀ ਸਾਂਝਾ ਵਾ, ਉਹ ਹੋਰ ਕਿਸੇ ਹੋਰ ਪਹਾੜੇ ਦੇ ਵਿੱਚ ਉਹ ਸਾਂਝੀਆਂ ਨਹੀਂ ਹੁੰਦੀਆਂ। ਮੈਂ ਤੁਹਾਨੂੰ ਇਹਦੀ ਇੱਕ ਐਗਜ਼ਾਮਪਲ ਕਾਪੀ 'ਤੇ ਲੈ ਕੇ ਦੱਸਦਾ ਤੁਹਾਨੂੰ ਮੈਂ। ਆ ਦੇਖੋ ਬੱਚਿਓ, ਮੰਨ ਲਓ ਮੈਂ ਦੋ ਸੰਖਿਆਵਾਂ ਲੈ ਲੈਣਾ, ਜਿਸ ਤਰ੍ਹਾਂ ਇੱਕ ਸੰਖਿਆ 2 ਆ ਗਈ ਅਤੇ ਇੱਕ ਸੰਖਿਆ ਮੈਂ ਲੈ ਲਈ 3। ਹੁਣ ਦੇਖੋ ਆ ਵੀ ਇੱਕ ਦੇ ਪਹਾੜੇ 'ਚ ਆਉਂਦੀ ਆ ਅਤੇ ਇਹ ਵੀ ਇੱਕ ਦੇ ਪਹਾੜੇ 'ਚ ਜਾਂ ਆਪਣੇ ਪਹਾੜੇ 'ਚ ਆਉਂਦੀਆਂ ਨੇ। ਇਹਨਾਂ ਦਾ ਹੋਰ ਕੋਈ ਪਹਾੜਾ ਸਾਂਝਾ ਨਹੀਂ ਹੈਗਾ। ਮੈਂ ਇਹੀ ਸੰਖਿਆਵਾਂ ਵੱਡੀਆਂ ਕਰ ਦਿੰਦਾ, ਜਿਸ ਤਰ੍ਹਾਂ ਮੰਨ ਲਓ 4 ਅਤੇ ਇੱਕ ਇਹਦੇ ਨਾਲ ਮੈਂ ਸੰਖਿਆ ਕੋਈ ਲੈ ਲੈਣਾ 15। ਹੁਣ ਇਹਦੇ 'ਚ ਵੀ ਸਮਝਿਓ ਧਿਆਨ ਨਾਲ, 4 ਜਿਹੜਾ ਵਾ ਉਹ 2 ਦੇ ਪਹਾੜੇ ਦਾ ਵੀ, ਆ ਦੇਖੋ 2 ਦੇ ਪਹਾੜੇ 'ਚ ਵੀ ਆਉਂਦਾ, ਇਹ 4 ਦੇ ਪਹਾੜੇ 'ਚ ਵੀ ਆਇਆ ਅਤੇ ਇਹ 1 ਦੇ ਪਹਾੜੇ 'ਚ ਵੀ ਆਇਆ। ਹੁਣ ਜਿਹੜਾ 15 ਵਾ ਇਹ 3 5 15, 15 1 15 ਅਤੇ ਉਸ ਤੋਂ ਬਾਅਦ 1 ਦੇ ਪਹਾੜੇ 'ਚ ਵੀ 1 15 15। ਹੁਣ ਆ ਦੇਖੋ ਅਸੀਂ ਇਹਨਾਂ ਦੇ ਪਹਾੜੇ ਵੱਖਰੇ ਵੱਖਰੇ ਲਿਖ ਲਏ, ਪਰ ਇਹਨਾਂ ਦਾ ਸਾਂਝਾ ਪਹਾੜਾ ਕਿਹੜਾ ਆ ਦੇਖੋ, ਇੱਧਰੋਂ ਵੀ ਦੇਖੋ ਅਤੇ ਇੱਧਰੋਂ ਵੀ ਦੇਖੋ, ਕੋਈ ਇੱਕ ਪਹਾੜਾ ਇਹਨਾਂ ਦਾ ਸਾਂਝਾ ਨਹੀਂ, ਸਿਰਫ ਇੱਕ ਦਾ ਪਹਾੜਾ। ਇਹ ਸਿਰਫ ਇਹਨਾਂ ਦਾ ਇੱਕ ਦਾ ਪਹਾੜਾ ਹੀ ਸਾਂਝਾ ਵਾ ਦੋਨਾਂ ਦਾ। ਯਾਨੀ ਕਿ ਜਿਹੜੀਆਂ ਦੋ ਸੰਖਿਆਵਾਂ ਦਾ ਮਹੱਤਮ ਸਮਾਵਰਤਕ 1 ਹੋਵੇ, ਇਹ ਮਹੱਤਮ ਸਮਾਵਰਤਕ ਜੇ ਇਹਨਾਂ ਦਾ, ਜਦੋਂ ਅਸੀਂ ਕਾਮਨ ਫੈਕਟਰ ਕੱਢਦੇ ਹਾਂ ਸਾਂਝੇ ਗੁਣਨਖੰਡ ਤੇ ਉਹਨਾਂ ਵਿੱਚੋਂ। ਹੁਣ ਇਹ ਦੇਖੋ 1 ਆਇਆ, ਜਿਹੜਾ ਤੁਹਾਡਾ ਕੁਐਸਚਨ ਸੀ ਉਹਦੇ 'ਚ ਵੀ ਇਹੋ ਪੁੱਛਿਆ ਗਿਆ ਵਾ ਕਿ ਜੇ ਦੋ ਸੰਖਿਆਵਾਂ ਦਾ ਮਹੱਤਮ ਸਮਾਵਰਤਕ 1 ਹੈ ਤਾਂ ਇਹਨਾਂ ਸੰਖਿਆਵਾਂ ਨੂੰ ਕੀ ਕਵਾਂਗੇ। ਦੇਖੋ ਇਹ ਸੰਖਿਆਵਾਂ ਜਿਹੜੀਆਂ ਨੇ ਆ ਦੇਖੋ, ਇਹ ਸੰਖਿਆਵਾਂ ਜਿਹੜੀਆਂ ਭਾਜ ਨਹੀਂ ਹੋ ਸਕਦੀਆਂ, ਕਿਉਂਕਿ ਭਾਜ ਸੰਖਿਆਵਾਂ ਕੰਪੋਜ਼ਿਟ ਨੰਬਰ ਉਹ ਹੋਣਗੇ ਜਿਹੜੇ ਦੋਵੇਂ ਇੱਕ ਦੂਸਰੇ ਦੇ ਕਿਸੇ ਪਹਾੜੇ 'ਚ ਆਉਣ, ਪਰ ਇਹਨਾਂ ਦਾ ਪਹਾੜਾ ਤਾਂ ਕੋਈ ਵੀ ਸਾਂਝਾ ਨਹੀਂ ਹੋਇਆ। ਆਦਰਸ਼ ਸੰਖਿਆਵਾਂ ਇਹ ਨਹੀਂ ਗੀਆਂ। ਉਸ ਤੋਂ ਬਾਅਦ ਆ ਗਿਆ ਕੋ ਪ੍ਰਾਈਮ। ਇੱਧਰ ਦੇਖੋ ਦੂਸਰੇ ਨੰਬਰ 'ਤੇ ਇਹ ਕੋ ਪ੍ਰਾਈਮ ਨੰਬਰ ਜੇ, ਕਿਉਂਕਿ ਇਹ ਦੋ ਇਸ ਤਰ੍ਹਾਂ ਦੇ ਨੰਬਰ ਨੇ ਅਭਾਜ। ਕੋ ਪ੍ਰਾਈਮ ਤਾਂ ਕਿਹਾ ਗਿਆ ਵਾ ਵੀ ਇਹ ਸਿਰਫ ਆਪੇ ਆਪਣੇ ਵੱਖਰੇ ਵੱਖਰੇ ਪਹਾੜਿਆਂ 'ਤੇ ਆਉਂਦੇ ਆ, ਇੱਕ ਪਹਾੜੇ 'ਤੇ ਨਾ ਨਹੀਂ ਆਉਂਦੇ, ਇਸ ਕਰਕੇ ਇਹਨਾਂ ਨੂੰ ਕੋ ਨਾਲ ਵਰਡ ਲੱਗਿਆ। ਸਹਿ ਅਭਾਜ ਹੈਗੀਆਂ ਇਹ ਕੱਲੀਆਂ ਭਾਵੇਂ ਭਾਜ ਹੁੰਦੀਆਂ ਨੇ, ਲੇਕਿਨ ਇਹ ਸਹਿ ਅਭਾਜ ਨੇ, ਇਕੱਠੀਆਂ ਦੋ ਮਿਲ ਜਾਣ ਅਤੇ ਇਹ ਸਿਰਫ ਇੱਕ ਪਹਾੜੇ 'ਤੇ ਸਾਂਝੀਆਂ ਹੁੰਦੀਆਂ ਨੇ, ਹੋਰ ਕਿਸੇ 'ਤੇ ਨਹੀਂ। ਇਸ ਕਰਕੇ ਇਹਦਾ ਆਨਸਰ ਆਪਸ਼ਨ ਨੰਬਰ 2 ਜੇ। ਜਿਹੜੀ ਚੌਥੀ ਆਪਸ਼ਨ ਵਾ अपरिमेय ਸੰਖਿਆ, ਉਹ ਮੈਂ ਤੁਹਾਨੂੰ ਪਿਛਲੇ ਸਵਾਲ 'ਚ ਦੱਸਿਆ ਸੀ ਕਿ ਜਿਹੜੀ ਸੰਖਿਆ ਦਾ ਵਰਗਮੂਲ ਪੂਰਾ ਨਾ ਨਿਕਲੇ ਜਾਂ ਉਹਦਾ ਦਸ਼ਮਲਵ ਖਤਮ ਕਿਤੇ ਨਾ ਹੋਵੇ, ਉਹ ਹੁੰਦੀਆਂ ਜੇ अपरिमेय। ਪਰ ਇਸ ਸਵਾਲ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਉਦਾਹਰਨ ਨਹੀਂ ਗੀ, ਕਿਉਂਕਿ ਇਹਨਾਂ ਦਾ ਮਹੱਤਮ ਸਮਾਵਰਤਕ 1 ਵਾ, ਅਤੇ ਇਸ ਕਰਕੇ ਇਹ ਕਿਹੜੀਆਂ ਹੋਣਗੀਆਂ, ਕੋ ਪ੍ਰਾਈਮ ਨੰਬਰਸ, ਸਹਿ ਅਭਾਜ। ਇਹ ਤੁਹਾਡਾ ਦੂਸਰੇ ਕੁਐਸਚਨ ਦਾ ਆਨਸਰ ਜੇ। ਉਸ ਤੋਂ ਬਾਅਦ ਦੇਖੋ ਕੁਐਸਚਨ ਨੰਬਰ 3,
ਕਹਿੰਦੇ ਇੱਕ ਵਾਸਤਵਿਕ ਸੰਖਿਆ a ਨੂੰ ਬਹੁਪਦ f(x) ਦਾ 0 ਕਿਹਾ ਜਾਂਦਾ ਹੈ ਜੇਕਰ, ਦੇਖੋ ਇੱਥੇ ਮੈਂ ਤੁਹਾਨੂੰ ਸਿੱਧਾ ਹੀ ਦੱਸ ਦਿੰਦਾ। ਮੰਨ ਲਓ ਵੀ ਕੋਈ ਵਾਸਤਵਿਕ ਸੰਖਿਆ a ਆ ਅਤੇ ਉਹ f(x) ਦਾ 0 ਆ। f(x) ਯਾਨੀ ਕਿ ਕੋਈ ਵੀ ਬਹੁਪਦ ਵਾ ਅਤੇ ਉਹਦਾ x ਦਾ ਇੱਕ ਮੁੱਲ ਦਿੱਤਾ ਹੋਇਆ ਵਾ, ਮੰਨ ਲਓ 1 ਦਿੱਤਾ, 2 ਦਿੱਤਾ ਜਾਂ 0 ਦਿੱਤਾ, ਕੁਛ ਵੀ ਦਿੱਤਾ ਵਾ। ਜਦੋਂ ਅਸੀਂ ਉਹਨੂੰ ਇਸ ਬਹੁਪਦ ਵਿੱਚ f(x) ਦੀ ਕੋਈ ਵੀ ਬਹੁਪਦ ਹੋ ਸਕਦੀ ਆ, ਮੰਨ ਲਓ ਉਹ ਹੋਵੇ x² ਜਮਾ 3x ਘਟਾਓ 4, ਇਸ ਤਰ੍ਹਾਂ ਦੀ ਕੋਈ ਵੀ ਹੋਵੇ। ਮੈਂ ਇੱਥੇ ਜਦੋਂ x ਦਾ ਮੁੱਲ ਭਰ ਦਾਂਗਾ ਤਾਂ ਇਹਦਾ ਆਨਸਰ ਕੀ ਆਏਗਾ? 0। ਆ ਦੇਖੋ ਕੀ ਲਿਖਿਆ, ਇੱਕ ਵਾਸਤਵਿਕ ਸੰਖਿਆ a ਨੂੰ ਬਹੁਪਦ f(x) ਦਾ 0 ਕਿਹਾ ਜਾਂਦਾ ਵਾ। ਕਦੋਂ ਕਿਹਾ ਜਾਂਦਾ? ਜੇ ਇਹਦਾ ਸਾਰੇ ਦਾ ਮੁੱਲ 0 ਹੋ ਜੇ, ਯਾਨੀ ਕਿ ਮੈਂ ਇਹਦੇ 'ਚ ਕੋਈ ਵੈਲਿਊ ਪੁੱਟ ਕਰਾਂ ਅਤੇ ਜਦੋਂ ਉਹਨੂੰ ਸੋਲਵ ਕਰਾਂ ਤਾਂ ਆਨਸਰ 0 ਆ ਜੇ। ਹੁਣ ਦੇਖੋ ਜਦੋਂ ਇਹ ਵਾਲੀ ਬਹੁਪਦ ਦਾ ਜਵਾਬ 0 ਆਉਂਦਾ ਵਾ, ਇਟ ਮੀਨਸ ਵੀ ਇੱਕ ਵਾਸਤਵਿਕ ਸੰਖਿਆ a ਨੂੰ f(x) ਦਾ 0 ਕਿਹਾ ਜਾਏਗਾ ਜੇਕਰ f(a) ਬਰਾਬਰ 0। ਇਹ ਤੀਸਰੀ ਆਪਸ਼ਨ ਇਹਦਾ ਆਨਸਰ ਜੇ, ਉਹ ਬਹੁਪਦ ਨੂੰ 0 ਕਰ ਦੇਗੀ। ਇਹ ਬਿਲਕੁਲ ਇਹਨੂੰ ਯਾਦ ਰੱਖਿਓ ਵੀ ਜਦੋਂ ਵੀ ਕਿਸੇ ਬਹੁਪਦ ਦਾ ਕੋਈ 0 ਦੱਸਿਆ ਹੋਵੇ ਤਾਂ ਉਹਦਾ ਆਨਸਰ ਹਮੇਸ਼ਾ 0 ਹੀ ਆਏਗਾ। ਉਹ ਬਹੁਪਦ ਨੂੰ ਜਦੋਂ ਹੱਲ ਕਰਾਂਗੇ ਤਾਂ ਉਹ 0 ਹੋ ਜਾਏਗੀ। ਇਹ ਤੀਸਰਾ ਕੁਐਸਚਨ ਸੀ। ਅੱਗੇ ਦੇਖੋ ਕੁਐਸਚਨ ਨੰਬਰ 4, ਕਹਿੰਦੇ ਜੇ ਅਲਫਾ ਬੀਟਾ ਬਹੁਪਦ f(x) ਦੀਆਂ ਸਿਫਰਾਂ ਹਨ, ਅਲਫਾ ਅਤੇ ਬੀਟਾ ਇਹਦੀਆਂ ਸਿਫਰਾਂ ਨੇ, ਤਾਂ ਅਲਫਾ ਬੀਟਾ ਬਰਾਬਰ ਕੀ ਹੋਏਗਾ? ਚਲੋ ਇਹ ਵਾਲਾ ਕੁਐਸਚਨ ਮੈਂ ਤੁਹਾਨੂੰ ਕਾਪੀ 'ਤੇ ਲਿਖ ਕੇ ਫਿਰ ਦੱਸਦਾ ਵਾਂ। ਆ ਦੇਖੋ ਬੱਚਿਓ, ਚੌਥੇ ਕੁਐਸਚਨ 'ਚ ਆ ਸਾਨੂੰ ਬਹੁਪਦ ਦਿੱਤੀ ਆ, ਕਹਿੰਦੇ ਅਲਫਾ ਅਤੇ ਬੀਟਾ ਇਸ ਦੀਆਂ ਸਿਫਰਾਂ ਹਨ। ਹੁਣ ਦੇਖੋ ਜਿਹੜੇ ਅਲਫਾ ਅਤੇ ਬੀਟਾ ਦੀਆਂ ਸਿਫਰਾਂ ਨੇ ਅਤੇ ਸਿਫਰਾਂ ਦਾ ਇੱਕ ਜੋੜ ਹੁੰਦਾ ਜੇ ਅਤੇ ਇੱਕ ਸਿਫਰਾਂ ਦਾ ਗੁਣਨਫਲ। ਜਿਹੜਾ ਸਾਨੂੰ ਸਵਾਲ 'ਚ ਪੁੱਛਿਆ ਵਾ ਉੱਥੇ ਸਾਨੂੰ ਕੀ ਕਿਹਾ ਕਿ ਅਲਫਾ ਬੀਟਾ ਕਿਹਦੇ ਬਰਾਬਰ ਹੋਏਗਾ? ਇਹ ਕਿਹਦੇ ਬਰਾਬਰ ਹੋਏਗਾ? ਇਹ ਸਾਨੂੰ ਕੁਐਸਚਨ ਪੁੱਛਿਆ। ਹੁਣ ਦੇਖੋ ਜਿਹੜਾ ਸਿਫਰਾਂ ਦਾ ਜੋੜ ਹੁੰਦਾ ਵਾ, ਮੈਂ ਤੁਹਾਨੂੰ ਉਹ ਵੀ ਨਾਲ ਦੱਸ ਦਿੰਦਾ। ਵੈਸੇ ਇਹ ਅਸੀਂ ਗੁਣਨਫਲ ਕੱਢਣਾ ਇੱਥੇ। ਪਹਿਲਾਂ ਤੁਸੀਂ ਦੇਖ ਲਓ ਸਿਫਰਾਂ ਦਾ ਜੋੜ। ਸਿਫਰਾਂ ਦਾ ਜੋੜ ਅਲਫਾ ਪਲੱਸ ਬੀਟਾ, ਇਹ ਕਿਹਦੇ ਬਰਾਬਰ ਹੁੰਦਾ? ਇਹਨੂੰ ਭਾਵੇਂ ਬ੍ਰੈਕਟ 'ਚ ਲਿਖ ਲਓ ਜਾਂ ਇਹਨੂੰ ਬ੍ਰੈਕਟ 'ਚ ਲਿਖ ਲਓ। ਇਹ ਹੁੰਦਾ ਜੇ -b/a ਦੇ। ਜਿਹੜਾ ਸਿਫਰਾਂ ਦਾ ਗੁਣਨਫਲ ਵਾ, ਇਹ ਹੁੰਦਾ ਜੇ ਅਲਫਾ ਬੀਟਾ, ਯਾਨੀ ਕਿ ਦੋਨਾਂ ਨੂੰ ਆਪਸ 'ਚ ਗੁਣਾ ਕਰ ਦਿਓ, ਅਲਫਾ ਗੁਣਾ ਬੀਟਾ, ਅਤੇ ਇਹਦੀ ਵੈਲਿਊ ਹੁੰਦੀ c/a ਦੀ। ਹੁਣ ਆਹ ਜਿਹੜੇ ਮੁੱਲ ਨੇ ਅਸੀਂ ਕਿੱਥੋਂ ਲੈਣੇ ਆ? ਆਹ ਜਿਹੜੀ ਬਹੁਪਦ ਵਾ ਇਹਦੇ 'ਚੋਂ ਮੈਂ ਤੁਹਾਨੂੰ ਦੱਸਦਾ ਕਿਸ ਤਰ੍ਹਾਂ ਲੈਣੇ ਆ। ਦੇਖੋ ਬਹੁਪਦ ਹੈਗੀ ਆ x² ਜਮਾ 5x ਜਮਾ 8। ਇਹਦੀ ਇੱਕ ਜਿਹੜੀ ਬਹੁਪਦ ਦੀ ਸਟੈਂਡਰਡ ਫਾਰਮ ਹੁੰਦੀ ਜੇ, ਉਹ ਹੁੰਦੀ ਜੇ ax² ਜਮਾ bx ਜਮਾ c। ਹੁਣ ਇੱਥੋਂ ਅਸੀਂ abc ਦਾ ਮੁੱਲ ਕੱਢ ਲੈਣਾ। ਆ ਦੇਖੋ x² ਨਾਲ x² ਛੱਡ ਦੇਣਾ, a ਦਾ ਮੁੱਲ ਇੱਥੋਂ ਦੇਖਣਾ ਕਿੰਨਾ ਵਾ। ਜਿੱਥੇ ਕੋਈ ਟਰਮ ਨਹੀਂ ਲਿਖੀ ਹੁੰਦੀ ਉਹਦਾ ਮਤਲਬ ਉੱਥੇ 1 ਹੁੰਦਾ ਜੇ, ਇਹ ਯਾਦ ਰੱਖਿਓ। a ਦਾ ਮੁੱਲ ਕਿੰਨਾ ਆ ਗਿਆ? 1। ਜਿਹੜੇ ਪਲੱਸ ਮਾਈਨਸ ਦੇ ਸਾਈਨ ਵਾ, ਜੇ ਕਿਤੇ ਮਾਈਨਸ ਲੱਗਾ ਹੋਏਗਾ ਤਾਂ ਮਾਈਨਸ ਅਸੀਂ ਨਾਲ ਲਿਖਣਾ ਵਾ, ਲੇਕਿਨ ਆਹ ਸਾਡਾ ਸਵਾਲ ਸਾਰਾ ਪਲੱਸ ਵਿੱਚ ਵਾ ਅਤੇ ਆਹ ਸਟੈਂਡਰਡ ਫਾਰਮ ਹਮੇਸ਼ਾ ਪਲੱਸ 'ਚ ਲਿਖਣੀ ਜੇ। ਅਤੇ ਜੇ ਸਾਨੂੰ ਬਹੁਪਦ ਮਾਈਨਸ 'ਚ ਦਿੱਤੀ ਹੈ ਤਾਂ ਨਾਲ ਮਾਈਨਸ ਆਏਗੀ, ਅਦਰਵਾਈਜ਼ ਨਹੀਂ। ਹੁਣ ਦੇਖੋ ਇੱਥੋਂ b ਦਾ ਮੁੱਲ ਬਿਲਕੁਲ ਸਿੱਧਾ 5, x ਨਾਲ x ਛੱਡ ਦੇਣਾ। ਆਹ ਨਹੀਂ ਅਸੀਂ ਲੈਣੇ, x² ਅਸੀਂ ਨਾ ਇੱਧਰੋਂ ਲੈਣਾ ਅਤੇ ਨਾ ਇੱਧਰੋਂ x ਲੈਣਾ। b ਦਾ ਮੁੱਲ ਕਿੰਨਾ ਆ ਗਿਆ? 5। ਅੱਗੇ ਦੇਖੋ c ਦਾ ਮੁੱਲ ਕਿੰਨਾ ਆ ਗਿਆ? 8। ਹੁਣ ਇਹ ਵੈਲਿਊ ਅਸੀਂ ਇੱਥੇ ਪੁੱਟ ਕਰਨੀ। ਸਾਨੂੰ ਅਲਫਾ ਬੀਟਾ ਕਿਹਾ ਸੀ ਨਾ ਵੀ ਅਲਫਾ ਬੀਟਾ ਕਿਹਦੇ ਬਰਾਬਰ ਆ? ਦੇਖੋ c ਦਾ ਮੁੱਲ ਕਿੰਨਾ ਇੱਥੋਂ? 8, ਇੱਥੇ ਲਿਖ ਦਿੱਤਾ। a ਦਾ ਮੁੱਲ 1, 8/1 ਕਿਹਦੇ ਬਰਾਬਰ ਹੁੰਦਾ? 8 ਦੇ। ਹੁਣ ਦੇਖੋ ਜਿਹੜਾ ਸਾਡਾ ਆਹ ਕੁਐਸਚਨ ਆ ਸਾਡੀ ਬੁੱਕਲੈਟ ਦੇ ਵਿੱਚ, ਇੱਥੇ ਦੀ ਆਪਸ਼ਨ ਕਿੰਨਵੀਂ ਆ? ਚੌਥੇ ਕੁਐਸਚਨ ਦੀ ਆਪਸ਼ਨ ਚੌਥੀ। ਆਹ ਦੇਖੋ ਇਹਦੇ ਉੱਪਰ ਨਿਸ਼ਾਨੀ ਲਗਾ ਲਓ ਜਾਂ ਤੁਸੀਂ ਆਪਣੀ ਕਾਪੀ ਦੇ ਉੱਪਰ ਨੋਟ ਕਰ ਲਓ ਕਿ ਇਹਦਾ ਆਨਸਰ ਜਿਹੜਾ ਉਹ ਕਿੰਨਾ ਆਏਗਾ? 8। ਇਸ ਤੋਂ ਬਾਅਦ ਦੇਖਦੇ ਹਾਂ ਅੱਗੇ ਕੁਐਸਚਨ ਨੰਬਰ 5। ਸਮੀਕਰਨਾਂ ਦੀ ਜੋੜੀ y ਬਰਾਬਰ 0 ਅਤੇ y ਬਰਾਬਰ -7 ਦਾ ਪੇਅਰ ਆਫ ਇਕੁਏਸ਼ਨਸ y = 0 ਐਂਡ y = -7 ਹੈਜ਼। ਇਹ ਕੀ ਆ ਵੀ ਇੱਕ ਵਿਲੱਖਣ ਹੱਲ ਹੋਵੇਗਾ ਇਹਨਾਂ ਦਾ, ਦੋ ਹੱਲ ਹੋਣਗੇ, ਅਨੰਤ ਹੱਲ ਹੋਣਗੇ ਕਿ ਜਾਂ ਕੋਈ ਹੱਲ ਨਹੀਂ ਹੋਵੇਗਾ। ਹੁਣ ਦੇਖੋ ਜਦੋਂ ਅਸੀਂ ਇਹੋ ਜਿਹੀਆਂ ਸਾਡੇ ਕੋਲ ਕੋਈ ਸਮੀਕਰਨਾਂ ਆਉਣ ਅਤੇ ਅਸੀਂ ਉਹਨਾਂ ਦਾ ਗ੍ਰਾਫ ਬਣਾ ਕੇ ਦੱਸ ਸਕਦੇ ਹਾਂ ਵੀ ਇਹਨਾਂ ਦਾ ਹੱਲ ਕਿਸ ਤਰ੍ਹਾਂ ਦਾ ਹੋਏਗਾ। ਅਤੇ ਚਲੋ ਮੈਂ ਤੁਹਾਨੂੰ ਇਹਨਾਂ ਦਾ ਗ੍ਰਾਫ ਬਣਾ ਕੇ ਅਤੇ ਫਿਰ ਦੱਸਦਾ। ਆਹ ਦੇਖੋ ਬੱਚਿਓ, ਮੈਂ ਇੱਥੇ x ਐਕਸਿਸ ਅਤੇ y ਐਕਸਿਸ ਡਰਾ ਕਰ ਲਿਆ।
ਤੁਸੀਂ ਵੀ ਇਹਨੂੰ ਜਿੱਥੋਂ ਤੱਕ ਮਰਜ਼ੀ ਨੰਬਰ ਲੈ ਸਕਦੇ ਹੋ ਇਹ ਡਰਾ ਕਰਕੇ। ਉਸ ਤੋਂ ਬਾਅਦ ਇੱਥੇ ਦੇਖਣਾ ਵਾ ਹੁਣ ਸਾਨੂੰ ਜਿਹੜੀਆਂ ਸਮੀਕਰਨਾਂ ਦਿੱਤੀਆਂ ਨੇ ਉਹ ਕੀ ਦਿੱਤੀ y ਬਰਾਬਰ 0, ਕੱਲਾ y ਦਾ ਮੁੱਲ ਦਿੱਤਾ ਵਾ, ਉਹ ਅਸੀਂ ਆ ਦੇਖੋ ਇੱਥੇ 0 ਹੋਏਗਾ, x ਵੀ ਇੱਥੇ 0 ਆ ਅਤੇ y ਵੀ ਇੱਥੇ 0 ਆ ਕਿਉਂਕਿ ਇਹਨੂੰ ਮੂਲ ਬਿੰਦੂ ਕਹਿੰਦੇ ਆ ਅਤੇ ਮੂਲ ਬਿੰਦੂ ਦੇ ਨਿਰਦੇਸ਼ਾਂਕ 0 0 ਹੁੰਦੇ ਨੇ ਅਤੇ x ਵੀ ਇੱਥੇ 0 ਅਤੇ y ਵੀ। ਹੁਣ ਮੈਂ ਇੱਥੇ y0 ਦੀ ਨਿਸ਼ਾਨੀ ਲਗਾ ਲਈ। ਇਹਦਾ ਗ੍ਰਾਫ ਬਿਲਕੁਲ ਸਿੱਧਾ। ਜਦੋਂ x ਦੀ ਵੈਲਿਊ ਲੈਣੀ ਆ, ਮੰਨ ਲਓ ਹੁਣ ਜਿਹੜੇ ਇਸ ਤਰ੍ਹਾਂ ਦੇ ਕੁਐਸਚਨ ਹੁੰਦੇ ਉਹਦੇ 'ਚ ਅਸੀਂ ਕੀ ਕਰਦੇ ਹਾਂ, ਸਮੀਕਰਨ ਆਪਣੇ ਕੋਲੋਂ ਬਣਾ ਲੈਂਦੇ ਹਾਂ। ਸਮੀਕਰਨ ਕਿਸ ਤਰ੍ਹਾਂ ਬਣਾਈ ਦੀ ਆ ਮੈਂ ਤੁਹਾਨੂੰ ਇੱਥੇ ਲਿਖ ਕੇ ਦੱਸਦਾ। ਆ ਦੇਖੋ ਜਿਸ ਤਰ੍ਹਾਂ ਪਹਿਲੀ ਸਮੀਕਰਨ ਕੀ ਆ, y ਬਰਾਬਰ 0। ਹੁਣ x ਹੈ ਨਹੀਂ ਗਾ, ਮੈਂ ਆਪਣੇ ਕੋਲੋਂ x ਲਿਖਣਾ ਅਤੇ ਮੈਂ ਕੀ ਲਿਖਾਂਗਾ 0x ਪਲੱਸ y ਬਰਾਬਰ 0। ਹੁਣ ਜਦੋਂ ਮੈਂ ਇੱਥੋਂ ਵੈਲਿਊ ਕੱਢਣੀ ਆ y ਦੀ ਅਤੇ ਮੈਂ ਮੰਨ ਲਓ x ਨੂੰ 1 ਲੈ ਲਿਆ, ਮੈਂ x ਨੂੰ 1 ਪੁੱਟ ਕੀਤਾ, y ਬਰਾਬਰ 0। ਆ ਦੇਖੋ x 1 ਲਿਆ ਸੀ ਮੈਂ, ਇੱਥੇ ਨਾਲ ਹੀ ਇਸ ਤਰ੍ਹਾਂ ਹੀ ਗ੍ਰਾਫ ਬਣਾਉਂਦੇ ਆ, ਉਹਦਾ ਬਾਕਸ ਬਣਾ ਕੇ ਇੱਥੇ ਵੈਲਿਊਜ਼ ਲਿਖ ਲੈਂਦੇ ਆ x ਦੀ ਅਤੇ y ਦੀ। ਮੈਂ x 1 ਲਿਆ, ਹੁਣ 0 1 0 ਪਲੱਸ y ਇਜ਼ ਇਕੁਅਲ ਟੂ 0 ਅਤੇ y ਕਿਹਦੇ ਬਰਾਬਰ ਆਇਆ 0 ਦੇ। ਹੁਣ x 1 ਵਾ ਅਤੇ y 0। ਹੁਣ ਦੇਖੋ ਇੱਥੇ x ਦੀ ਵੈਲਿਊ ਤੁਸੀਂ ਕੋਈ ਵੀ ਲਈ ਜਾਓਗੇ ਇਸ ਜਗ੍ਹਾ 'ਤੇ ਉਹਨੇ ਹਰ ਵਾਰੀ 0 ਹੋ ਹੀ ਜਾਣਾ ਕਿਉਂਕਿ ਇੱਥੇ 0 ਆ। 0x ਆਪਣੇ ਕੋਲੋਂ ਲਿਆ, ਅਸੀਂ ਇਹਨੂੰ ਇਕੱਲਾ x ਨਹੀਂ ਲੈ ਸਕਦੇ। ਇੱਥੇ 1 ਲਿਆ ਤਾਂ ਵੀ, ਜੇ ਮੈਂ 2 ਲਵਾਂਗਾ ਤਾਂ ਵੀ 0, ਯਾਨੀ ਕਿ x ਦੀ ਵੈਲਿਊ ਚਾਹੇ 1 ਆਵੇ 2 ਆਵੇ 3 ਆਵੇ y ਨੇ 0 ਰਹਿਣਾ। ਇਹਨੇ ਇਸੇ ਲਾਈਨ ਦੇ ਬਿਲਕੁਲ ਬਰਾਬਰ ਚੱਲਣਾ, ਇਸ ਤਰ੍ਹਾਂ x ਐਕਸਿਸ ਦੇ ਬਿਲਕੁਲ ਬਰਾਬਰ। ਇਹ ਵਾਲਾ ਗ੍ਰਾਫ ਇਹਦੇ ਬਰਾਬਰ ਚੱਲੇਗਾ। ਦੂਸਰੀ ਸਮੀਕਰਨ ਵੀ ਸੇਮ ਇਸੇ ਤਰ੍ਹਾਂ ਹੀ, y ਬਰਾਬਰ -7 ਵਾ। ਆਹ ਦੇਖੋ y ਦੀ ਵੈਲਿਊ -7। ਹੁਣ x ਦੀ ਵੈਲਿਊ ਜਦੋਂ ਲਵਾਂਗੇ ਅਸੀਂ ਕੋਈ ਵੀ, ਚਾਹੇ ਮਾਈਨਸ ਦੀ ਲਵਾਂਗੇ ਚਾਹੇ ਪਲੱਸ ਦੀ, ਅਤੇ ਇਹ ਗ੍ਰਾਫ ਇਸ ਤਰ੍ਹਾਂ ਚੱਲੇਗਾ। ਇਹ ਦੋਨੋਂ ਗ੍ਰਾਫ ਇਸ ਤਰ੍ਹਾਂ ਪੈਰਲਲ ਚੱਲਣਗੇ। ਇੱਥੇ ਵੈਲਿਊ ਹੈਗੀ -7। ਹੁਣ ਦੇਖੋ ਨਾ ਤਾਂ ਇਸ ਲਾਈਨ ਨੇ ਮਿਲਣਾ ਅਤੇ ਨਾ ਹੀ ਇਹਨੇ ਮਿਲਣਾ ਕਿਉਂਕਿ ਇਹ x ਐਕਸਿਸ ਦੇ ਬਿਲਕੁਲ ਸਮਾਨ ਅੰਤਰ ਜਾ ਰਹੀਆਂ ਨੇ। 0 ਵਾਲੀ ਤਾਂ ਬਿਲਕੁਲ ਉਹਦੇ ਉੱਪਰ ਆ x ਐਕਸਿਸ ਦੇ, ਅਤੇ ਆਹ ਉਹਦੇ ਪੈਰਲਲ ਜਾ ਰਹੀ ਆ। ਹੁਣ ਜਦੋਂ ਦੋ ਲਾਈਨਾਂ ਆਪਸ ਵਿੱਚ ਪੈਰਲਲ ਹੋ ਜਾਣ, ਕਦੀ ਵੀ ਨਾ ਮਿਲਣ, ਅਤੇ ਉਹਨਾਂ ਸਮੀਕਰਨਾਂ ਦਾ ਦੋਨਾਂ ਦਾ ਕੋਈ ਹੱਲ ਨਹੀਂ ਹੁੰਦਾ। ਅਤੇ ਸਾਡੇ ਕੋਲ ਜਿਹੜੀ ਆ ਬੁੱਕਲੈਟ ਵਾ ਇਹਦੇ 'ਚ ਦੇਖੋ, ਆਹ ਦੇਖੋ ਇਹਦੇ ਵਿੱਚ ਸਮੀਕਰਨਾਂ ਜਿਹੜੀਆਂ ਦੋ ਆ ਗਈਆਂ, ਉਹਦਾ ਕੀ ਹੈ, ਨੋ ਸੋਲਿਊਸ਼ਨ, ਕੋਈ ਹੱਲ ਨਹੀਂ। ਚੌਥੀ ਆਪਸ਼ਨ ਇਹਦਾ ਆਨਸਰ ਜੇ ਤੁਹਾਡੇ ਕੁਐਸਚਨ ਨੰਬਰ 5 ਦਾ। 5 ਨੰਬਰ ਕੁਐਸਚਨ ਦਾ ਆਨਸਰ 4 ਨੰਬਰ ਆਪਸ਼ਨ ਜੇ। ਇਹਨਾਂ ਦੋਨਾਂ ਦਾ ਕੋਈ ਹੱਲ ਨਹੀਂ ਹੈ, ਮੈਂ ਤੁਹਾਨੂੰ ਗ੍ਰਾਫ ਬਣਾ ਕੇ ਦੱਸ ਦਿੱਤਾ। ਨੈਕਸਟ ਕੁਐਸਚਨ ਦੇਖੋ 6ਵਾਂ। K ਦਾ ਮੁੱਲ ਪਤਾ ਕਰੋ ਜਿਸ ਦੇ ਲਈ ਸਮੀਕਰਨਾਂ ਦੀ ਪ੍ਰਣਾਲੀ, ਆ ਦੋ ਸਮੀਕਰਨਾਂ ਦਿੱਤੀਆਂ ਨੇ, ਦੇ ਅਨੰਤ ਹੱਲ ਹੋਣ। ਹੁਣ ਦੇਖੋ ਇਨਫਾਈਨਾਈਟ ਮੈਨੀ ਸੋਲੂਸ਼ਨ ਜਾਂ ਅਨੰਤ ਹੱਲ ਕਦੋਂ ਹੁੰਦੇ ਆ, ਉਹ ਮੈਂ ਤੁਹਾਨੂੰ ਲਿਖ ਕੇ ਦੱਸਦਾ ਕਾਪੀ ਦੇ ਉੱਪਰ। ਆ ਬੱਚਿਓ 6ਵੇਂ ਕੁਐਸਚਨ ਦੀ ਮੈਂ ਦੇਖ ਲਿਆ ਵੀ K ਦਾ ਮੁੱਲ ਪਤਾ ਕਰਨਾ, ਦੋ ਸਮੀਕਰਨਾਂ ਜਿਹੜੀਆਂ ਦਿੱਤੀਆਂ ਉਹ ਲਿਖ ਲਈਆਂ। ਹੁਣ ਇਹਨਾਂ ਦੇ ਅਨੰਤ ਹੱਲ ਕਦੋਂ ਹੁੰਦੇ ਆ, ਦੇਖੋ ਅਨੰਤ ਹੱਲ ਦੀ ਕੰਡੀਸ਼ਨ ਮੈਂ ਤੁਹਾਨੂੰ ਆ ਲਿਖ ਕੇ ਦੱਸ ਦਿੰਦਾ। ਉਹਦੀ ਕੰਡੀਸ਼ਨ ਹੁੰਦੀ ਜੇ A1 ਓਵਰ A2 ਇਹ ਕਿਹਦੇ ਬਰਾਬਰ ਹੋਵੇ, B1 ਓਵਰ B2 ਦੇ, ਅਤੇ ਬਰਾਬਰ C1 ਓਵਰ C2, ਤਿੰਨੇ ਆਪਸ 'ਚ ਬਰਾਬਰ ਹੋਣ। ਅਤੇ ਫਿਰ ਜਿਹੜੀਆਂ ਸਮੀਕਰਨਾਂ ਦਾ ਜਿਹੜਾ ਹੱਲ ਹੁੰਦਾ ਵਾ ਉਹ ਕਿਸ ਤਰ੍ਹਾਂ ਦਾ ਹੁੰਦਾ ਵਾ, ਜਿਹੜੇ ਅਨੰਤ ਹੱਲ ਹੁੰਦੇ ਨੇ, ਇਨਫਾਈਨਾਈਟ ਮੈਨੀ ਸੋਲੂਸ਼ਨਸ। ਹੁਣ ਆਹ ਅਸੀਂ ਵੈਲਿਊਜ਼ ਕਿੱਥੋਂ ਲੈਣੀਆਂ ਨੇ, ਇਹਨਾਂ ਸਮੀਕਰਨਾਂ ਤੋਂ। ਪਹਿਲਾਂ ਇਹ ਸਮੀਕਰਨ ਨੂੰ ਅਸੀਂ ਇੱਕ ਸਾਈਡ 'ਤੇ ਸਾਰੀਆਂ ਵੈਲਿਊਜ਼ ਕਰ ਲਈਏ। ਆ 5 ਇੱਧਰ ਪਲੱਸ ਦਾ, ਇੱਧਰ ਆ ਕੇ ਮਾਈਨਸ ਦਾ ਹੋ ਕੇ 0 ਹੋ ਜਾਏਗਾ ਬਰਾਬਰ। ਇਸੇ ਤਰ੍ਹਾਂ ਹੀ 4x ਜਮ੍ਹਾਂ KY -10 ਬਰਾਬਰ 0, ਇਹ ਲਿਖ ਲਿਆ। ਹੁਣ ਇਹਨਾਂ ਨੂੰ ਸਟੈਂਡਰਡ ਫਾਰਮ ਜਿਹੜੀ ਆ ਉਹਦੇ ਨਾਲ ਕੰਪੇਅਰ ਕਰਨਾ। ਦੇਖੋ ਪਹਿਲੀ ਸਮੀਕਰਨ ਵਾਸਤੇ ਅਸੀਂ 1 ਪਾਈ ਜਾਂਦੇ ਹਾਂ ਬੇਸ 'ਚ, A1x ਪਲੱਸ B1y ਪਲੱਸ C ਬਰਾਬਰ 0। ਹੁਣ ਦੂਸਰੀ ਸਮੀਕਰਨਾਂ ਤੇ ਬੇਸ 'ਚ 2 ਪਾ ਲਓ, A2x ਪਲੱਸ B2y ਪਲੱਸ C2 ਇਜ਼ ਇਕੁਅਲ ਟੂ 0। ਹੁਣ ਉਸੇ ਤਰ੍ਹਾਂ ਜਿਸ ਤਰ੍ਹਾਂ ਪਿਛਲੇ ਸਵਾਲ 'ਚ ਮੈਂ ਦੱਸਿਆ ਸੀ ਕੰਪੇਅਰ ਕਰਨਾ। x ਅਸੀਂ ਨਹੀਂ ਲੈਣਾ, A1 ਦੀ ਵੈਲਿਊ ਕਿੰਨੀ ਆ ਗਈ 2, ਇੱਥੇ ਲਿਖੀ ਜਾਓ। B1 ਦੀ ਵੈਲਿਊ 3। ਦੇਖੋ ਜੇ ਤੇ ਰਕਮ ਪਲੱਸ ਦੀ ਹੋਏਗੀ ਫਿਰ ਸਾਈਨ ਨਹੀਂ ਪਾਉਣਾ। C ਦੀ ਵੈਲਿਊ -5, ਆਹ ਦੇਖੋ ਇੱਥੇ ਵੈਲਿਊ ਆ ਗਈ, ਇੱਥੇ -5 ਲਿਖਣਾ। ਹੁਣ A2 ਦੀ ਵੈਲਿਊ 4, B2 ਦੀ ਵੈਲਿਊ ਬਿਲਕੁਲ ਠੀਕ ਆ K, ਅਤੇ C2 ਦੀ ਵੈਲਿਊ ਕਿੰਨੀ ਆ, ਹਾਂਜੀ -10। ਇਹ ਸਾਡੇ ਕੋਲ ਵੈਲਿਊਜ਼ ਆ ਗਈਆਂ। ਹੁਣ ਆਹ ਤੁਹਾਨੂੰ ਮੈਂ ਦੱਸਿਆ ਸੀ ਕਿ ਆਹ ਇਹਦਾ ਰਿਜ਼ਲਟ ਵਾ।
ਅਸੀਂ ਇਹਦੇ 'ਚ ਵੈਲਿਊ ਪੁੱਟ ਕਰਨੀ ਆ। ਹੁਣ ਦੇਖੋ A1 ਓਵਰ A2 ਯਾਨੀ ਕਿ A1 ਦੀ ਵੈਲਿਊ 2 ਅਤੇ A2 ਦੀ ਵੈਲਿਊ 4, 2/4 ਬਰਾਬਰ B1 ਓਵਰ B2 3/K ਬਰਾਬਰ -5/-10। ਹੁਣ ਆ ਦੇਖੋ ਜੇ ਕਟਿੰਗ ਕਰੀਏ 2 ਏਕਮ 2, 2 ਦੂਣੀ 4, 1/2 ਮਾਈਨਸ ਮਾਈਨਸ ਕੱਟ 5 ਏਕਮ 5, 5 ਦੂਣੀ 10, 1/2 1/2 ਆ ਗਏ। ਲੇਕਿਨ ਇੱਥੇ K ਦਾ ਮੁੱਲ ਸਾਨੂੰ ਕਿਹੜਾ ਚਾਹੀਦਾ ਵਾ ਜਿਹਦੇ ਨਾਲ 1/2 ਆਵੇ। ਦੇਖੋ ਮੈਂ ਤੁਹਾਨੂੰ ਵੈਸੇ ਜ਼ਬਾਨੀ ਦੱਸ ਦਿੰਦਾ 3 ਏਕਮ 3 ਅਤੇ 3 ਦੂਣੀ 6। ਹੁਣ ਇੱਥੇ K ਦਾ ਮੁੱਲ 6 ਹੋਣਾ ਚਾਹੀਦਾ ਤਾਂ ਇਹ ਤਿੰਨੇ ਬਰਾਬਰ ਹੋਣਗੇ। ਕਟਿੰਗ ਕਰਕੇ ਸਾਰੇ 1/2 1/2 ਆ ਜਾਣਗੇ। ਪਰ ਅਸੀਂ ਸੋਲਵ ਕਰਨਾ ਵਾ। ਹੁਣ ਤੁਸੀਂ ਕੋਈ ਵੀ ਦੋਵਾਂ ਨੂੰ ਲੈ ਲਓ ਲੇਕਿਨ K ਵਾਲੀ ਨਾਲ ਜ਼ਰੂਰ ਲੈਣੀ ਆ। ਪਹਿਲੀਆਂ ਦੋ ਲੈ ਲਓ, ਆਹ ਵਾਲੀ ਛੱਡ ਦਿੰਦੇ ਅਸੀਂ ਮਾਈਨਸ ਵਾਲੀ, ਅਤੇ ਇਹਨਾਂ ਦੋਨਾਂ ਨੂੰ ਹੱਲ ਕਰ ਲਓ। ਕ੍ਰਾਸ ਮਲਟੀਪਲਾਈ ਕੀਤੀ, ਇਹ ਬਣ ਗਿਆ 2K ਇਜ਼ ਇਕੁਅਲ ਟੂ 4 3 12। K ਦੀ ਵੈਲਿਊ ਕਿੰਨੀ ਆ ਗਈ 12, ਇਹ 2 ਆ ਕੇ ਇਹਨੂੰ ਡਿਵਾਈਡ ਕਰੇਗਾ 2 6 12। ਆ ਦੇਖੋ ਆ ਗਿਆ ਆਨਸਰ K ਬਰਾਬਰ 6। ਇਹ ਸਾਡਾ ਆਨਸਰ ਜੇ। ਇੱਥੇ K ਨੂੰ ਤੁਸੀਂ 6 ਲਿਖੋਗੇ। ਆ ਦੇਖੋ ਕਟਿੰਗ ਕਰਕੇ 2 ਏਕਮ 2, 2 ਦੂਣੀ 4, 3 ਏਕਮ 3, 3 ਦੂਣੀ 6, ਮਾਈਨਸ ਨਾਲ ਮਾਈਨਸ ਕੱਟ 5 ਏਕਮ 5 ਅਤੇ 5 ਦੂਣੀ 10, 1/2 1/2 1/2। ਇਹ ਕੰਡੀਸ਼ਨ ਹੁੰਦੀ ਜੇ ਜਦੋਂ ਦੋ ਸਮੀਕਰਨਾਂ ਦੇ ਅਨੰਤ ਹੱਲ ਹੋਣ। ਅਤੇ K ਦੀ ਵੈਲਿਊ ਕਿੰਨੀ ਆ ਗਈ 6। ਅਤੇ ਦੇਖੋ ਆਪਣੀ ਬੁੱਕਲੈਟ ਦੇ ਵਿੱਚ ਕਿ ਜਿਹੜਾ 6ਵਾਂ ਕੁਐਸਚਨ ਵਾ ਉਹਦਾ ਆਨਸਰ ਜਿਹੜਾ ਵਾ ਕਿਹੜੀ ਆਪਸ਼ਨ ਵਾ 6, K ਬਰਾਬਰ 6, ਆਹ ਚੌਥੀ ਆਪਸ਼ਨ। ਇਹ ਇਹਦਾ ਆਨਸਰ ਜੇ। ਇਹ ਬੱਚੋ ਤੁਹਾਡੀ ਬੁੱਕ ਦੇ ਵਿੱਚ ਸਾਰੇ ਰਿਜ਼ਲਟ ਦਿੱਤੇ ਹੋਏ ਆ ਵੀ ਜਦੋਂ ਮਤਲਬ ਅਨੰਤ ਹੱਲ ਹੋਣ 'ਤੇ ਕਿਹੜੀ ਕੰਡੀਸ਼ਨ ਹੁੰਦੀ ਆ, ਜਾਂ ਯੂਨੀਕ ਸੋਲੂਸ਼ਨ ਇੱਕ ਵਿਲੱਖਣ ਹੱਲ ਹੋਵੇ ਤਾਂ ਕੀ ਕੰਡੀਸ਼ਨ ਹੁੰਦੀ ਆ। ਇਹ ਤੁਸੀਂ ਜ਼ਰੂਰ ਧਿਆਨ ਨਾਲ ਪੜ੍ਹ ਲਿਓ। ਅੱਗੇ ਦੇਖੋ ਕੁਐਸਚਨ ਨੰਬਰ 7। ਜੇ ਸਮੀਕਰਨ x² ਜਮ੍ਹਾਂ 4x ਜਮ੍ਹਾਂ K ਬਰਾਬਰ 0 ਦੇ ਮੂਲ ਵਾਸਤਵਿਕ ਅਤੇ ਵਿਲੱਖਣ ਹੋਣ ਤਾਂ ਹੁਣ ਇਹਨਾਂ 'ਚੋਂ ਕੰਡੀਸ਼ਨ ਦੱਸਣੀ ਆ ਵੀ K ਕਿਸ ਤਰ੍ਹਾਂ ਦਾ ਹੋਏਗਾ। ਦੇਖੋ ਮੂਲ ਵਾਸਤਵਿਕ ਵੀ ਹੋਣ ਅਤੇ ਵਿਲੱਖਣ ਵੀ ਹੋਣ। ਇਹ ਕਦੋਂ ਹੁੰਦੀ ਜੇ ਕੰਡੀਸ਼ਨ, ਜਦੋਂ ਡਿਸਕ੍ਰੀਮੀਨੈਂਟ ਗ੍ਰੇਟਰ ਦੈਨ 0 ਹੋਵੇ, ਯਾਨੀ ਕਿ ਡਿਸਕ੍ਰੀਮੀਨੈਂਟ ਦੀ ਵੈਲਿਊ 0 ਤੋਂ ਵੱਡੀ ਆਵੇ। ਜੇ ਡਿਸਕ੍ਰੀਮੀਨੈਂਟ 0 ਦੇ ਬਰਾਬਰ ਆ ਜੇ ਤਾਂ ਉਦੋਂ ਮੂਲ ਬਰਾਬਰ ਹੁੰਦੇ ਨੇ। ਜੇ 0 ਤੋਂ ਵੱਡੀ ਆ ਜੇ ਮੂਲ ਵਾਸਤਵਿਕ ਅਤੇ ਵਿਲੱਖਣ ਹੁੰਦੇ ਨੇ। ਜੇ ਡਿਸਕ੍ਰੀਮੀਨੈਂਟ 0 ਤੋਂ ਛੋਟਾ ਆ ਜੇ ਅਤੇ ਜਿਹੜੇ ਮੂਲ ਨੇ ਉਹ ਅਵਾਸਤਵਿਕ ਹੁੰਦੇ ਨੇ, ਯਾਨੀ ਕਿ ਉਹਨਾਂ ਦੇ ਮੂਲ ਅਸੀਂ ਪਤਾ ਨਹੀਂ ਕਰ ਸਕਦੇ। ਉਹ ਮੂਲ ਅਸੀਂ ਕੱਢਦੇ ਹੀ ਨਹੀਂ ਗੇ, ਅਸੀਂ ਸਵਾਲ ਨੂੰ ਉੱਥੇ ਹੀ ਖ਼ਤਮ ਕਰ ਦਿੰਦੇ ਹਾਂ। ਉਹ ਰੀਅਲ ਰੂਟਸ ਨਹੀਂ ਹੁੰਦੇ ਉਹਨਾਂ ਦੇ ਮੂਲ ਵਾਸਤਵਿਕ ਨਹੀਂ ਹੁੰਦੇ। ਹੁਣ ਦੇਖੋ ਸਾਨੂੰ ਉਹਨਾਂ ਨੇ ਕਿਹਾ ਕਿ ਆਹ ਜਿਹੜੀ ਸਮੀਕਰਨ ਪ੍ਰਣਾਲੀ ਦੇ ਮੂਲ ਵਾਸਤਵਿਕ ਅਤੇ ਵਿਲੱਖਣ ਹੋਣ, ਸਾਨੂੰ ਕੰਡੀਸ਼ਨ ਦੇ ਦਿੱਤੀ, ਯਾਨੀ ਕਿ ਇਹਦਾ ਡਿਸਕ੍ਰੀਮੀਨੈਂਟ ਗ੍ਰੇਟਰ ਦੈਨ 0 ਆਏਗਾ। ਚਲੋ ਮੈਂ ਤੁਹਾਨੂੰ ਲਿਖ ਕੇ ਦੱਸਦਾ ਕਾਪੀ 'ਤੇ। ਆਹ ਦੇਖੋ ਮੈਂ 7ਵੇਂ ਜਿਹੜਾ ਕੁਐਸਚਨ ਸੀਗਾ ਉਹਦੀ ਆਹ ਸਮੀਕਰਨ ਲਿਖ ਲਈ। ਕੰਡੀਸ਼ਨ ਦੇ ਦਿੱਤੀ ਕਿ ਮੂਲ ਵਾਸਤਵਿਕ ਅਤੇ ਵਿਲੱਖਣ ਹੋਣ ਇਹਦੇ। ਹੁਣ ਮੈਂ ਤੁਹਾਨੂੰ ਦੱਸਿਆ ਸੀ ਡਿਸਕ੍ਰੀਮੀਨੈਂਟ ਦਾ ਮਤਲਬ ਹੁੰਦਾ D ਬਰਾਬਰ ਅਸੀਂ ਕੀ ਲੈਂਦੇ ਹਾਂ B² ਮਾਈਨਸ 4AC। ਹੁਣ ਇਹਨੂੰ ਅਸੀਂ ਹੱਲ ਕਰਾਂਗੇ ਅਤੇ ਜਿਹੜਾ B² ਮਾਈਨਸ 4AC ਆ ਇਹ ਕੀ ਆਏਗਾ ਗ੍ਰੇਟਰ ਦੈਨ 0, ਯਾਨੀ ਕਿ 0 ਤੋਂ ਵੱਡਾ। ਹੁਣ ਚਲੋ ਦੇਖਦੇ ਹਾਂ ਇਹ ਕੀ ਹੈ। ਡਿਸਕ੍ਰੀਮੀਨੈਂਟ ਦੀ ਵੈਲਿਊ ਸਾਡੀ ਅਸੀਂ ਇਹਦੀ 0 ਲੈ ਕੇ ਫਿਰ ਅਸੀਂ ਜਿਹੜੇ ਸਾਨੂੰ 4 ਆਪਸ਼ਨਸ ਦਿੱਤੀਆਂ ਉਹਦੇ 'ਚ ਦੇਖਾਂਗੇ ਕਿਹੜਾ ਰਿਜ਼ਲਟ ਆਉਂਦਾ। ਹੁਣ ਅਸੀਂ ਆ B ਦੀ ਵੈਲਿਊ ਜਿਹੜੀ ਉਹ ਕਿਸ ਤਰ੍ਹਾਂ ਲੈਣੀ ਆ। ਦੇਖੋ ਇਹਦਾ ਸਟੈਂਡਰਡ ਫਾਰਮ ਫਿਰ ਉਸੇ ਤਰ੍ਹਾਂ ਲਿਖ ਲੈਣਾ AX² ਪਲੱਸ BX ਪਲੱਸ C ਬਰਾਬਰ 0। ਉਸੇ ਤਰ੍ਹਾਂ ਹੀ x² ਨਾਲ x² ਛੱਡ ਦਿਓ। A ਦੀ ਵੈਲਿਊ ਤਾਂ ਮੈਂ ਦੱਸਿਆ ਜਿੱਥੇ ਕੋਈ ਨਾ ਹੋਏ ਉੱਥੇ ਕਿੰਨਾ ਹੁੰਦਾ 1। A ਕਿੰਨਾ ਆ ਗਿਆ 1। B ਦੀ ਵੈਲਿਊ ਕਿੰਨੀ ਆ ਗਈ 4 ਅਤੇ C ਕਿਹਦੇ ਬਰਾਬਰ ਆ ਗਿਆ K ਦੇ। ਹੁਣ ਇਹਦੇ 'ਚ ਲਿਖਾਂਗੇ B² ਮਾਈਨਸ 4AC, ਯਾਨੀ ਕਿ ਡਿਸਕ੍ਰੀਮੀਨੈਂਟ ਕੱਢਾਂਗੇ ਪਹਿਲਾਂ ਅਸੀਂ। B ਦੀ ਵੈਲਿਊ 4, ਇੱਥੇ ਲਿਖਾਂਗੇ 4 ਦਾ ਸਕੇਅਰ ਮਾਈਨਸ ਫਾਰਮੂਲੇ ਵਾਲਾ 4। A ਦੀ ਵੈਲਿਊ ਕਿੰਨੀ ਆ 1 ਅਤੇ C ਦੀ ਵੈਲਿਊ ਕਿੰਨੀ ਆ K। ਇਹ ਲਿਖ ਲਿਆ। ਇਹਨੂੰ ਸੋਲਵ ਕਰਾਂਗੇ ਅਸੀਂ। ਹੁਣ 4 ਚੌਕੇ 16 ਮਾਈਨਸ 4 ਏਕਮ 4 ਅਤੇ ਨਾਲ ਆ ਗਿਆ K। ਹੁਣ ਇਹ ਸਾਡੇ ਕੋਲ ਆ ਗਈ। ਹੁਣ ਕੰਡੀਸ਼ਨ ਕੀ ਕਹਿੰਦੀ ਆ ਕਿ ਇਹ ਕਹਿੰਦੇ ਵੀ ਮੂਲ ਵਾਸਤਵਿਕ ਅਤੇ ਵਿਲੱਖਣ ਨੇ, ਇਸ ਕਰਕੇ B² ਮਾਈਨਸ 4AC ਦੀ ਵੈਲਿਊ ਗ੍ਰੇਟਰ ਦੈਨ 0 ਆ। ਹੁਣ ਮੈਂ ਆਹ ਵਾਲੇ ਰਿਜ਼ਲਟ ਨੂੰ ਗ੍ਰੇਟਰ ਦੈਨ 0 ਲਿਖ ਦਾਂਗਾ। ਆਹ ਦੇਖੋ 16 ਮਾਈਨਸ 4K ਗ੍ਰੇਟਰ ਦੈਨ 0, ਆਹ ਕੰਡੀਸ਼ਨ 'ਚ ਲਿਖ ਲਿਆ। ਕਿਉਂਕਿ ਇਹਦਾ ਆਹ ਵੇਖੋ ਇਹਨੂੰ ਸੋਲਵ ਕੀਤਾ ਸੀ ਅਤੇ ਆਹ ਆਇਆ ਸਾਡੇ ਕੋਲ। ਇਹਦੀ ਜਗ੍ਹਾ 'ਤੇ ਮੈਂ ਆਹ ਲਿਖਿਆ ਗ੍ਰੇਟਰ ਦੈਨ 0 ਆ ਗਿਆ। ਹੁਣ ਅਸੀਂ ਮਾਈਨਸ ਵਾਲੀ ਟਰਮ ਜਦੋਂ ਗ੍ਰੇਟਰ ਦੈਨ ਦੇ ਦੂਜੇ ਪਾਸੇ ਲੈ ਕੇ ਜਾਂਦੇ ਪਲੱਸ ਦੀ ਹੋ ਜਾਏਗੀ, ਸਾਈਨ ਉਹੀ ਰਹੇਗਾ। ਇਹ ਬਣੇਗਾ 16 ਗ੍ਰੇਟਰ ਦੈਨ
4K ਸਾਈਨ ਚੇਂਜ ਹੋ ਜਾਣਾ। ਹੁਣ K ਵਾਲੀ ਵੈਲਿਊ ਅਸੀਂ K ਦਾ ਰਿਜ਼ਲਟ ਕਰਨਾ, K ਨੂੰ ਪਹਿਲਾਂ ਲੈ ਆਉਂਦੇ ਆ। ਇਹ ਕੀ ਆ ਜਾਏਗਾ 4K। 4K ਲੈਸ ਦੈਨ 16। ਆ ਦੇਖੋ ਇਹ ਲੈਸ ਦੈਨ ਕਿਉਂ ਆਇਆ, ਦੇਖੋ ਇੱਧਰ ਵੀ ਆ ਜਿਹੜੀ ਨੋਕ ਸੀਗੀ ਮੈਂ ਇਹ ਬੱਚਿਆਂ ਨੂੰ ਦੱਸ ਦਿੰਦਾ ਹੁੰਦਾ ਕਿ ਜਿਹੜੇ ਪਾਸੇ ਹੈਗੀ ਆ ਜਦੋਂ ਸਾਈਡ ਚੇਂਜ ਕਰਨੀ ਹੈ ਤਾਂ ਉਹਨੇ ਨਾਲ ਹੀ ਘੁੰਮ ਜਾਣਾ। ਆ ਦੇਖੋ K ਵਾਲੇ ਪਾਸੇ 4K ਵਾਲੇ ਪਾਸੇ ਆ ਗਈ ਅਤੇ 16 ਵਾਲੇ ਪਾਸੇ ਇਹਦਾ ਮੂੰਹ ਇਸ ਤਰ੍ਹਾਂ ਓਪਨ ਸੀਗਾ ਅਤੇ ਉਹ ਇੱਧਰ ਹੀ ਰਿਹਾ। ਠੀਕ ਆ, ਕਿਉਂਕਿ 16 ਵੱਡਾ ਵਾ ਅਤੇ 4K ਛੋਟਾ ਵਾ, ਅਤੇ ਹੁਣ ਵੀ 4K ਛੋਟਾ ਵਾ ਅਤੇ 16 ਵੱਡਾ ਹੋ ਗਿਆ। ਇਹਨੂੰ ਉਲਟਾ ਕੇ ਲਿਖ ਲਿਆ। ਹੁਣ ਇੱਥੋਂ K ਲੈਸ ਦੈਨ 16/4 ਆਹ 4 ਥੱਲੇ ਆ ਜਾਏਗਾ। ਇਹਦੀ ਕਟਿੰਗ ਹੋ ਗਈ 4 ਚੌਕੇ 16 ਅਤੇ ਰਿਜ਼ਲਟ ਕੀ ਆਇਆ K ਲੈਸ ਦੈਨ 4। ਆਹ ਰਿਜ਼ਲਟ ਆਇਆ ਜੀ ਸਾਡੇ ਕੋਲ। ਅਤੇ ਤੁਸੀਂ ਦੇਖੋ ਆਪਣੀ ਬੁੱਕਲੈਟ ਦੇ ਵਿੱਚ ਕਿ K ਲੈਸ ਦੈਨ 4 ਜਿਹੜਾ ਵਾ ਉਹ ਕਿੰਨਵੀਂ ਆਪਸ਼ਨ ਦਿੱਤੀ ਹੋਈ ਹੈ ਸਾਨੂੰ। ਆਹ ਦੇਖੋ ਪਹਿਲੀ ਆਪਸ਼ਨ K ਲੈਸ ਦੈਨ 4। ਇਹ ਸਾਡਾ 7ਵੇਂ ਕੁਐਸਚਨ ਦਾ ਆਨਸਰ ਜੇ ਪਹਿਲੀ ਆਪਸ਼ਨ, ਇਹ ਲਿਖ ਲਿਓ ਆਪਣੀ ਕਾਪੀ ਦੇ ਉੱਪਰ। ਉਸ ਤੋਂ ਬਾਅਦ ਦੇਖੋ ਕੁਐਸਚਨ ਨੰਬਰ 8। ਜੇ x ਬਰਾਬਰ 2 ਸਮੀਕਰਨਾਂ ਦਿੱਤੀਆਂ ਨੇ ਆ ਅਤੇ ਆ ਜਿਹੜੀ ਸਮੀਕਰਨ ਦਿੱਤੀ ਦਾ ਸਾਂਝਾ ਮੂਲ ਹੈ ਤਾਂ a - b ਕਿਹਦੇ ਬਰਾਬਰ ਹੋਵੇਗਾ। ਦੇਖੋ x ਬਰਾਬਰ 2 ਦੋਨਾਂ ਦਾ ਸਾਂਝਾ ਮੂਲ ਆ, ਯਾਨੀ ਕਿ x ਦੀ ਵੈਲਿਊ 2 ਦੋਨਾਂ ਇਕੁਏਸ਼ਨਾਂ 'ਚ ਭਰਾਂਗੇ। ਇਹਦੇ 'ਚੋਂ a ਦੀ ਵੈਲਿਊ ਨਿਕਲੇਗੀ, ਦੂਸਰੇ 'ਚੋਂ b ਦੀ, ਫਿਰ ਦੋਨਾਂ ਨੂੰ ਮਾਈਨਸ ਕਰ ਦਾਂਗੇ a - b ਅਤੇ ਉਹਦਾ ਆਨਸਰ ਆ ਜਾਏਗਾ। ਤਾਂ ਚਲੋ ਦੇਖਦੇ ਹਾਂ ਸੋਲਵ ਕਰਕੇ ਕਿ ਕੀ ਆਨਸਰ ਆਉਂਦਾ ਇਹਦਾ। ਆ ਦੇਖੋ ਬੱਚਿਓ x ਬਰਾਬਰ 2 ਦੋਨਾਂ ਦਾ ਮੂਲ ਆ, a - b ਦੀ ਅਸੀਂ ਵੈਲਿਊ ਕੱਢਣੀ ਆ। ਆਹ ਦੋ ਸਮੀਕਰਨਾਂ ਦਿੱਤੀਆਂ ਨੇ। ਹੁਣ x ਦੀ ਵੈਲਿਊ 2 ਇਹਦੇ 'ਚ ਵੀ ਪੁੱਟ ਕਰ ਦਾਂਗੇ ਅਤੇ ਇਹਦੇ 'ਚ ਵੀ, ਅਤੇ ਸੋਲਵ ਕਰਕੇ ਦੇਖਦੇ ਹਾਂ ਵੀ a ਕਿੰਨਾ ਆਉਂਦਾ ਇਹਦੇ 'ਚ। ਆਹ ਦੇਖੋ ਇੱਥੇ ਮੈਂ ਲਿਖਿਆ x ਦੀ ਜਗ੍ਹਾ 'ਤੇ 2, ਜਿੱਥੇ ਆ x ਸੀ ਉੱਥੇ ਵੀ 2, ਆ +2 ਆਹ ਵਾਲਾ ਬਰਾਬਰ 0। ਹੁਣ ਦੇਖੋ ਇੱਥੇ 2 ਦੀ ਪਾਵਰ 2 4 ਹੁੰਦਾ ਵਾ, ਇੱਥੇ ਕਿੰਨਾ ਆ ਗਿਆ 4। ਆ a ਪਹਿਲਾਂ ਲਿਖ ਲੈਣਾ +2 + 2 4 ਬਰਾਬਰ 0। ਹੁਣ ਇੱਥੇ a4 = ਆ ਇੱਧਰ ਜਾ ਕੇ -4 ਹੋ ਜਾਏਗਾ। ਇੱਧਰੋਂ 4 ਇੱਧਰ ਜਾ ਕੇ ਡਿਵਾਈਡ ਕਰੇਗਾ -4/4। ਹੁਣ ਇਹਨੂੰ ਡਿਵਾਈਡ ਕੀਤਾ 4 × 4 ਅਤੇ a ਦੀ ਵੈਲਿਊ ਕਿੰਨੀ ਆ ਗਈ, ਆ ਮਾਈਨਸ ਨਾਲ ਰੱਖਣਾ ਜੇ, ਇਹ ਧਿਆਨ ਰੱਖਿਓ -1। a -1 ਆ ਗਿਆ। ਹੁਣ ਦੂਸਰੇ ਪਾਸਿਓਂ b ਦੀ ਵੈਲਿਊ ਕੱਢ ਲੈਂਦੇ ਹਾਂ। ਇੱਥੇ ਵੀ x ਦੀ ਵੈਲਿਊ 2 ਲੈਣੀ ਹੈ ਕਿਉਂਕਿ ਇਹ ਦੋਵਾਂ ਦਾ ਮੂਲ ਸੀਗਾ ਦਿੱਤਾ ਹੋਇਆ ਉਹਨਾਂ ਨੇ। ਹੁਣ ਇੱਥੇ ਮੈਂ x ਦੀ ਜਗ੍ਹਾ 'ਤੇ 2 ਲਿਖਾਂਗਾ, ਆ ਵੀ 2 ਲਿਖਿਆ, +b = 0। 2 ਦਾ ਵਰਗ ਯਾਨੀ ਕਿ 2 ਦੂਣੀ 4, ਇਹ ਵੀ 2 ਦੂਣੀ 4 ਜਮਾ b = 0। 4 × 4 8, 8 + b = 0। b ਦੀ ਵੈਲਿਊ ਕਿੰਨੀ ਆ ਗਈ 8 + ਦਾ, ਇੱਧਰ ਜਾ ਕੇ ਕੀ ਹੋ ਜਾਏਗਾ ਮਾਈਨਸ ਦਾ। ਆਹ ਵੈਲਿਊ ਆ ਗਈ a ਦੀ -1 ਅਤੇ b ਦੀ -8। ਹੁਣ ਦੇਖੋ ਸਾਨੂੰ ਜਿਹੜਾ ਉਹਨਾਂ ਨੇ ਕਿਹਾ ਸੀਗਾ ਵੀ ਸਾਨੂੰ ਰਿਜ਼ਲਟ ਚਾਹੀਦਾ ਕਿਹਦਾ a - b ਦਾ। ਹੁਣ ਮੈਂ ਇਹਦੇ 'ਚ ਵੈਲਿਊ ਪੁੱਟ ਕਰ ਦਾਂਗਾ ਇੱਥੇ ਲਿਖ ਕੇ a - b ਬਰਾਬਰ a ਦੀ ਵੈਲਿਊ -1 ਲਿਖੀ, ਇਹ ਫਾਰਮੂਲੇ ਵਾਲਾ ਜਿਹੜਾ ਸਾਨੂੰ ਜੋ ਪੁੱਛਿਆ ਵਾ ਉਹਦਾ ਮਾਈਨਸ, ਅਤੇ b ਦੀ ਵੈਲਿਊ -8। ਆ ਦੇਖੋ b ਦੀ ਵੈਲਿਊ -8 ਵੱਖਰੀ ਲਿਖ ਲਈ, ਆ ਮਾਈਨਸ ਵਿਚਕਾਰ ਲਾ a ਦੀ ਵੈਲਿਊ -1 ਸੀ ਉਹ ਲਿਖ ਲਈ। -1 +8। ਹੁਣ ਮਾਈਨਸ ਪਲੱਸ ਮਾਈਨਸ ਹੁੰਦਾ ਵਾ, 8 'ਚੋਂ 1 ਗਏ ਅਤੇ 7, ਅਤੇ ਵੱਡੀ ਰਕਮ ਦਾ ਨਿਸ਼ਾਨ ਲਾਈਦਾ ਉਹ ਪਲੱਸ ਦੀ ਆ ਅਤੇ ਇਸ ਕਰਕੇ ਪਲੱਸ ਦਾ, ਯਾਨੀ ਕਿ a - b ਦੀ ਵੈਲਿਊ ਕਿੰਨੀ ਆ ਗਈ 7। ਹੁਣ ਦੇਖੋ ਆਪਣੀ ਬੁੱਕਲੈਟ ਦੇ ਵਿੱਚ ਕਿ ਇਹਦਾ ਆਨਸਰ ਕਿਹੜੀ ਆਪਸ਼ਨ ਆ ਰਿਹਾ, ਆਪਸ਼ਨ ਨੰਬਰ 4। ਆ ਦੇਖੋ ਚੌਥੀ ਆਪਸ਼ਨ ਕੀ ਆ 7। ਇਹ ਬੱਚਿਓ 8ਵੇਂ ਕੁਐਸਚਨ ਦਾ ਆਨਸਰ ਸੀਗਾ। ਅੱਗੇ ਦੇਖਦੇ ਹਾਂ ਕੁਐਸਚਨ ਨੰਬਰ 9। ਆ ਦੇਖੋ ਬੱਚਿਓ 9ਵਾਂ ਕੁਐਸਚਨ ਕੀ ਆ, ਜੇ p - 1, p = 3, 3p - 1 ਅੰਕ ਗਣਿਤਕ ਲੜੀ ਵਿੱਚ ਹਨ, ਯਾਨੀ ਕਿ ਜੇ ਇਹ AP ਵਿੱਚ ਹਨ ਤਾਂ p ਬਰਾਬਰ ਹੈ, ਯਾਨੀ ਕਿ p ਦੀ ਵੈਲਿਊ ਕੱਢਣੀ ਆ। ਹੁਣ ਇਹ ਵਾਲੀ ਵੈਲਿਊ ਕਿਸ ਤਰ੍ਹਾਂ ਕੱਢਾਂਗੇ, ਮੈਂ ਤੁਹਾਨੂੰ ਕਾਪੀ 'ਤੇ ਲਿਖ ਕੇ ਦੱਸਦਾ ਕਿ ਆਹ ਵਾਲੀ ਅਸੀਂ AP ਕਿਸ ਤਰ੍ਹਾਂ ਲਵਾਂਗੇ, ਅਸੀਂ ਇਹਦਾ ਰਿਜ਼ਲਟ ਕਿਸ ਤਰ੍ਹਾਂ ਕੱਢਣਾ ਉਹ ਮੈਂ ਤੁਹਾਨੂੰ ਲਿਖ ਕੇ ਦੱਸਦਾ। ਆਹ ਦੇਖੋ ਬੱਚਿਓ ਤਿੰਨੇ ਟਰਮਾਂ ਲਿਖ ਲਈਆਂ। ਕਹਿੰਦੇ ਵੀ ਇਹ AP ਵਿੱਚ ਨੇ, AP ਵਿੱਚ ਹੋਣ 'ਤੇ ਯਾਨੀ ਕਿ ਫਸਟ ਟਰਮ ਨੂੰ ਅਸੀਂ ਕੀ ਕਹਿੰਦੇ ਹਾਂ a ਬਰਾਬਰ ਕਿੰਨਾ ਇੱਥੇ p - 1,
ਜਦੋਂ ਅਸੀਂ ਸਾਂਝਾ ਅੰਤਰ ਡੀ ਕੱਢਦੇ ਹਾਂ ਤੇ ਉਹ ਕੀ ਹੁੰਦਾ ਵਾ, ਪਿਛਲੀ ਰਕਮ ਚੋਂ ਪਹਿਲੀ ਰਕਮ ਮਾਈਨਸ ਕਰਨੀ। ਮੈਂ ਤੁਹਾਨੂੰ ਇੱਥੇ ਲਿਖ ਕੇ ਦੱਸ ਦਿੰਦਾ। ਮੰਨ ਲਓ ਆ ਹੈਗੀ ਆ A1, ਆ A2 ਤੇ ਆ A3, ਕਿਉਂਕਿ AP ਵਿੱਚ ਨੇ, ਇਹਨਾਂ ਨੂੰ ਅਸੀਂ ਇਹੀ ਕਹਿੰਦੇ ਹਾਂ। ਤੇ A2 ਮਾਈਨਸ A1 ਜਿਹੜਾ ਉਹਦਾ ਡਿਫਰੈਂਸ ਹੁੰਦਾ, ਸਾਂਝਾ ਅੰਤਰ ਹੁੰਦਾ ਜੇ। ਹੁਣ A2 ਦੀ ਵੈਲਿਊ ਕਿੰਨੀ ਆ, P ਜਮਾ 3 ਮਾਈਨਸ A1 ਦੀ ਵੈਲਿਊ P ਮਾਈਨਸ 1। ਇਹਦੇ 'ਚ ਬ੍ਰੈਕਟ ਜ਼ਰੂਰ ਪਾਉਣੀ ਹੈ, ਜਦੋਂ ਮਾਈਨਸ ਆਉਂਦੀ ਹੈ ਨਾ ਅੱਗੇ ਬ੍ਰੈਕਟ ਜ਼ਰੂਰ ਪਾ ਲਿਆ ਕਰੋ, ਕਿਉਂਕਿ ਸਾਈਨ ਚੇਂਜ ਹੋਣੇ ਹੁੰਦੇ ਆ। ਆ ਦੇਖੋ P ਜਮਾ 3 ਮਾਈਨਸ P ਜਮਾ 1। ਹੁਣ ਆ ਮਾਈਨਸ P ਅਤੇ ਪਲੱਸ P ਕੈਂਸਲ, ਅਤੇ 3 ਜਮਾ 1 ਕਿੰਨਾ ਆਇਆ, 4। ਹੁਣ ਦੇਖੋ ਆਹ D ਕੱਢ ਲਿਆ ਅਸੀਂ, ਇਹ ਸਾਂਝਾ ਅੰਤਰ ਆ ਗਿਆ ਇਹਦਾ। ਪਰ ਮੈਂ ਤੁਹਾਨੂੰ ਕੱਢ ਕੇ ਕਿਉਂ ਦੱਸਿਆ, ਸਵਾਲ ਇਹਦੇ 'ਚ ਕਿਉਂ ਕੀਤਾ ਵਾ, ਕਿ ਤੁਹਾਨੂੰ ਇਹ ਪਤਾ ਲੱਗ ਜੇ ਵੀ ਇਹਨਾਂ ਦਾ ਸਾਂਝਾ ਅੰਤਰ ਜਿਹੜਾ ਵਾ ਉਹ ਅਸੀਂ ਕਿਸ ਤਰ੍ਹਾਂ ਕੱਢਦੇ ਹਾਂ। ਪਿਛਲੀ ਰਕਮ 'ਚੋਂ ਪਹਿਲੀ ਮਾਈਨਸ ਕਰਨੀ, ਫਿਰ ਜੇ ਮੈਂ ਅਗਲਾ ਸਾਂਝਾ ਅੰਤਰ ਦੇਖਣਾ ਹੋਏ ਦੂਸਰਾ, ਤੇ ਫਿਰ ਮੈਂ A3 ਚੋਂ A2 ਘਟਾਵਾਂਗਾ, ਅਤੇ ਉਹ ਸਾਂਝੇ ਅੰਤਰ ਕੀ ਹੋਣਗੇ, ਦੋਨੋਂ ਬਰਾਬਰ। ਹੁਣ ਮੈਂ ਕੀ ਕਰਨਾ ਵਾ ਕਿ ਇਹ AP ਵਿੱਚ ਨੇ, P ਦੀ ਵੈਲਿਊ ਕੱਢਣੀ ਆ, ਅਤੇ ਇਹਨਾਂ ਦੇ ਸਾਂਝੇ ਅੰਤਰ ਮੈਂ ਬਰਾਬਰ ਕਰ ਲਾਂਗਾ। ਮੈਂ ਇੱਥੇ ਕੀ ਲਿਖਾਂਗਾ, ਆ ਦੇਖੋ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਤੈਨੂੰ ਵੱਖਰਾ ਹੀ ਕੱਢ ਦਿੰਦਾ। ਦੇਖੋ ਪਹਿਲਾਂ ਮੰਨ ਲਓ ਆਹ ਸਾਂਝਾ ਅੰਤਰ D1 ਵਾ, ਇੱਥੇ ਮੈਂ D2 ਕੱਢ ਲੈਣਾ ਸਾਂਝਾ ਅੰਤਰ ਦੂਸਰਾ। ਉਹ ਕਿਸ ਤਰ੍ਹਾਂ ਨਿਕਲੇਗਾ, 3P ਮਾਈਨਸ 1 ਫਿਰ ਮਾਈਨਸ P ਜਮਾ 3। ਇਹਦੀ ਵੀ ਬ੍ਰੈਕਟ ਓਪਨ ਕਰੋ, ਮਾਈਨਸ P ਅਤੇ ਮਾਈਨਸ 3। ਹੁਣ ਆ ਦੇਖੋ 3P ਮਾਈਨਸ P ਕਿਹਦੇ ਬਰਾਬਰ ਆਇਆ, 2P ਦੇ। ਮਾਈਨਸ 1 ਅਤੇ ਮਾਈਨਸ 3 ਮਾਈਨਸ 4। ਹੁਣ ਆਹ ਦੋਨੋਂ ਆਪਸ 'ਚ ਬਰਾਬਰ ਹੁੰਦੇ ਆ। ਤੁਸੀਂ ਜਿਹੜੇ AP ਦੇ ਸਵਾਲ ਨੋਰਮਲ ਕਰਦੇ ਹੋ, ਜਿਸ ਤਰ੍ਹਾਂ ਮੰਨ ਲਓ ਕੋਈ ਸੀਰੀਜ਼ ਦਿੱਤੀ ਹੁੰਦੀ ਆ, ਮੰਨ ਲਓ ਇੱਥੇ ਲਿਖੀ ਹੋਏ 2 4 6, ਇਸ ਤਰ੍ਹਾਂ ਕਰਕੇ। ਹੁਣ ਜਦੋਂ ਸਾਂਝਾ ਅੰਤਰ ਕੱਢਦੇ ਹੋ, 4 ਘਟਾਓ 2 ਕਿੰਨਾ ਆਉਂਦਾ, 2, ਅਤੇ 6 ਘਟਾਓ 4 ਕਿੰਨਾ ਆਉਂਦਾ, 2। ਦੋਨੋਂ ਸਾਂਝੇ ਅੰਤਰ ਕੀ ਹੁੰਦੇ ਨੇ, ਬਰਾਬਰ। ਹੁਣ ਇਹ ਵੀ ਸਾਂਝੇ ਅੰਤਰ ਬਰਾਬਰ ਨੇ, ਪਰ ਬਰਾਬਰ ਕਿਸ ਤਰ੍ਹਾਂ ਲਿਖਣੇ ਆ, ਅਸੀਂ ਖੁਦ ਲਿਖਾਂਗੇ। ਕੀ ਲਿਖਾਂਗੇ ਕਿ D1 ਇਜ਼ ਇਕੁਅਲ ਟੂ D2, ਤਾਂ ਹੀ AP ਬਣਦੀ ਹੈ ਜੇ ਦੋਨੋਂ ਸਾਂਝੇ ਅੰਤਰ ਬਰਾਬਰ ਹੋਣ। D1 ਦੀ ਵੈਲਿਊ 4 ਅਤੇ D2 ਦੀ ਹੈਗੀ ਆ 2P ਮਾਈਨਸ 4। ਹੁਣ ਆ ਮਾਈਨਸ 4 ਇੱਧਰ ਆ ਕੇ ਪਲੱਸ ਦਾ ਹੋ ਜਾਏਗਾ, 4 ਜਮਾ 4 ਬਰਾਬਰ ਹੈ 2P, 8 ਬਰਾਬਰ ਹੈ 2P। ਹੁਣ ਆ 2 ਜਿਹੜਾ ਵਾ 8 ਨੂੰ ਡਿਵਾਈਡ ਕਰੇਗਾ, 8 ਬਟਾ 2 ਬਰਾਬਰ ਹੈ P, 2 ਚੌਕੇ 8 ਅਤੇ 4 ਬਰਾਬਰ ਹੈ P, ਯਾਨੀ ਕਿ ਜਿਹੜਾ P ਦਾ ਮੁੱਲ ਕਿੰਨਾ ਆ ਗਿਆ ਸਾਡੇ ਕੋਲ, 4। ਆ ਦੇਖੋ P ਦਾ ਮੁੱਲ ਕਿੰਨਾ ਆ ਗਿਆ, P ਬਰਾਬਰ ਹੈ 4। ਆ ਦੇਖੋ ਆ ਗਿਆ 4। ਹੁਣ ਇੱਥੇ ਅਸੀਂ P ਨੂੰ 4 ਪੁੱਟ ਕਰਾਂਗੇ। ਮੈਂ ਤੁਹਾਨੂੰ ਵੈਸੇ ਦੱਸਣ ਦਿਆਂ, ਵੈਸੇ ਸਾਡਾ ਆਨਸਰ ਆ ਗਿਆ ਵੀ P 4 ਹੋਏਗਾ। ਮੈਂ ਤੁਹਾਨੂੰ ਕਿਹਾ ਸੀ ਸਾਂਝੇ ਅੰਤਰ ਦੋਨੋਂ ਬਰਾਬਰ ਹੋਣੇ ਚਾਹੀਦੇ ਆ। P ਦਾ ਵੈਲਿਊ ਮੈਂ ਇੱਥੇ 4 ਪੁੱਟ ਕਰਦਾ ਅਤੇ ਕਿੰਨਾ ਆਏਗਾ, ਆ ਦੇਖੋ 2, ਆ 4 ਅਤੇ ਮਾਈਨਸ 4, 2 ਚੌਕੇ 8, 8 ਮਾਈਨਸ 4 4, ਆ ਗਏ ਦੋਨੋਂ ਸਾਂਝੇ ਅੰਤਰ ਬਰਾਬਰ। ਇਹਨਾਂ ਸਵਾਲਾਂ 'ਚ ਇਹ ਕੰਡੀਸ਼ਨ ਹੁੰਦੀ ਜੇ, ਇਹ ਧਿਆਨ ਰੱਖਿਓ। ਆਹ ਤੁਸੀਂ ਨਹੀਂ ਕਰਨਾ, ਮੈਂ ਤੁਹਾਨੂੰ ਵੈਸੇ ਦੱਸਿਆ ਵਾ ਇੰਨਾ। ਸਿਰਫ ਤੁਸੀਂ ਇੱਥੋਂ ਤੱਕ ਸਵਾਲ ਕਰਨਾ ਵੀ P ਬਰਾਬਰ 4। ਹੁਣ ਦੇਖੋ ਇਹਦੇ 'ਚ ਆਪਸ਼ਨ, ਜਿਹੜਾ ਨੌਵਾਂ ਕੁਐਸਚਨ ਤੁਸੀਂ ਦੇਖਿਆ ਸੀ ਆਪਣੀ ਬੁੱਕਲੈਟ ਦੇ ਵਿੱਚ, ਪਹਿਲੀ ਆਪਸ਼ਨ ਜੇ ਕਿ P ਦੀ ਵੈਲਿਊ ਕਿੰਨੀ ਹੋਏਗੀ, 4। ਅੱਗੇ ਦੇਖੋ ਕੁਐਸਚਨ ਨੰਬਰ 10, ਜੇ ਇੱਕ ਘੜੀ 1 ਵਜੇ 1 ਵਾਰ, 2 ਵਜੇ 2 ਵਾਰ, 3 ਵਜੇ 3 ਵਾਰ ਅਤੇ ਇਸੇ ਤਰ੍ਹਾਂ ਅੱਗੇ ਘੰਟੀਆਂ ਵਜਾਉਂਦੀ ਹੈ, ਅਤੇ ਇੱਕ ਵਾਰ ਫਿਰ 1 ਵਜੇ ਅਤੇ ਇਸੇ ਤਰ੍ਹਾਂ ਅੱਗੇ ਘੰਟੀਆਂ ਵਜਾਉਂਦੀ ਹੈ, ਤਾਂ 2 ਦਿਨਾਂ ਦੇ ਸਮੇਂ ਵਿੱਚ ਇਹ ਘੜੀ ਕੁੱਲ ਕਿੰਨੀਆਂ ਘੰਟੀਆਂ ਵਜਾਵੇਗੀ। ਦੇਖੋ ਬੱਚਿਓ, ਮੈਂ ਤੁਹਾਨੂੰ ਪਹਿਲਾਂ ਸਿੰਪਲ ਜਿਹਾ ਕੁਐਸਚਨ ਜਿਹੜਾ ਤੁਹਾਨੂੰ ਮੈਂ ਸਮਝਾ ਦਾਂ ਕਿ ਇਹ ਸਵਾਲ ਵੀ AP ਦਾ ਜੇ। ਮੈਂ ਤੁਹਾਨੂੰ ਬੁੱਕਲੈਟ ਰੱਖ ਕੇ ਤੁਸੀਂ ਲਾਗੇ ਜ਼ਰੂਰ ਆ ਕੰਡੀਸ਼ਨ ਪੜ੍ਹੀ ਜਾਇਓ। ਮੈਂ ਤੁਹਾਨੂੰ ਇੱਕ ਵਾਰੀ ਨਾਲ ਨਾਲ ਬੋਲ ਕੇ ਅਤੇ ਫਿਰ ਕਾਪੀ 'ਤੇ ਲਿਖ ਕੇ ਦੱਸੀ ਜਾਂਦਾ। ਦੇਖੋ ਬੱਚੋ, ਜਿਹੜੀ ਕੰਡੀਸ਼ਨ ਸਾਨੂੰ ਦੱਸੀ ਸੀ ਉਹ ਕਹਿੰਦੇ ਵੀ ਇੱਕ ਘੜੀ ਆ ਜਿਹੜੀ 1 ਵਜੇ 1 ਵਾਰ, 2 ਵਜੇ 2 ਵਾਰ, 3 ਵਜੇ 3 ਵਾਰ, ਇਸੇ ਤਰ੍ਹਾਂ ਹੀ ਅੱਗੇ 4 ਵਜੇ 4 ਵਾਰ ਅਤੇ 5 ਵਜੇ 5 ਵਾਰ, 6 ਵਜੇ 6 ਵਾਰ, ਇਸੇ ਤਰ੍ਹਾਂ ਹੀ ਕਰਦੀ ਆ ਅਤੇ ਰਿਪੀਟ ਕਰਦੀ ਹੈ। ਫਿਰ ਰਿਪੀਟ ਕਿੱਥੇ ਹੋਣਾ, ਦੇਖੋ ਸਾਡੇ ਕੋਲ ਜਿਹੜੀਆਂ ਘੜੀਆਂ ਨੇ, ਉਹ ਸਾਡੇ ਜਿਹੜੀਆਂ ਘੜੀਆਂ ਨੇ ਉਹ ਸਿਰਫ 12 ਵਜੇ ਤੱਕ ਟਾਈਮ ਦਿਖਾਉਂਦੀਆਂ ਨੇ। ਉਹ ਰੇਲਵੇ ਦੀਆਂ ਘੜੀਆਂ ਹੁੰਦੀਆਂ ਜਿਹੜੀਆਂ ਅਲੱਗ ਹੁੰਦੀਆਂ ਨੇ। ਅਸੀਂ ਨੋਰਮਲ ਘੜੀ ਦੀ ਗੱਲ ਕਰਾਂਗੇ ਇੱਥੇ।
ਨਾਰਮਲ ਘੜੀ ਦੇ ਵਿੱਚ ਕੀ ਆ ਕਿ 12 ਵਜੇ ਤੱਕ ਟਾਈਮ ਆਉਂਦਾ, 12 ਵਜੇ ਤੋਂ ਬਾਅਦ ਫਿਰ 1 ਵੱਜ ਜਾਂਦੇ ਆ। ਚਾਹੇ ਤੁਸੀਂ ਇਹਨੂੰ ਰਾਤ ਦੇ 1 ਵਜੇ ਸਮਝ ਲਓ ਵੀ ਇੱਥੋਂ ਅਲਾਰਮ ਇਸ ਤਰ੍ਹਾਂ ਵੱਜਦੇ ਆ, ਦੁਪਹਿਰ 12 ਵਜੇ ਜਾ ਕੇ 12 ਵਾਰੀ ਘੰਟੀਆਂ ਵਜਾਉਂਦੀ ਆ ਉਹ। ਸਾਨੂੰ ਆਵਾਜ਼ ਸੁਣ ਕੇ ਪਤਾ ਲੱਗ ਜਾਂਦਾ ਕਿ ਟਾਈਮ ਕਿੰਨਾ ਹੋਇਆ। ਹੁਣ ਦੇਖੋ ਇਸ ਤੋਂ ਬਾਅਦ ਫਿਰ 1 2 3 4 ਕਰਕੇ ਫਿਰ 12 ਤੱਕ ਟਾਈਮ ਜਾਏਗਾ ਅੱਗੇ। ਦੇਖੋ ਇੱਕ ਦਿਨ 'ਚ 12 ਕਿੰਨੀ ਵਾਰੀ ਵੱਜ ਰਹੇ ਆ, ਪਹਿਲਾਂ ਇੱਕ ਵਾਰੀ ਆਹ ਸੈੱਟ ਬਣਿਆ, ਫਿਰ ਇੱਕ ਵਾਰੀ ਹੋਰ 2 ਵਾਰੀ ਹੋ ਗਿਆ। ਉਹਨਾਂ ਨੇ ਕਿਹਾ ਵੀ 2 ਦਿਨਾਂ ਦੇ ਵਿੱਚ ਕਿੰਨੀ ਵਾਰ ਉਹ ਘੰਟੀ ਜਿਹੜੀ ਆ ਉਹ ਅਲਾਰਮ ਵਜਾਏਗੀ, ਯਾਨੀ ਕਿੰਨੀ ਵਾਰੀ ਉਹ ਰਿੰਗ ਕਰੇਗੀ। ਦੇਖੋ ਇੱਕ ਦਿਨ 'ਚ ਜਿਹੜਾ ਪਹਿਲਾ ਟਾਈਮ 12 ਵਜੇ ਤੱਕ ਆ, ਇਹਨੂੰ ਅਸੀਂ ਸੋਲਵ ਕਰ ਲਾਂਗੇ। ਅਤੇ 12 ਕਿੰਨੀ ਵਾਰੀ ਵੱਜਣੇ ਦੋਵਾਂ ਦਿਨਾਂ 'ਚ, ਆਹ ਪਹਿਲੀ ਵਾਰੀ ਹੋ ਗਿਆ। ਦੁਪਹਿਰ ਤੋਂ ਬਾਅਦ ਫਿਰ 1 ਤੋਂ ਲੈ ਕੇ ਰਾਤ 12 ਵਜੇ ਤੱਕ 2 ਵਾਰੀ। ਅਗਲੇ ਦਿਨ ਫਿਰ ਮਨੇਰ ਜਿਹੜਾ ਵੱਜਣਾ ਵਾ ਉਹ 3 ਵਾਰੀ, ਅਤੇ ਫਿਰ ਅਗਲੀ ਰਾਤ ਤੱਕ 4 ਵਾਰੀ। ਇਹ ਟੋਟਲ 4 ਵਾਰੀ ਹੋਏਗਾ। ਅਸੀਂ ਇੱਕ ਵਾਰੀ ਨੂੰ ਹੱਲ ਕਰ ਲਾਂਗੇ ਵੀ ਆਹ ਜਿਹੜੇ ਇੱਕ ਵਾਰੀ 'ਚ ਕਿੰਨੀ ਵਾਰੀ ਘੰਟੀਆਂ ਵੱਜਦੀਆਂ ਨੇ, ਉਹਨੂੰ 4 ਨਾਲ ਗੁਣਾ ਕਰਾਂਗੇ, ਸਾਡੇ ਕੋਲ ਆਨਸਰ ਆ ਜਾਏਗਾ। ਹੁਣ ਦੇਖੋ ਇਹ ਸਾਰੇ ਨੰਬਰ ਜਿਹੜੇ ਆ ਗਏ, ਇਹ ਕੀ ਇੱਕ ਏਪੀ ਬਣ ਗਈ। ਅਸੀਂ ਏਪੀ ਦਾ ਜੋੜਫਲ ਕੱਢਣਾ ਵਾ, ਸਾਨੂੰ ਸਾਰਿਆਂ ਦਾ ਜੋੜ ਆ ਜਾਏਗਾ। ਵੈਸੇ ਜੇ ਤੁਸੀਂ ਇਹਨੂੰ ਜ਼ਬਾਨੀ ਜੋੜ ਕੇ ਵੀ ਸੋਲਵ ਕਰੋਗੇ ਨਾ ਤਾਂ ਵੀ ਆਨਸਰ ਆ ਜਾਏਗਾ। ਜੇ ਤੁਸੀਂ ਮੰਨ ਲਓ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਦੇਖੋ, ਤੁਸੀਂ ਆਹ ਸੀਰੀਜ਼ ਹੀ ਲਿਖ ਕੇ ਇਸ ਤਰ੍ਹਾਂ ਅਤੇ ਇਹਨਾਂ ਨੂੰ ਆਪਸ ਵਿੱਚ ਜੋੜ ਲਓ। ਤੁਹਾਡਾ ਜੋੜ ਦੇਖੋ ਕਿੰਨਾ ਆਉਂਦਾ ਵਾ, ਇਹਦਾ ਲਗਭਗ ਜੋੜ ਜਿਹੜਾ ਵਾ 78 ਆਏਗਾ। ਸਾਰਿਆਂ ਨੂੰ ਜੋੜ ਕੇ ਇਹਨੂੰ 4 ਨਾਲ ਗੁਣਾ ਕਰ ਦਿਓ, ਤੁਹਾਡਾ ਆਨਸਰ ਆ ਜਾਏਗਾ। ਹੁਣ ਦੇਖੋ ਮੈਂ ਇਹਨੂੰ ਸੋਲਵ ਕਰਕੇ ਦੱਸਦਾ ਕਿਸ ਤਰ੍ਹਾਂ ਕਰਨਾ। ਸਭ ਤੋਂ ਪਹਿਲਾਂ ਫਸਟ ਟਰਮ A 1, ਸਾਂਝਾ ਅੰਤਰ D, ਕਾਮਨ ਡਿਫਰੈਂਸ 2 -1, 2 -1 ਉਹ ਕਿੰਨਾ ਆ ਗਿਆ 1। ਸਾਡੇ ਕੋਲ N, ਇੱਥੇ ਨੰਬਰ ਆਫ ਟਰਮਸ ਕਿੰਨੀਆਂ ਨੇ 12, 12 ਵਜੇ ਤੱਕ। ਹੁਣ ਇੱਥੇ ਅਸੀਂ AP ਦੇ ਜੋੜਫਲ ਦਾ ਫਾਰਮੂਲਾ ਲਗਾ
ਆ ਦੇਖੋ ਬੱਚਿਓ 12ਵੇਂ ਸਵਾਲ ਦੇ ਵਿੱਚ ਜਿਹੜੀ ਸਾਨੂੰ ਕੰਡੀਸ਼ਨ ਦਿੱਤੀ ਉਹ 'ਚ ਕੀ ਲਿਖਿਆ ਕਿ ਇੱਕ ਲੜਕੀ ਪੂਰਬ ਵੱਲ 200 ਮੀਟਰ ਫਿਰ ਉੱਤਰ ਵੱਲ 150 ਮੀਟਰ ਚੱਲਦੀ ਹੈ। ਦੇਖੋ ਬੱਚਿਓ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਕੁਐਸਚਨ ਆਏਗਾ ਤੁਸੀਂ ਇਸ ਤਰ੍ਹਾਂ ਕਰਕੇ ਪਹਿਲਾਂ ਡਾਇਰੈਕਸ਼ਨਸ ਬਣਾ ਲੈਣੀਆਂ ਨੇ। ਪੂਰਬ ਐਸੇ ਸਾਈਡ 'ਤੇ ਰਹੇਗਾ, ਇੱਧਰ ਪੱਛਮ, ਉੱਪਰਲੀ ਸਾਈਡ 'ਤੇ ਉੱਤਰ ਅਤੇ ਥੱਲੇ ਵਾਲੀ ਸਾਈਡ 'ਤੇ ਦੱਖਣ। ਹੁਣ ਦੇਖੋ ਆਹ ਸਟਾਰਟਿੰਗ ਪੁਆਇੰਟ ਲੈਣਾ ਜਿੱਥੇ ਦੋਨੋਂ ਲਾਈਨਾਂ ਕੱਟਦੀਆਂ ਨੇ। ਸਟਾਰਟਿੰਗ ਪੁਆਇੰਟ ਤੋਂ ਲੜਕੀ ਪੂਰਬ ਵੱਲ ਜਾ ਰਹੀ ਆ, ਮੰਨ ਲਓ ਇੱਥੋਂ ਤੱਕ ਆ ਗਈ ਅਤੇ ਕਿੰਨੇ ਚੱਲੀ ਇੱਥੋਂ ਤੱਕ 200 ਮੀਟਰ। ਕਹਿੰਦੇ ਇਸ ਤੋਂ ਬਾਅਦ ਉਹ ਉੱਤਰ ਵੱਲ ਨੂੰ ਗਈ। ਹੁਣ ਉੱਤਰ ਵਾਲੀ ਸਾਈਡ ਉੱਪਰ ਵਾਲੀ ਸਾਈਡ ਆ, ਇੱਥੋਂ ਉੱਪਰ ਵਾਲੀ ਸਾਈਡ ਨੂੰ ਗਈ ਸਿੱਧੀ ਅਤੇ ਕਿੰਨੀ ਚੱਲ ਗਈ 150 ਮੀਟਰ। ਇੱਥੋਂ 150 ਮੀਟਰ ਗਈ। ਹੁਣ ਕਹਿੰਦੇ ਵੀ ਉਹ ਇਸ ਵੇਲੇ ਆਹ ਬਿੰਦੂ 'ਤੇ ਮੰਨ ਲਓ ਆਹ ਸਟਾਰਟਿੰਗ ਪੁਆਇੰਟ ਉਹਦਾ ਏ ਹੋਵੇ, ਆਹ ਪੁਆਇੰਟ ਉਹਦਾ ਬੀ ਆ ਅਤੇ ਹੁਣ ਇੱਥੇ ਸੀ ਪੁਆਇੰਟ 'ਤੇ ਪਹੁੰਚ ਗਈ ਆ। ਕਹਿੰਦੇ ਇਹਦੀ ਜਿੱਥੋਂ ਸ਼ੁਰੂ ਹੋਈ ਸੀ ਚੱਲਣੀ ਸ਼ੁਰੂਆਤੀ ਬਿੰਦੂ ਤੋਂ ਦੂਰੀ ਕਿੰਨੀ ਹੈ, ਅਤੇ ਉਹ ਦੂਰੀ ਬੱਚਿਓ ਇਸ ਤਰ੍ਹਾਂ ਦੇਖੀ ਦੀ ਆ, ਆਹ ਵਾਲੀ ਇਸ ਤਰ੍ਹਾਂ ਕਰਕੇ। ਹੁਣ ਦੇਖੋ ਇੱਥੋਂ ਸਿੱਧੀ ਉੱਪਰ ਨੂੰ ਗਈ, ਇੱਥੇ ਕੋਣ 90 ਡਿਗਰੀ ਦਾ ਯਾਨੀ ਪਰਪੈਂਡੀਕੂਲਰ ਬਿਲਕੁਲ ਸਿੱਧੀ ਚੱਲੇਗੀ ਉਹ ਤਾਂ ਨੂੰ। ਇਹ ਬਣ ਗਈ ਸਾਡੇ ਕੋਲ ਸਮਕੋਣੀ ਤ੍ਰਿਭੁਜ। ਔਰ ਇਹਦੇ 'ਚ ਅਸੀਂ ਕੱਢਣਾ ਕੀ ਆ ਏ ਸੀ, ਅਤੇ ਏ ਸੀ ਵਾਲੀ ਸਾਈਡ ਕੀ ਆ ਕਰਨ, ਯਾਨੀ ਕਿ ਪਾਈਥਾਗੋਰਸ ਥਿਊਰਮ ਲਗਾ ਕੇ ਅਸੀਂ ਆ ਕਰਨ ਦੀ ਯਾਨੀ ਏ ਸੀ ਦੀ ਵੈਲਿਊ ਕੱਢ ਲਾਂਗੇ, ਉਹੀ ਸਾਡਾ ਆਨਸਰ ਹੋਏਗਾ। ਦੇਖੋ ਸਾਨੂੰ ਕੀ ਕੀ ਦਿੱਤਾ ਅਸੀਂ ਨਾਲ ਨਾਲ ਲਿਖਦੇ ਜਾਵਾਂਗੇ। ਸਭ ਤੋਂ ਪਹਿਲਾਂ ਤਾਂ ਏ ਬੀ ਕਿੰਨਾ 200 ਮੀਟਰ, ਜਿਹੜੀ ਅਸੀਂ ਡਾਇਗਰਾਮ 'ਚ ਨਾਮ ਲਿਆ, ਤੁਸੀਂ ਕੋਈ ਵੀ ਨਾਮ ਲੈ ਸਕਦੇ ਹੋ। ਬੀ ਸੀ ਬਰਾਬਰ 150 ਮੀਟਰ। ਹੁਣ ਇਹ ਨਾਲ ਕੀ ਲਿਖਾਂਗੇ ਸਮਕੋਣੀ ਤ੍ਰਿਭੁਜ ਕਿਹੜੀ ਆ ਏ ਬੀ ਸੀ ਵਿੱਚ ਪਾਈਥਾਗੋਰਸ ਪ੍ਰਮੇୟ ਅਨੁਸਾਰ। ਪਾਈਥਾਗੋਰਸ ਥਿਊਰਮ ਲਿਖ ਲਓ ਜਾਂ ਪ੍ਰਮੇୟ ਦੇ ਅਨੁਸਾਰ। ਉਹ ਕੀ ਹੁੰਦਾ ਜੇ ਕਰਨ ਦਾ ਵਰਗ ਬਰਾਬਰ ਆਧਾਰ ਦਾ ਵਰਗ ਜਮਾ ਲੰਬ ਦਾ ਵਰਗ। ਲੰਬ ਦਾ ਵਰਗ ਪਹਿਲਾਂ ਲਿਖ ਲਓ ਚਾਹੇ ਆਧਾਰ ਦਾ ਲਿਖ ਲਓ ਕੋਈ ਗੱਲ ਨਹੀਂ। ਹੁਣ ਕਰਨ ਕੀ ਸਾਡੇ ਕੋਲ ਏ ਸੀ, ਇੱਥੇ ਅਸੀਂ ਲਿਖਾਂਗੇ ਏ ਸੀ ਦਾ ਸਕੇਅਰ। ਆਧਾਰ ਕੀ ਆ ਏ ਬੀ ਦਾ ਸਕੇਅਰ, ਅਤੇ ਲੰਬ ਕੀ ਆ ਬੀ ਸੀ, ਅਤੇ ਬੀ ਸੀ ਦਾ ਸਕੇਅਰ ਆ ਜਾਏਗਾ। ਹੁਣ ਏ ਸੀ ਦਾ ਸਕੇਅਰ ਅਤੇ ਅਸੀਂ ਫਾਈਂਡ ਕਰਨਾ ਵਾ ਏ ਬੀ 200 ਉਹਦਾ ਵਰਗ ਅਤੇ ਬੀ ਸੀ 150 ਦਾ ਵਰਗ। ਹੁਣ ਆਹ ਦੇਖੋ ਇਹਨਾਂ ਦੀ ਵੈਲਿਊਸ ਅਸੀਂ ਕੱਢ ਲਾਂਗੇ। ਏ ਸੀ ਦਾ ਸਕੇਅਰ ਬਰਾਬਰ ਜਦੋਂ 200 ਦਾ ਵਰਗ ਕੀਤਾ ਤਾਂ ਕਿੰਨਾ ਆ ਜਾਏਗਾ, ਇਹਦੇ ਨਾਲ 4 2 ਦੂਣੀ 4 ਅਤੇ ਨਾਲ 4 ਜ਼ੀਰੋਆਂ 15 15 225 ਨਾਲ 2 ਜ਼ੀਰੋਆਂ। ਹੁਣ ਇਹਨਾਂ ਨੂੰ ਜੋੜ ਲਾਂਗੇ ਅਤੇ ਅਸੀਂ ਦੇਖਾਂਗੇ ਕਿੰਨਾ ਆਉਂਦਾ। ਮੈਂ ਆਹ ਸਾਈਡ 'ਤੇ ਲਿਖ ਦੇਣਾ ਇੱਥੇ ਏ ਸੀ ਦਾ ਸਕੇਅਰ ਇਜ਼ ਇਕੁਅਲ ਟੂ, ਇਹਨਾਂ ਨੂੰ ਜੋੜਿਆ ਅਤੇ ਕਿੰਨਾ ਆ ਗਿਆ 62,000 ਅਤੇ 500। ਹੁਣ ਇਹਦਾ ਏ ਸੀ ਦੀ ਵੈਲਿਊ ਕੱਢਣੀ ਆ, ਇਹਦੇ 'ਤੇ ਸਕੇਅਰ ਰੂਟ ਪੈ ਜਾਏਗਾ 625 ਦੇ ਨਾਲ 0 0, ਅਤੇ 625 ਦਾ ਵਰਗਮੂਲ ਕਿੰਨਾ ਹੁੰਦਾ ਜੇ 25, ਅਤੇ 2 ਵਾਰੀ 0 ਅਤੇ 1 ਵਾਰੀ ਦੇ ਨਾਲ ਆ ਜਾਏਗੀ 250 ਮੀਟਰ। ਯਾਨੀ ਕਿ ਉਹ ਆਪਣੇ ਸ਼ੁਰੂਆਤੀ ਬਿੰਦੂ ਤੋਂ ਕਿੰਨੀ ਦੂਰੀ 'ਤੇ ਆ 250 ਮੀਟਰ। ਇਹ ਇਹਦਾ ਆਨਸਰ ਜੇ। ਆਪਣੀ ਬੁੱਕਲੈਟ ਦੇ ਵਿੱਚ ਦੇਖੋ ਇਹਦੀ ਆਪਸ਼ਨ ਕਿੰਨੀ ਆ 12ਵੇਂ ਕੁਐਸਚਨ ਦੀ 250 ਮੀਟਰ। ਆ ਦੇਖੋ ਦੂਸਰੀ ਆਪਸ਼ਨ। ਇਹ ਸੀਗਾ ਸਾਡਾ ਕੁਐਸਚਨ ਨੰਬਰ 12। ਅੱਗੇ ਦੇਖੋ ਕੁਐਸਚਨ ਨੰਬਰ 13। ਕਹਿੰਦੇ ਜੇ ਤ੍ਰਿਭੁਜ ਏ ਬੀ ਸੀ ਅਤੇ ਤ੍ਰਿਭੁਜ ਡੀ ਈ ਐਫ ਸਮਰੂਪ ਤਿਕੋਣਾ ਹਨ ਜਿਸ ਵਿੱਚ ਕੋਣ ਏ 47 ਕੋਣ ਈ 83 ਡਿਗਰੀ ਹੈ ਤਾਂ ਕੋਣ ਸੀ ਕਿੰਨਾ ਹੋਵੇਗਾ। ਮੈਂ ਇਹਦੀਆਂ ਤੁਹਾਨੂੰ ਤ੍ਰਿਭੁਜਾਂ ਬਣਾ ਕੇ ਅਤੇ ਫਿਰ ਮੈਂ ਤੁਹਾਨੂੰ ਦੱਸਦਾ। ਆਹ ਦੇਖੋ ਬੱਚਿਓ 2 ਤ੍ਰਿਭੁਜਾਂ ਦਿੱਤੀਆਂ ਨੇ ਏ ਬੀ ਸੀ ਅਤੇ ਤ੍ਰਿਭੁਜ ਡੀ ਈ ਐਫ। ਕਹਿੰਦੇ ਦੋਨੋਂ ਸਮਰੂਪ ਨੇ। ਸਮਰੂਪ ਅਸੀਂ ਕਿਸ ਤਰ੍ਹਾਂ ਲਿਖਦੇ ਹਾਂ ਤ੍ਰਿਭੁਜ ਏ ਬੀ ਸੀ ਸਮਰੂਪ ਤ੍ਰਿਭੁਜ ਡੀ ਈ ਐਫ। ਇਹ ਸਾਨੂੰ ਉਹਨਾਂ ਨੇ ਦਿੱਤਾ। ਹੁਣ ਜਿਹੜੇ ਐਂਗਲ ਦਿੱਤੇ ਉਹ ਲਿਖ ਲਾਂਗੇ। ਇਹ ਐਂਗਲ ਦਿੱਤਾ 47 ਡਿਗਰੀ। ਆਹ ਦੇਖੋ ਇਹ ਐਂਗਲ ਕਿੰਨਾ ਵਾ 47 ਡਿਗਰੀ। ਉਸ ਤੋਂ ਬਾਅਦ ਐਂਗਲ ਈ ਦਿੱਤਾ ਹੋਇਆ ਸਾਨੂੰ ਆਹ ਵਾਲਾ 83 ਡਿਗਰੀ। ਹੁਣ ਸਾਨੂੰ ਕਹਿੰਦੇ ਕੀ ਆ ਕਿ ਜਿਹੜਾ ਐਂਗਲ ਸੀ ਆ ਇਹ ਪਤਾ ਕਰੋ ਕਿੰਨਾ ਹੋਏਗਾ। ਹੁਣ ਬੱਚਿਓ ਧਿਆਨ ਨਾਲ ਦੇਖਿਓ। ਦੇਖੋ ਜਦੋਂ 2 ਤ੍ਰਿਭੁਜਾਂ ਆਪਸ ਵਿੱਚ ਸਮਰੂਪ ਹੋਣ ਅਤੇ ਇਹਨਾਂ ਦੇ ਸੰਗਤ ਭਾਗ ਸਾਰੇ ਬਰਾਬਰ ਹੁੰਦੇ ਜੇ। ਸੰਗਤ ਭਾਗ
ਜੇ ਮੈਂ ਆਹ ਵਾਲਾ ਕੋਣ ਲਿਆ A ਤੇ ਇਹਦੇ ਸਾਹਮਣੇ ਕੋਣ D, ਇਹ ਵੀ ਓਨਾ ਹੀ ਹੋਏਗਾ। ਇਧਰੋਂ B ਕੋਣ ਇਹਦੇ ਆਹ ਕੋਣ ਦੇ ਬਰਾਬਰ ਹੋਏਗਾ, ਯਾਨੀ ਕਿ B ਕੋਣ ਵੀ ਕਿੰਨਾ ਹੋ ਗਿਆ 83 ਡਿਗਰੀ। ਹੁਣ ਜਿਹੜਾ F ਕੋਣ ਵਾ ਅਤੇ C ਕੋਣ ਇਹ ਵੀ ਬਰਾਬਰ ਹੋਣਗੇ। ਜੇ ਭੁਜਾਵਾਂ ਦੀ ਗੱਲ ਕਰਾਂਗੇ, ਸੰਗਤ ਭੁਜਾਵਾਂ ਯਾਨੀ ਕੋਰਸਪੋਂਡਿੰਗ ਐਂਗਲਸ ਅਤੇ ਕੋਰਸਪੋਂਡਿੰਗ ਸਾਈਡਸ, AB DE ਦੇ ਬਰਾਬਰ, BC EF ਦੇ ਅਤੇ AC ਜਿਹੜੀ ਹੈ DF ਦੇ ਪ੍ਰਪੋਰਸ਼ਨ 'ਚ ਹੁੰਦੀਆਂ ਨੇ। ਕੋਣ ਬਰਾਬਰ ਹੋਣਗੇ, ਭੁਜਾਵਾਂ ਪ੍ਰਪੋਰਸ਼ਨ 'ਚ ਹੁੰਦੀਆਂ ਇਹਨਾਂ ਦੀਆਂ। ਹੁਣ ਦੇਖੋ ਆਹ ਮੈਂ ਲਿਖ ਲਿਆ ਵੀ ਇਹ ਸਮਰੂਪ ਨੇ। ਹੁਣ ਆਹ ਕੋਣ ਲੱਭਣਾ, ਉਹਨਾਂ ਨੇ ਜਿਹੜਾ ਕੁਐਸਚਨ 'ਚ ਕਿਹਾ ਵੀ ਕੋਣ C ਕਿੰਨਾ ਹੋਏਗਾ। ਦੇਖੋ ਮੈਂ ਤੁਹਾਨੂੰ ਦੱਸਦਾ ਵੀ E ਅਤੇ B ਕੋਣ ਬਰਾਬਰ ਨੇ ਅਤੇ ਇਹ ਵੀ 83 ਹੋ ਗਿਆ। ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ, ਉਹ ਵਾਲੀ ਪ੍ਰੋਪਰਟੀ ਲਗਾ ਦਿਓ ਇੱਥੇ, ਅਤੇ 180 ਚੋਂ ਇਹਨਾਂ ਨੂੰ ਮਾਈਨਸ ਕਰ ਦਾਂਗੇ। ਹੁਣ ਦੇਖੋ ਕੋਣ A ਪਲੱਸ ਕੋਣ B ਪਲੱਸ ਕੋਣ C ਬਰਾਬਰ 180 ਡਿਗਰੀ। ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। A ਕੋਣ 47, B ਕੋਣ 83, C ਕੋਣ ਅਸੀਂ ਲੱਭਣਾ ਵਾ 180 ਡਿਗਰੀ, ਇਹਦੇ 'ਚੋਂ ਮਾਈਨਸ ਕਰ ਦਾਂਗੇ ਅਸੀਂ। ਇਹ ਕਿੰਨਾ ਆਇਆ 7 3 10 8 4 12 ਅਤੇ 1 13, 130 ਡਿਗਰੀ ਆ ਗਿਆ। ਮੈਂ ਸਿੱਧਾ ਹੀ ਇੱਥੇ ਲਿਖ ਦਿੰਦਾ, ਇੱਥੇ ਕੋਣ ਸੀ 180 ਡਿਗਰੀ, 130 ਜਿਹੜਾ ਆਇਆ ਵਾ ਉਹ ਪਲੱਸ ਇੱਥੇ ਸਿੱਧਾ ਮਾਈਨਸ 130 ਡਿਗਰੀ, ਅਤੇ 180 ਚੋਂ 130 ਗਏ ਅਤੇ ਕਿੰਨਾ ਆਇਆ 50 ਡਿਗਰੀ। ਯਾਨੀ ਕਿ ਜਿਹੜਾ C ਕੋਣ ਵਾ ਉਹ ਕਿੰਨਾ ਆਇਆ 50 ਡਿਗਰੀ। ਆਹ ਦੇਖੋ ਸਾਡੇ ਕੋਲ 13ਵੇਂ ਕੁਐਸਚਨ ਦੀ ਪਹਿਲੀ ਆਪਸ਼ਨ 50 ਡਿਗਰੀ। ਇਹ ਸਾਡਾ 13ਵਾਂ ਕੁਐਸਚਨ ਸੀਗਾ, ਉਹਦਾ ਆਨਸਰ ਆ ਗਿਆ ਪਹਿਲੀ ਆਪਸ਼ਨ, ਤੁਸੀਂ ਲਿਖ ਲਿਓ। ਅੱਗੇ ਕੁਐਸਚਨ ਨੰਬਰ 14 ਦੇਖੋ, x ਦੇ ਕਿਸ ਮੁੱਲ ਲਈ ਆਹ ਵਾਲੇ ਬਿੰਦੂ ਜਿਹੜੇ 3 ਦਿੱਤੇ ਨੇ ਉਹ ਸਮਰੇਖੀ ਨੇ। ਹੁਣ ਬੱਚੋ ਦੇਖੋ ਜਿਹੜੇ ਸਮਰੇਖੀ ਬਿੰਦੂ ਹੁੰਦੇ ਆ ਉਹ ਕਿਹਦੇ ਹੁੰਦੇ ਨੇ, ਤ੍ਰਿਭੁਜ ਦੇ। ਔਰ ਸਮਰੇਖੀ ਕਦੋਂ ਹੁੰਦੇ ਆ, ਜਦੋਂ ਤ੍ਰਿਭੁਜ ਦਾ ਖੇਤਰਫਲ ਬਰਾਬਰ 0 ਹੋ ਜੇ। ਹੁਣ ਉਹੀ ਫਾਰਮੂਲਾ ਲਗਾ ਕੇ ਤ੍ਰਿਭੁਜ ਦੇ ਖੇਤਰਫਲ ਵਾਲਾ ਅਤੇ ਉਹਨੂੰ ਬਰਾਬਰ 0 ਕਰ ਦਾਂਗੇ ਅਤੇ ਅਸੀਂ x ਦੀ ਵੈਲਿਊ ਫਾਈਂਡ ਕਰ ਲਾਂਗੇ। ਚਲੋ ਮੈਂ ਤੁਹਾਨੂੰ ਲਿਖ ਕੇ ਕਰਾਉਣਾ ਸਵਾਲ ਇਹ ਵਾਲਾ। ਆਹ ਦੇਖੋ ਬੱਚਿਓ, ਆਹ 3 ਬਿੰਦੂ ਦਿੱਤੇ ਨੇ, ਕਹਿੰਦੇ ਕਿ ਇਹ ਸਮਰੇਖੀ ਨੇ। ਅਤੇ ਸਮਰੇਖੀ ਕਦੋਂ ਹੁੰਦੇ ਨੇ, ਮੈਂ ਇੱਥੇ ਲਿਖ ਦਿੰਦਾ ਪੂਰਾ, ਬਿੰਦੂ ਸਮਰੇਖੀ ਹੋਣਗੇ ਕਦੋਂ ਹੋਣਗੇ, ਜਦੋਂ ਤ੍ਰਿਭੁਜ ਆਹ ਦੇਖੋ ਕਿਹੜੀ ਕਿਹੜੀ ਆ A B ਅਤੇ C, ਇਹੀ ਨਾਂ ਲਿਖਣਾ। ਤ੍ਰਿਭੁਜ ABC ਦਾ ਖੇਤਰਫਲ ਕਿਹਦੇ ਬਰਾਬਰ ਹੋਏਗਾ 0। ਆ ਜੇ ਇਹਦੀ ਕੰਡੀਸ਼ਨ। ਹੁਣ ਇੱਥੇ ਅਸੀਂ ਤ੍ਰਿਭੁਜ ABC ਦਾ ਖੇਤਰਫਲ ਉਹਦਾ ਫਾਰਮੂਲਾ ਲਿਖ ਲੈਂਦੇ ਹਾਂ, 1/2 x1 y2 ਮਾਈਨਸ y3 ਪਲੱਸ x2 y3 ਮਾਈਨਸ y1 ਪਲੱਸ x3 ਅਤੇ y1 ਮਾਈਨਸ y2। ਆਹ ਫਾਰਮੂਲਾ ਜੇ ਇਹਦਾ। ਹੁਣ ਆਹ ਦੇਖੋ ਮੈਂ ਇੱਥੇ ਸਾਰੇ ਪੁਆਇੰਟ ਲਿਖ ਦਿੰਦਾ ਵਾ। ਆਹ ਦੇਖੋ ਪਹਿਲਾ ਪੁਆਇੰਟ x1, ਆਹ y1, x2 y2, x3 y3, ਇਹਦੇ 'ਚ ਵੈਲਿਊ ਪੁੱਟ ਕਰ ਦਿੰਦੇ ਹਾਂ। 1/2 x1 ਕਿੰਨਾ ਵਾ, ਆਹ ਦੇਖੋ -3। ਬਸ ਇੱਥੋਂ ਦੇਖ ਦੇਖ ਕੇ ਅਤੇ ਵੈਲਿਊਜ਼ ਲਿਖੀ ਜਾਓ। ਆਹ ਕਿੰਨੀ ਆ ਗਈ 6, y3 ਦੀ ਕਿੰਨੀ ਆ ਗਈ 9, ਪਲੱਸ x2 7, ਅੱਗੇ ਆ ਗਿਆ y3 ਕਿੰਨਾ 9 ਅਤੇ y1 12, 9 ਮਾਈਨਸ 12, ਪਲੱਸ x3 ਕਿੰਨਾ ਆ ਗਿਆ, x3 ਦੀ ਵੈਲਿਊ x ਜੇ, y1 ਹੈਗਾ ਜੇ 12 ਅਤੇ y2 ਕਿੰਨਾ ਵਾ 9। ਆਹ ਅਸੀਂ ਸਾਰੇ ਇਹ y2 ਦੀ ਵੈਲਿਊ 6, ਇੱਥੇ 6 ਆਏਗੀ, y2 ਦੀ ਵੈਲਿਊ 6। ਇਹ ਲਿਖ ਲਈਆਂ ਸਾਰੀਆਂ ਅਸੀਂ। ਹੁਣ ਅਸੀਂ ਇਹਨਾਂ ਨੂੰ ਸੋਲਵ ਕਰ ਦਾਂਗੇ। -3 ਅਤੇ 6 - 9 ਵੀ -3 ਹੀ ਆਉਣਾ ਇੱਥੇ, ਪਲੱਸ 7, 9 - 12 ਇਹ ਵੀ -3, ਪਲੱਸ x 12 - 6 6, 1/2 -3 ਅਤੇ -3 ਨੂੰ ਗੁਣਾ ਕੀਤਾ ਅਤੇ ਕਿੰਨਾ ਆ ਗਿਆ, ਮਾਈਨਸ ਨਾਲ ਮਾਈਨਸ ਕੱਟ 3 ਤੀਏ 9, ਆਹ ਵਾਲੀ 7 ਤੀਆ 21 ਮਾਈਨਸ ਦੇ 21 ਪਲੱਸ 6x। ਹੁਣ ਆਹ ਸਾਡੇ ਕੋਲ ਇਹਨੂੰ ਵੀ ਅੱਗੇ ਇੱਕ ਵਾਰੀ ਸੋਲਵ ਕਰ ਹੀ ਲਓ। 9 ਘਟਾਓ 21 ਜਿਹੜੇ ਆ ਉਹ ਕਿੰਨੇ ਹੋਣਗੇ, 6x ਪਹਿਲਾਂ ਲਿਖ ਲੈਂਦੇ ਹਾਂ ਅਸੀਂ, ਅਤੇ 9 ਘਟਾਓ 21 ਮਾਈਨਸ ਦੇ 12,
ਹੁਣ ਦੇਖੋ ਬਿੰਦੂ ਸਮਰੇਖੀ ਨੇ ਤੇ ਆਹ ਖੇਤਰਫਲ ਆਇਆ ਤ੍ਰਿਭੁਜ ਦਾ, ਇਹ ਕਿਹਦੇ ਬਰਾਬਰ ਲੈਣਾ ਅਸੀਂ 0 ਦੇ। ਇੱਥੇ ਅਸੀਂ ਲਿਖ ਲਾਂਗੇ ਬਿੰਦੂ ਸਮਰੇਖੀ ਹਨ, ਇਸ ਲਈ 1/2 6x - 12 ਬਰਾਬਰ 0। ਹੁਣ ਆ ਜਿਹੜਾ 2 ਆ ਇਹ ਇੱਧਰ ਜਾ ਕੇ 0 ਹੋ ਜਾਏਗਾ ਅਤੇ 6x - 12 ਬਰਾਬਰ 0, ਕਿਉਂਕਿ 2 ਨੂੰ 0 ਨਾਲ ਗੁਣਾ ਕੀਤੀ 0। 6x ਇੱਧਰ -12 ਇੱਧਰ ਗਿਆ, ਪਲੱਸ ਦਾ 12 ਆ ਗਿਆ। x ਬਰਾਬਰ 12/6 ਅਤੇ 6 ਦੂਣੀ 12। ਇੱਥੋਂ x ਦੀ ਵੈਲਿਊ ਕਿੰਨੀ ਆ ਗਈ 2। ਇਹ ਆ ਗਿਆ ਇਹਦਾ ਆਨਸਰ 14ਵੇਂ ਕੁਐਸਚਨ ਦਾ। ਅਸੀਂ ਦੇਖਦੇ ਹਾਂ ਆਪਣੀ ਬੁੱਕਲੈਟ ਦੇ ਉੱਪਰ ਕਿ 14ਵੇਂ ਕੁਐਸਚਨ ਦਾ ਆਨਸਰ ਜਿਹੜਾ ਵਾ 2 ਆ ਦੇਖੋ ਆਪਸ਼ਨ ਨੰਬਰ 3। ਇਹ 14ਵੇਂ ਕੁਐਸਚਨ ਦਾ ਆਨਸਰ ਜੇ। ਅੱਗੇ ਕੁਐਸਚਨ ਨੰਬਰ 15 ਦੇਖੋ, ਬਿੰਦੂ A -5 ਤੇ 6 ਦੀ ਮੂਲ ਬਿੰਦੂ ਤੋਂ ਦੂਰੀ ਹੈ। ਹੁਣ ਜਿਹੜਾ ਮੂਲ ਬਿੰਦੂ ਹੁੰਦਾ ਤੁਹਾਨੂੰ ਪਤਾ 0 0 ਹੁੰਦਾ। ਮੈਂ ਪਿੱਛੇ ਇੱਕ ਗ੍ਰਾਫ ਵਾਲਾ ਕੁਐਸਚਨ ਕਰਾਇਆ ਸੀ, ਉਹ 'ਚ ਦੱਸਿਆ ਸੀਗਾ ਕਿ ਜਿਹੜਾ ਪੁਆਇੰਟ ਆਫ ਓਰੀਜਨ ਵਾ ਉਹ 0 0 ਹੁੰਦਾ। ਅਸੀਂ ਉਹਦੇ ਤੋਂ ਇਹਦੀ ਦੂਰੀ ਦੇਖਣੀ ਹੈ ਕਿੰਨੀ ਆ। ਡਿਸਟੈਂਸ ਫਾਰਮੂਲਾ ਲਗਾ ਕੇ ਇਹਨੂੰ ਅਸੀਂ ਸੋਲਵ ਕਰਾਂਗੇ। ਆਹ ਦੇਖੋ ਬੱਚਿਓ 15ਵੇਂ ਕੁਐਸਚਨ 'ਚ ਆਹ ਮੂਲ ਬਿੰਦੂ ਲੈ ਲਿਆ, ਆਹ ਸਾਨੂੰ ਪੁਆਇੰਟ ਦਿੱਤਾ ਸੀ, ਕਹਿੰਦੇ ਇਹਨਾਂ ਦੀ ਜਿਹੜੀ ਦੂਰੀ ਆ ਉਹ ਕਿੰਨੀ ਹੋਏਗੀ। ਡਿਸਟੈਂਸ ਫਾਰਮੂਲਾ ਲਿਖਾਂਗੇ ਇੱਥੇ, ਦੂਰੀ ਸੂਤਰ। ਇੰਗਲਿਸ਼ ਮੀਡੀਅਮ ਵਾਲੇ ਬੱਚੇ ਇੱਥੇ ਡਿਸਟੈਂਸ ਫਾਰਮੂਲਾ ਲਿਖ ਲਿਓ। ਕੀ ਫਾਰਮੂਲਾ ਹੁੰਦਾ x2 - x1 ਦਾ ਸਕੇਅਰ ਪਲੱਸ y2 - y1 ਦਾ ਸਕੇਅਰ। ਇਹ ਸਾਰਾ ਅੰਡਰ ਰੂਟ 'ਚ ਹੁੰਦਾ। ਹੁਣ ਆਹ ਦੇਖੋ ਤੁਸੀਂ ਇਹਨੂੰ ਆ ਪਹਿਲੀ ਟਰਮ x1 ਆ y1 ਆ x2 ਅਤੇ ਆ y2 ਵੈਲਿਊ ਪੁੱਟ ਕਰ ਦਿਓ ਇਹਦੇ 'ਚ। x2 -5 ਅਤੇ -0 ਇਹਦਾ ਸਕੇਅਰ ਪਲੱਸ y2 6 -0 ਦਾ ਸਕੇਅਰ। ਇੱਥੇ ਕਿੰਨਾ ਆ ਗਿਆ -5 ਅਤੇ -5 ਦਾ ਸਕੇਅਰ ਕਿੰਨਾ ਹੋਏਗਾ 25 ਪਲੱਸ 6 - 0 6 6 ਦਾ ਸਕੇਅਰ 6 ਛਿਕਾ 36। ਅਤੇ ਇਹ ਕਿਹਦੇ ਬਰਾਬਰ ਆ ਗਿਆ 6 5 11 3 2 5 ਅਤੇ 6 ਵਰਗਮੂਲ 61। ਇਹਦਾ ਵਰਗਮੂਲ ਨਹੀਂ ਨਿਕਲਣਾ ਅਤੇ ਇਹੀ ਇਹਦਾ ਆਨਸਰ ਜੇ 15ਵੇਂ ਕੁਐਸਚਨ ਦਾ। ਆਪਣੀ ਜਿਹੜੀ ਆ ਬੁੱਕਲੈਟ ਉਹਦੇ 'ਚ ਦੇਖੋ ਕਿ 15ਵੇਂ ਕੁਐਸਚਨ ਦਾ ਆਨਸਰ ਵਰਗਮੂਲ 61 ਇਕਾਈਆਂ। ਇਹ ਯੂਨਿਟਸ ਸਾਡੇ ਨਾਲ ਇਹਦੇ 'ਚ ਕੋਈ ਦਿੱਤੇ ਨਹੀਂ ਸੀ, ਇਸ ਕਰਕੇ ਇੱਥੇ ਇਕਾਈਆਂ ਲਿਖ ਦਿੱਤਾ। ਇਹ ਤੀਸਰਾ ਆਪਸ਼ਨ ਜਿਹੜਾ ਇਹਦਾ ਆਨਸਰ ਜੇ 15ਵੇਂ ਕੁਐਸਚਨ ਦਾ। ਅੱਗੇ ਦੇਖਦੇ ਹਾਂ ਕੁਐਸਚਨ ਨੰਬਰ 16। ਆਹ ਦੇਖੋ ਬੱਚਿਓ 16ਵੇਂ ਕੁਐਸਚਨ 'ਚ ਕਹਿੰਦੇ ਕਿ ਸਾਈਨ 2a ਬਰਾਬਰ 2 ਸਾਈਨ a ਸਹੀ ਹੈ ਜਦੋਂ a ਦਾ ਮੁੱਲ ਕਿੰਨਾ ਹੋਏਗਾ। ਹੁਣ ਦੇਖੋ ਅਸੀਂ ਇੱਥੇ ਜੇ ਕੋਈ ਡਿਗਰੀ ਭਰਦੇ ਹਾਂ ਅਤੇ ਫਿਰ ਮੰਨ ਲਓ 30 ਡਿਗਰੀ ਭਰ ਕੇ ਤੁਸੀਂ ਦੇਖਿਓ ਸਾਈਨ 30 ਦੀ ਵੈਲਿਊ ਕਿੰਨੀ ਅਤੇ ਸਾਈਨ 60 ਦੀ ਵੈਲਿਊ ਕਿੰਨੀ ਆ। ਉਹਨੂੰ 2 ਨਾਲ ਮਲਟੀਪਲਾਈ ਕਰਾਂਗੇ ਤਾਂ ਦੋਵੇਂ ਬਰਾਬਰ ਨਹੀਂ ਆਉਂਦੀਆਂ, ਨਾ 45 ਤੇ ਨਾ 60 'ਤੇ। ਤੁਸੀਂ ਕਰਕੇ ਦੇਖੋ ਸਿਰਫ 0 ਇੱਕ ਇਹੋ ਜਿਹਾ ਮੁੱਲ ਵਾ ਜਿੱਥੇ ਇਹ ਦੋਨੋਂ ਬਰਾਬਰ ਹੋ ਜਾਂਦੇ ਆ। ਉਹ ਕਿਸ ਤਰ੍ਹਾਂ ਹੁੰਦੇ ਆ ਆਹ ਦੇਖੋ, ਪਹਿਲਾਂ ਮੈਂ ਲਿਖ ਲੈਣਾ ਸਾਈਨ 2a, a ਦੀ ਥਾਂ 'ਤੇ ਮੈਂ 0 ਪੁੱਟ ਕੀਤਾ ਅਤੇ ਇਹ ਕਿੰਨਾ ਆਇਆ ਸਾਈਨ 2 ਦੇ ਨਾਲ 0 ਅਤੇ 2 0 ਨਾਲ ਗੁਣਾ ਕੀਤਾ ਅਤੇ ਕਿੰਨਾ ਆਇਆ ਸਾਈਨ 0 ਅਤੇ ਸਾਈਨ 0 ਕਿੰਨਾ ਹੁੰਦਾ 0। ਹੁਣ ਜਦੋਂ ਮੈਂ ਇੱਥੇ 2 ਸਾਈਨ a ਦੇ ਵਿੱਚ ਵੀ ਇਹਦੀ ਵੈਲਿਊ 0 ਪੁੱਟ ਕਰਦਾ a ਨੂੰ, ਅਤੇ ਕੀ ਆਏਗਾ 2 ਸਾਈਨ 0। ਇਸ ਤਰ੍ਹਾਂ ਮਤਲਬ ਮੈਂ ਇੱਥੇ ਉੱਪਰ ਹੀ ਲਿਖ ਦਿੰਦਾ 2 ਸਾਈਨ 0 a ਦੀ ਥਾਂ 'ਤੇ 0 ਅਤੇ ਸਾਈਨ 0 0 ਅਤੇ 0 ਗੁਣਾ 2 ਯਾਨੀ ਕਿ 2 ਗੁਣਾ 0। ਇਹ ਕਿੰਨਾ ਆਇਆ 0, ਦੋਨੋਂ ਬਰਾਬਰ ਆਏ। ਇਸ ਕਰਕੇ a ਦਾ ਮੁੱਲ ਜਿਹੜਾ ਉਹ ਕਿੰਨਾ ਹੋਏਗਾ 0 ਹੋਏਗਾ। ਇਹ ਸਾਡਾ ਆਨਸਰ ਸੀਗਾ ਇਹਦਾ ਕੁਐਸਚਨ ਨੰਬਰ 16 ਦਾ ਪਹਿਲੀ ਆਪਸ਼ਨ। ਤੁਸੀਂ 30 ਡਿਗਰੀ ਭਰ ਕੇ ਦੇਖਿਓ ਆਨਸਰ ਬਰਾਬਰ ਨਹੀਂ ਆਉਣਗੇ, ਦੂਸਰਿਆਂ 'ਤੇ ਵੀ ਨਹੀਂ ਆਉਣਗੇ। ਸਿਰਫ 0 ਇੱਕ ਇਹੋ ਜਿਹਾ ਮੁੱਲ ਸੀਗਾ ਜਿਹਦੇ 'ਤੇ ਦੋਨੋਂ ਪਾਸੇ ਬਰਾਬਰ ਆ ਗਏ। ਔਰ ਇਹੀ ਉਹਨਾਂ ਨੇ ਕੁਐਸਚਨ ਸਾਨੂੰ ਪੁੱਛਿਆ ਸੀਗਾ 16ਵੇਂ 'ਚ। ਅੱਗੇ ਦੇਖੋ ਕੁਐਸਚਨ ਨੰਬਰ 17 ਕਹਿੰਦੇ ਜੇ B ਤ੍ਰਿਭੁਜ ABC ਦਾ ਸਮਕੋਣ ਹੈ, ਯਾਨੀ ਕਿ B ਦੇ ਉੱਤੇ ਕੋਣ 90 ਡਿਗਰੀ ਬਣਿਆ ਵਾ, ਤਾਂ cos A + C ਦਾ ਮੁੱਲ ਕੀ ਹੋਵੇਗਾ। ਚਲੋ ਮੈਂ ਇਹ ਤੁਹਾਨੂੰ ਕਰਵਾ ਕੇ ਦੱਸਦਾ ਕਾਪੀ ਦੇ ਉੱਪਰ ਸਵਾਲ ਇਹ ਵਾਲਾ। 17ਵੇਂ ਕੁਐਸਚਨ ਦੀ ਮੈਂ ਡਾਇਗਰਾਮ ਬਣਾ ਲਈ। ਕੋਣ ਜਿਹੜਾ B ਦੇ ਉੱਪਰ ਸਮਕੋਣ ਦਿੱਤਾ, ਦੇਖੋ B ਦੇ ਉੱਪਰ ਸਮਕੋਣ ਆ, ਅਤੇ ਮੈਂ ਲਿਖ ਲਿਆ। ਹੁਣ ਅਸੀਂ ਵੈਲਿਊ ਕਿਹਦੀ ਫਾਈਂਡ ਕਰਨੀ ਆ cos A + C ਦੀ। ਇਹਦਾ ਮੁੱਲ ਅਸੀਂ ਕੱਢਣਾ। ਦੇਖੋ ਸਾਨੂੰ ਪਤਾ ਬੱਚਿਓ ਕਿ ਜਿਹੜੀ ਤ੍ਰਿਭੁਜ ਹੁੰਦੀ ਆ ਉਹਦੇ ਤਿੰਨਾਂ ਕੋਣਾਂ ਦਾ ਜੋੜ ਕਿੰਨਾ ਹੁੰਦਾ 180 ਡਿਗਰੀ। ਮੈਂ ਕੀ ਲਿਖਾਂਗਾ ਇੱਥੇ, ਇਸ ਤਰ੍ਹਾਂ ਲਿਖ ਲਓ ਜਾਂ ਸਿੱਧਾ ਲਿਖ ਲਓ A + B + C ਬਰਾਬਰ
180 डिग्री। वो मैं ਤਾਂ ਲਿਖ ਲਿਆ ਕਿਉਂਕਿ ਇਹਦੇ ਨਾਲ ਕੋਣ ਨਹੀਂ ਸੀ ਪਾਇਆ ਹੋਇਆ। ਤੇ ਸਿੱਧਾ ਲਿਖ ਲੈਂਦੇ ਹਾਂ ਅਸੀਂ A+B ਯਾਨੀ ਕਿ ਤਿੰਨੇ ਕੋਣਾਂ ਦਾ ਜੋੜ 180 ਡਿਗਰੀ। ਹੁਣ ਦੇਖੋ ਸਾਨੂੰ A+C ਇੱਕ ਪਾਸੇ ਚਾਹੀਦਾ, B ਦੇ ਉੱਤੇ ਕੋਣ 90 ਡਿਗਰੀ ਆ। ਮੈਂ ਇੱਥੇ B ਦੀ ਵੈਲਿਊ ਪੁੱਟ ਕਰ ਦਿੰਦਾ 90 ਡਿਗਰੀ ਪਲੱਸ C ਬਰਾਬਰ 180। ਹੁਣ ਆ 90 ਇੱਧਰ ਜਾ ਕੇ ਮਾਈਨਸ ਹੋ ਜਾਏਗਾ, ਇੱਧਰ ਕੀ ਬਚਿਆ A+C 180 ਡਿਗਰੀ ਮਾਈਨਸ 90 ਡਿਗਰੀ। ਤੇ A+C ਦਾ ਮੁੱਲ ਕਿੰਨਾ ਆ ਗਿਆ 90 ਡਿਗਰੀ। ਹੁਣ ਸਾਨੂੰ ਚਾਹੀਦਾ ਕੀ ਆ cos A+C। ਦੋਵੇਂ ਪਾਸੇ cos ਨਾਲ ਗੁਣਾ ਕਰਨ 'ਤੇ ਦੋਵੇਂ ਪਾਸੇ cos ਨਾਲ ਗੁਣਾ ਕਰਾਂਗੇ ਤਾਂ ਕੀ ਆ ਗਿਆ ਇੱਧਰ cos A+C ਆ ਗਿਆ ਅਤੇ ਦੂਸਰੇ ਪਾਸੇ ਕੀ ਆ ਗਿਆ cos 90 ਡਿਗਰੀ। ਹੁਣ ਦੇਖੋ ਜਿਹੜਾ cos 90 ਡਿਗਰੀ ਦਾ ਜਿਹੜਾ ਵਾ ਉਹ ਮੁੱਲ ਕਿੰਨਾ ਵਾ 0। cos 90 ਕਿੰਨਾ ਹੁੰਦਾ 0 ਅਤੇ cos A+C ਕਿਹਦੇ ਬਰਾਬਰ ਆ ਗਿਆ ਬੱਚਿਓ 17ਵੇਂ ਕੁਐਸਚਨ ਦਾ ਇਹੀ ਆਨਸਰ ਆਇਆ ਜੇ। ਆ ਦੇਖੋ ਇੱਥੇ ਆਪਣੀ ਬੁਕਲੈਟ ਦੇ ਉੱਪਰ ਦੇਖੋ ਪਹਿਲੀ ਆਪਸ਼ਨ ਕਿ cos A+B ਦਾ ਆਨਸਰ ਕੀ ਹੋਏਗਾ 0। ਅੱਗੇ ਦੇਖੋ ਕੁਐਸਚਨ ਨੰਬਰ 18। ਇੱਕ ਟਾਵਰ ਦੀ ਉਚਾਈ 10 ਮੀਟਰ ਹੈ। ਜਦੋਂ ਸੂਰਜ ਦਾ ਉਚਾਣ ਕੋਣ 45 ਡਿਗਰੀ ਹੋਵੇ ਤਾਂ ਇਸ ਦੇ ਪਰਛਾਵੇਂ ਦੀ ਲੰਬਾਈ ਕੀ ਹੋਵੇਗੀ। ਹੁਣ ਇਹ ਵੀ ਮੈਂ ਤੁਹਾਨੂੰ ਡਾਇਗਰਾਮ ਬਣਾ ਕੇ ਦੱਸਦਾ। ਟਾਵਰ ਦੀ ਉਚਾਈ 10 ਮੀਟਰ ਦਿੱਤੀ ਆ ਅਤੇ ਉਚਾਣ ਕੋਣ 45 ਡਿਗਰੀ ਦਿੱਤਾ। ਆ ਦੇਖੋ ਬੱਚਿਓ 18ਵੇਂ ਕੁਐਸਚਨ ਦੀ ਮੈਂ ਡਾਇਗਰਾਮ ਬਣਾ ਲਈ ਆ। ਦੇਖੋ ਇਹ ਟਾਵਰ ਵਾ, ਮੰਨ ਲਓ BC ਟਾਵਰ 10 ਮੀਟਰ ਉੱਚਾ ਵਾ। ਇਹਦਾ ਪਰਛਾਵਾਂ ਬਣਿਆ ਇੱਥੇ ਜ਼ਮੀਨ 'ਤੇ AB ਪਰਛਾਵਾਂ ਹੋ ਗਿਆ ਅਤੇ ਇਹੀ ਪਰਛਾਵਾਂ ਜਿਹੜਾ ਜਿਹੜੇ ਪਾਸੇ ਬਣਿਆ ਵਾ ਮੈਂ ਇੱਥੇ ਥੱਲੇ ਲਿਖ ਦਿੰਦਾ ਇੱਥੇ ਕਿ ਆਹ ਪਰਛਾਵਾਂ ਵਾ, ਇੱਧਰ ਟਾਵਰ ਵਾ ਸਿੱਧਾ ਅਤੇ ਇਹ ਜਿਹੜਾ ਪਾਸਾ ਵਾ ਇਹਦਾ ਜਿਹੜਾ ਉਚਾਣ ਕੋਣ ਇੱਥੋਂ ਬਣਿਆ ਉਹ 45 ਡਿਗਰੀ ਆ ਮੈਂ ਲਿਖ ਲਿਆ। ਇਹ ਪਾਸਾ ਹੁੰਦਾ ਜੇ ਆਧਾਰ, ਆਹ ਵਾਲਾ ਪਾਸਾ ਹੁੰਦਾ ਜੇ ਲੰਬ ਅਤੇ ਇਹਨੂੰ ਅਸੀਂ ਬੋਲਦੇ ਹਾਂ ਕਰਨ। ਹੁਣ ਦੇਖੋ ਸਾਨੂੰ ਚਾਹੀਦਾ ਕੀ ਆ ਆਧਾਰ ਵਾਲਾ ਪਾਸਾ। ਲੰਬ ਸਾਨੂੰ ਦਿੱਤਾ ਅਤੇ ਲੰਬ ਬਟਾ ਆਧਾਰ ਜਿਹੜਾ ਉਹ ਕਿਹਦੇ ਬਰਾਬਰ ਹੁੰਦਾ ਵਾ ਟੈਨ ਦੇ। ਆ ਦੇਖੋ ਮੈਂ ਤੁਹਾਨੂੰ ਆਹ ਪਿਛਲੀ ਵੀਡੀਓ 'ਚ ਵੀ ਦੱਸਿਆ ਸੀਗਾ, ਜਿਹੜੀਆਂ ਮੇਰੀਆਂ ਵਰਕਸ਼ੀਟਸ ਦੇ ਉੱਪਰ ਵੀਡੀਓਜ਼ ਬਣੀਆਂ ਸੀ ਉਹਨਾਂ ਵਿੱਚ। ਔਰ ਇਹਨਾਂ ਸਾਰੀਆਂ ਵੀਡੀਓਜ਼ ਦੇ ਲਿੰਕ ਜਿਹੜੇ ਮੈਂ ਡਿਸਕ੍ਰਿਪਸ਼ਨ 'ਚ ਦਿੱਤੇ ਹੋਏ ਨੇ। ਪੰਡਤ ਬਦਰੀ ਪ੍ਰਸਾਦ ਹਰ ਹਰ ਬੋਲ, ਇਹ ਪਹਿਲੀ ਵੈਲਿਊ ਹੁੰਦੀ ਜੇ ਸਾਈਨ ਦੀ, ਫਿਰ ਕੌਸ ਦੀ ਅਤੇ ਫਿਰ ਟੈਨ ਦੀ। ਇਸੇ ਤਰ੍ਹਾਂ ਹੀ ਇੱਧਰਲੇ ਪਾਸੇ ਕੋਸੀਕੈਂਟ, ਆਹ ਸੀਕੈਂਟ ਅਤੇ ਆਹ ਕੋਟੇਂਜੈਂਟ ਯਾਨੀ ਕੌਟ ਦੀ। ਹੁਣ ਦੇਖੋ ਤੁਸੀਂ ਜਾਂ ਕੌਟ ਲੈ ਲਓ ਜਾਂ ਟੈਨ ਲੈ ਲਓ। ਪਰਪੈਂਡੀਕੂਲਰ ਓਵਰ ਬੇਸ ਲੰਬ ਬਟਾ ਆਧਾਰ, ਆਧਾਰ ਅਸੀਂ ਕੱਢਣਾ ਵਾ ਟੈਨ ਨਾਲ ਵੀ ਨਿਕਲ ਜਾਣਾ ਅਤੇ ਕੌਟ ਨਾਲ ਵੀ। ਇਹ ਤੁਹਾਡੀ ਆਪਣੀ ਚੋਇਸ ਹੋਏਗੀ ਵੀ ਤੁਸੀਂ ਕੀ ਲੈਣਾ। ਮੈਂ ਤੁਹਾਨੂੰ ਟੈਨ ਨਾਲ ਸਵਾਲ ਕਰ ਦਿੰਦਾ। ਦੇਖੋ ਇਨ ਟਰਾਈਐਂਗਲ ABC ਯਾਨੀ ਕਿ ਤ੍ਰਿਭੁਜ ABC ਦੇ ਵਿੱਚ ਕੀ ਆ ਐਂਗਲ CAB ਕਿੰਨਾ ਦਿੱਤਾ ਆ 45 ਡਿਗਰੀ। ਆਹ ਜਿਹੜਾ ਉਚਾਣ ਕੋਣ ਵਾ ਤੁਸੀਂ ਭਾਵੇਂ ਇੱਥੇ ਉਚਾਣ ਕੋਣ ਲਿਖ ਲਿਓ, ਉਚਾਣ ਕੋਣ ਬਰਾਬਰ 45 ਡਿਗਰੀ। ਅਤੇ ਟਾਵਰ ਦੀ ਲੰਬਾਈ ਕਿੰਨੀ ਦਿੱਤੀ ਹੋਈ ਆ, ਟਾਵਰ ਦੀ ਲੰਬਾਈ CB ਉਹ ਕਿੰਨਾ ਵਾ 10 ਮੀਟਰ। ਹੁਣ ਦੇਖੋ ਸਿੱਧਾ ਫਾਰਮੂਲਾ ਇਹਦਾ ਲੱਗੇਗਾ ਟੈਨ 45 ਡਿਗਰੀ ਲੰਬ ਬਟਾ ਆਧਾਰ ਯਾਨੀ ਕਿ BC ਬਟਾ BA। ਟੈਨ 45 ਦਾ ਮੁੱਲ 1, BC ਜਿਹੜਾ ਵਾ ਉਹ ਕਿੰਨਾ ਦਿੱਤਾ ਹੈ 10 ਮੀਟਰ ਜਾਂ CB ਜਾਂ BC ਇਹ 10 ਆ ਗਿਆ ਅਤੇ BA ਇਹ ਆਧਾਰ ਦੀ ਅਸੀਂ ਜਿਹੜੀ ਹੈ ਲੰਬਾਈ ਪਤਾ ਕਰਨੀ ਆ। ਇਹਨੂੰ ਕ੍ਰੋਸ ਮਲਟੀਪਲਾਈ ਕਰਾਂਗੇ, BA ਨੂੰ 1 ਨਾਲ ਮਲਟੀਪਲਾਈ ਕੀਤਾ ਅਤੇ ਕਿੰਨਾ ਆਏਗਾ ਸੇਮ। BA ਬਰਾਬਰ 10 ਮੀਟਰ ਯਾਨੀ ਕਿ ਇਹਦੀ ਜਿਹੜੀ ਲੰਬਾਈ ਪਰਛਾਵੇਂ ਦੀ ਆਈ ਉਹ ਵੀ ਕਿੰਨੀ ਆਈ 10 ਮੀਟਰ। ਚਲੋ ਦੇਖਦੇ ਹਾਂ ਅਸੀਂ ਕੁਐਸਚਨ ਨੰਬਰ 18। ਆ ਦੇਖੋ ਪਹਿਲੀ ਆਪਸ਼ਨ 10 ਮੀਟਰ ਯਾਨੀ ਕਿ ਪਰਛਾਵੇਂ ਦੀ ਲੰਬਾਈ ਵੀ ਕਿੰਨੀ ਹੋਏਗੀ 10 ਮੀਟਰ। ਅੱਗੇ ਦੇਖੋ ਕੁਐਸਚਨ ਨੰਬਰ 19। ਇੱਕ ਡੰਡੇ ਅਤੇ ਇਸ ਦੇ ਪਰਛਾਵੇਂ ਦੀ ਲੰਬਾਈ ਦਾ ਅਨੁਪਾਤ 1:3 ਹੈ। ਸੂਰਜ ਦਾ ਉਚਾਣ ਕੋਣ ਕੀ ਹੋਵੇਗਾ। ਚਲੋ ਇਹ ਵੀ ਤੁਹਾਨੂੰ ਮੈਂ ਦੱਸਦਾ ਵਾਂ। ਆ ਦੇਖੋ ਬੱਚਿਓ 19ਵੇਂ ਕੁਐਸਚਨ 'ਚ ਕਹਿੰਦੇ ਵੀ ਇੱਕ ਆਹ ਡੰਡਾ ਵਾ, ਮੰਨ ਲਓ ਜਿਸ ਤਰ੍ਹਾਂ AB ਇੱਕ ਡੰਡਾ ਹੋਵੇ ਅਤੇ ਇਹਦਾ ਪਰਛਾਵਾਂ ਜਿਹੜਾ ਵਾ ਉਹ ਆਧਾਰ ਬਣ ਗਿਆ ਆ BC। ਕਹਿੰਦੇ ਇਹਨਾਂ ਦੋਵਾਂ ਦਾ ਅਨੁਪਾਤ ਕਿੰਨਾ ਵਾ 1:3 ਨਾਲ ਵਰਗਮੂਲ 3। ਆਹ ਅਨੁਪਾਤ ਦਿੱਤਾ ਕਿਹਦਾ ਡੰਡੇ ਦੀ ਲੰਬਾਈ ਅਤੇ ਉਹਦੇ ਪਰਛਾਵੇਂ ਦੇ ਵਿੱਚ। ਅਤੇ ਕਹਿੰਦੇ ਸੂਰਜ ਦਾ ਉਚਾਣ ਕੋਣ ਕਿੰਨਾ ਹੋਏਗਾ ਯਾਨੀ ਕਿ ਅਸੀਂ ਆਹ ਪਤਾ ਕਰਨਾ ਉਚਾਣ ਕੋਣ ਕਿੰਨਾ ਹੋਏਗਾ। ਅਤੇ ਅਸੀਂ ਕੋਣ ਮੰਨ ਲੈਂਦੇ ਥੀਟਾ ਵਾ,
ਠੀਕ ਆ। ਸਾਨੂੰ ਡੰਡੇ ਦੀ ਲੰਬਾਈ ਅਤੇ ਉਹਦੇ ਪਰਛਾਵਾਂ ਲੰਬ 'ਤੇ ਆਧਾਰ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਅਸੀਂ ਪਿਛਲਾ ਸਵਾਲ ਕੀਤਾ ਸੀਗਾ ਟੈਨ ਲੈ ਕੇ ਉਸੇ ਤਰ੍ਹਾਂ ਕਰਾਂਗੇ। ਦੇਖੋ ਅਸੀਂ ਲਿਖਣਾ ਕਿਸ ਤਰ੍ਹਾਂ ਵਾ। ਸਭ ਤੋਂ ਪਹਿਲਾਂ ਅਸੀਂ ਇੱਥੇ ਕੀ ਲਿਖਾਂਗੇ ਕਿ ਏ ਬੀ ਦੇ ਅਨੁਪਾਤ ਪਾ ਲਓ ਚਾਹੇ ਬੀ ਸੀ ਕਿਹਦੇ ਬਰਾਬਰ ਆ 1 ਅਨੁਪਾਤ ਵਰਗਮੂਲ 3 ਅਤੇ ਅਨੁਪਾਤ ਨੂੰ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਏ ਬੀ ਬਟਾ ਬੀ ਸੀ ਬਰਾਬਰ 1 ਬਟਾ ਵਰਗਮੂਲ 3। ਹੁਣ ਦੇਖੋ ਇਹਦਾ ਉਚਾਣ ਕੋਣ ਅਸੀਂ ਕਿੰਨਾ ਲੈ ਲਿਆ ਥੀਟਾ। ਮੈਂ ਇੱਥੇ ਲਿਖ ਦਿੰਦਾ ਉਚਾਣ ਕੋਣ ਬਰਾਬਰ ਥੀਟਾ। ਹੁਣ ਇਹ ਲੰਬ ਬਟਾ ਆਧਾਰ ਮੈਂ ਤੁਹਾਨੂੰ ਪਿਛਲੇ ਸਵਾਲ 'ਚ ਵੀ ਦੱਸਿਆ ਕਿ ਟੈਨ ਦਾ ਹੁੰਦਾ ਫਾਰਮੂਲਾ ਅਤੇ ਟੈਨ ਥੀਟਾ ਬਰਾਬਰ ਕਿੰਨਾ ਆ ਗਿਆ ਏ ਬੀ ਬਟਾ ਬੀ ਸੀ ਅਤੇ ਏ ਬੀ ਦੀ ਵੈਲਿਊ 1 ਅਤੇ ਬੀ ਸੀ ਦੀ ਵਰਗਮੂਲ 3 ਆ ਲਿਖ ਲਈ ਇੱਥੇ। ਹੁਣ ਟੈਨ ਥੀਟੇ 'ਚ ਆ 1 ਬਟਾ ਵਰਗਮੂਲ 3 ਵੈਲਿਊ ਜਿਹੜੀ ਕਿੰਨੀ ਡਿਗਰੀ 'ਤੇ ਹੁੰਦੀ ਆ ਟੈਨ ਆ ਵਾਲੀ ਵੈਲਿਊ 30 ਡਿਗਰੀ ਦੀ। ਹੁਣ ਟੈਨ ਨਾਲ ਟੈਨ ਕੱਟਿਆ ਗਿਆ ਅਤੇ ਥੀਟਾ ਬਰਾਬਰ ਕਿੰਨਾ ਆ ਗਿਆ 30 ਡਿਗਰੀ ਆਨਸਰ। ਆਹ ਸਾਡਾ 19ਵਾਂ ਕੁਐਸਚਨ ਸੀਗਾ। ਥੀਟਾ ਕਿੰਨਾ ਆਇਆ 30 ਡਿਗਰੀ। ਆ ਦੇਖੋ ਇੱਥੇ ਬੁਕਲੈਟ ਦੇ ਵਿੱਚ ਆ ਦੇਖੋ ਥੀਟਾ 30 ਡਿਗਰੀ। ਪਹਿਲਾ ਕੁਐਸਚਨ ਦਾ ਆਨਸਰ ਜਿਹੜਾ ਆਪਸ਼ਨ ਨੰਬਰ 1 ਵਾ 19ਵੇਂ ਕੁਐਸਚਨ ਦੀ ਪਹਿਲੀ ਆਪਸ਼ਨ ਵਾ ਥੀਟਾ ਬਰਾਬਰ 30 ਡਿਗਰੀ। ਇਹ ਸੀਗਾ ਕੁਐਸਚਨ ਨੰਬਰ 19। ਅੱਗੇ ਦੇਖੋ ਕੁਐਸਚਨ ਨੰਬਰ 20 ਦਿੱਤੇ ਚਿੱਤਰ ਵਿੱਚ ਇੱਕ ਬਾਹਰੀ ਬਿੰਦੂ P ਤੋਂ ਉਹ ਕੇਂਦਰ ਵਾਲੇ ਚੱਕਰ 'ਤੇ ਦੋ ਸਪਰਸ਼ ਰੇਖਾਵਾਂ PA ਅਤੇ PB ਹੈ। ਜੇਕਰ CD ਇਸੇ ਚੱਕਰ ਦੇ ਬਿੰਦੂ E 'ਤੇ ਸਪਰਸ਼ ਰੇਖਾ ਹੈ ਅਤੇ PA ਬਰਾਬਰ 14 ਸੈਂਟੀਮੀਟਰ ਹੋਵੇ ਤਾਂ ਤ੍ਰਿਭੁਜ PCD ਦਾ ਘੇਰਾ ਪਤਾ ਕਰੋ। ਆ ਦੇਖੋ ਬੱਚਿਓ ਇੱਥੇ ਤ੍ਰਿਭੁਜ ਬਣਦੀ ਪਈ ਆ PC ਅਤੇ D ਅਤੇ ਕਹਿੰਦੇ ਵੀ ਇਹ ਸਾਨੂੰ ਦੱਸੋ ਵੀ ਇਹ ਕਿੰਨਾ ਹੋਏਗਾ। ਚਲੋ ਮੈਂ ਤੁਹਾਨੂੰ ਇਹਨੂੰ ਸੋਲਵ ਕਰਕੇ ਦੱਸਦਾ। ਆ ਦੇਖੋ ਬੱਚਿਓ 20ਵੇਂ ਕੁਐਸਚਨ ਦੀ ਡਾਇਗਰਾਮ ਮੈਂ ਆ ਬਣਾ ਲਈ ਆ। ਇਹਦੇ 'ਚ ਕਹਿੰਦੇ ਕਿ ਜਿਹੜਾ PA ਆ ਸਪਰਸ਼ ਰੇਖਾ ਉਹਦੀ ਲੰਬਾਈ ਕਿੰਨੀ 14 ਸੈਂਟੀਮੀਟਰ। ਹੁਣ ਦੇਖੋ ਬੱਚਿਓ ਜਿਹੜੇ ਸਪਰਸ਼ ਰੇਖਾਵਾਂ ਹੁੰਦੀਆਂ ਦੋਨਾਂ ਦੀ ਲੰਬਾਈਆਂ ਬਰਾਬਰ ਹੁੰਦੀਆਂ ਜੇ PB ਦੀ ਲੰਬਾਈ ਵੀ 14 ਸੈਂਟੀਮੀਟਰ ਹੋਵੇਗੀ। ਉਸ ਤੋਂ ਬਾਅਦ ਇਹਦੇ 'ਚ ਪਤਾ ਕੀ ਕਰਨਾ ਵਾ ਜਿਹੜੀ ਤ੍ਰਿਭੁਜ ਬਣਦੀ ਪਈ ਆ PCD ਕਹਿੰਦੇ ਇਹਦਾ ਘੇਰਾ ਪਤਾ ਕਰੋ ਯਾਨੀ ਕਿ ਆ ਬਾਹਰੋਂ ਇਹਦਾ ਪਰਿਮਾਪ ਕਿੰਨਾ ਹੋਵੇਗਾ ਇਹ ਪਤਾ ਕਰਨਾ ਅਸੀਂ। ਇਹ ਵੀ ਇੱਕ ਸਪਰਸ਼ ਰੇਖਾ ਵਾ ਇੱਥੇ ਅਤੇ ਇਹ ਬਿੰਦੂ C ਅਤੇ D 'ਤੇ ਆਪਸ ਵਿੱਚ ਮਿਲਦੀਆਂ ਨੇ। ਹੁਣ ਦੇਖੋ ਇਹਨੂੰ ਸੋਲਵ ਕਿਸ ਤਰ੍ਹਾਂ ਕਰਨਾ। ਸਭ ਤੋਂ ਪਹਿਲਾਂ ਅਸੀਂ ਲਿਖ ਲਾਂਗੇ ਕਿ ਸਪਰਸ਼ ਰੇਖਾ ਦੀ ਲੰਬਾਈ ਜਿਹੜੀ ਕਿੰਨੀ ਦਿੱਤੀ ਆ PA ਬਰਾਬਰ 14 ਸੈਂਟੀਮੀਟਰ। ਮੈਂ ਤੁਹਾਨੂੰ ਦੱਸਿਆ ਵੀ ਦੂਜੀ ਸਪਰਸ਼ ਰੇਖਾ ਦੀ ਵੀ ਲੰਬਾਈ ਵੀ ਇੰਨੀ ਹੋਏਗੀ ਕਿਉਂਕਿ ਸਪਰਸ਼ ਰੇਖਾਵਾਂ ਆਪਸ 'ਚ ਬਰਾਬਰ ਹੁੰਦੀਆਂ ਨੇ। ਹੁਣ CE ਅਤੇ ਜਿਹੜਾ CA ਆ ਇਹ ਦੋਨੋਂ ਬਰਾਬਰ ਹੋਣਗੇ ਕਿਉਂ ਕਿਉਂਕਿ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਬਾਹਰੀ ਬਿੰਦੂ ਤੋਂ ਚੱਕਰ ਦੀਆਂ ਸਪਰਸ਼ ਰੇਖਾਵਾਂ ਦੀਆਂ ਲੰਬਾਈਆਂ ਬਰਾਬਰ ਹੁੰਦੀਆਂ ਨੇ। ਇਸੇ ਤਰ੍ਹਾਂ ਆ ਵੀ ਚੱਕਰ ਦੇ ਬਾਹਰ ਬਿੰਦੂ ਆ ਇੱਥੋਂ ਖਿੱਚੀ ਗਈ ਸਪਰਸ਼ ਰੇਖਾ A ਅਤੇ CE ਇਹ ਦੋਨੋਂ ਕੀ ਹੋਣਗੇ ਇਹ ਵੀ ਬਰਾਬਰ ਹੋਣਗੇ ਅਤੇ ਮੈਂ ਇੱਥੇ ਲਿਖ ਲਾਂਗਾ CE ਬਰਾਬਰ CA ਕਿਉਂਕਿ C ਕੀ ਹੈ ਚੱਕਰ ਦਾ ਇੱਕ ਬਾਹਰੀ ਬਿੰਦੂ। ਇਸੇ ਤਰ੍ਹਾਂ D ਦਾ ਵੀ ਲਿਖ ਲਾਂਗੇ ਕਿ DE ਬਰਾਬਰ DB DE ਬਰਾਬਰ DB ਕਿਉਂਕਿ ਆ ਵੀ D ਵੀ ਬਾਹਰੀ ਬਿੰਦੂ ਆ ਅਤੇ ਇੱਥੋਂ ਸਪਰਸ਼ ਰੇਖਾ DE ਅਤੇ DB ਇਹ ਵੀ ਆਪਸ 'ਚ ਬਰਾਬਰ ਹੋਣਗੀਆਂ। ਹੁਣ ਦੇਖੋ ਤ੍ਰਿਭੁਜ PCD ਦਾ ਘੇਰਾ ਅਸੀਂ ਇਹ ਪਤਾ ਕਰਨਾ ਵਾ ਵੀ ਇਹ ਕਿੰਨਾ ਹੋਏਗਾ ਅਤੇ ਘੇਰਾ ਕਿਸ ਤਰ੍ਹਾਂ ਹੁੰਦਾ ਵਾ ਦੇਖੋ PC ਪਲੱਸ PD ਅਤੇ ਪਲੱਸ CD ਇਹ ਤਿੰਨੇ ਸਾਈਡਾਂ ਜੋੜ ਦਾਂਗੇ PC ਪਲੱਸ PD ਅਤੇ ਪਲੱਸ CD ਇਹ ਤਿੰਨੇ ਸਾਈਡਾਂ ਜੋੜੀਆਂ ਅਤੇ ਕਿਹਦੇ ਬਰਾਬਰ ਆ ਗਿਆ ਘੇਰੇ ਦੇ। ਹੁਣ ਦੇਖੋ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਸੋਲਵ ਕਰਨਾ ਵਾ PC ਪਲੱਸ PD ਜਿਹੜਾ CD ਸਾਈਡ ਵਾ ਇਹ ਦੇਖੋ ਕਿਹਦੇ ਬਰਾਬਰ ਆ CE ਪਲੱਸ ED ਦੇ CE ਪਲੱਸ ED ਦੇ। ਆ ਦੇਖੋ ਇੱਥੋਂ CE ਪਲੱਸ ED ਆ ਜਿਹੜੀ ਆ ਇਹ ਪੂਰੀ CD ਭੁਜਾ ਬਣ ਗਈ ਅਤੇ CE 'ਚ ED ਜੋੜਦੀ ਹੈ ਅਤੇ ਉਹ CD ਹੋ ਜਾਂਦੀ ਆ। ਆਹ ਵੱਖਰਾ ਵੱਖਰਾ ਕਰਕੇ ਲਿਖ ਲਿਆ। ਹੁਣ PC ਪਲੱਸ PD ਪਲੱਸ ਆ ਦੇਖੋ CE ਕਿਹਦੇ ਬਰਾਬਰ ਆ CA ਦੇ ਅਤੇ ED DB ਦੇ। ਮੈਂ ਇਹ ਲਿਖ ਲਿਆ ਇਹਨਾਂ ਦੀ ਜਗ੍ਹਾ 'ਤੇ ਆਹ ਜਿਹੜੇ ਅਸੀਂ ਪਹਿਲਾਂ ਪ੍ਰੂਵ ਕੀਤੇ ਸੀ। ਹੁਣ ਆਹ ਦੇਖੋ PC ਅਤੇ CA ਇਕੱਠੇ ਕਰ ਲਾਂਗੇ ਕਿਉਂਕਿ ਆਹ ਦੇਖੋ ਡਾਇਗਰਾਮ 'ਚ PC ਅਤੇ CA ਇੱਕੋ ਸਾਈਡ 'ਤੇ ਆ ਰਹੇ ਆ
ਤੇ PD ਤੇ DB ਇੱਕੋ ਸਾਈਡ ਤੇ ਆ ਰਹੇ, ਇਕੱਠੇ ਕਰ ਲਾਂਗੇ। PC ਪਲੱਸ CA ਤੇ ਦੂਸਰੇ ਪਾਸੇ PD ਪਲੱਸ DB, ਇਹ ਦੋਵੇਂ ਇਕੱਠੇ ਹੋ ਗਏ। ਇਹ PC ਪਲੱਸ CA ਮਿਲ ਕੇ ਕੀ ਬਣਿਆ, PC ਪਲੱਸ CA ਮਿਲ ਕੇ ਕੀ ਬਣਿਆ PA, ਤੇ PD ਪਲੱਸ DB ਮਿਲ ਕੇ PB। ਕੀ ਆ ਗਿਆ ਇਹ PA ਪਲੱਸ PB। ਹੁਣ PA ਦੀ ਲੰਬਾਈ ਕਿੰਨੀ ਸੀ 14 ਸੈਂਟੀਮੀਟਰ ਤੇ PB ਦੀ ਵੀ 14 ਸੈਂਟੀਮੀਟਰ ਸੀ, ਤੇ ਦੋਨਾਂ ਦਾ ਜੋੜ ਕਿੰਨਾ ਆ ਗਿਆ 28 ਸੈਂਟੀਮੀਟਰ। ਤੇ ਇਹੀ ਸਾਡਾ ਆਨਸਰ ਜੇ ਕਿ ਜਿਹੜੀ ਤ੍ਰਿਭੁਜ ਦਾ ਘੇਰਾ ਜਿਹੜਾ ਵਾ ਉਹ ਕਿੰਨਾ ਵਾ 28 ਸੈਂਟੀਮੀਟਰ। ਅਸੀਂ ਦੇਖਦੇ ਹਾਂ ਇੱਥੇ ਬੁੱਕਲੈਟ ਦੇ ਉੱਪਰ, ਆ ਦੇਖੋ ਪਹਿਲੀ ਆਪਸ਼ਨ 28 ਸੈਂਟੀਮੀਟਰ। ਇਹ ਸੀਗਾ ਬੱਚਿਓ ਕੁਐਸਚਨ ਨੰਬਰ 20। ਅੱਗੇ ਦੇਖੋ ਕੁਐਸਚਨ ਨੰਬਰ 21 ਕੀ ਆ। ਚਿੱਤਰ ਵਿੱਚ ਇੱਕ ਜਿਹੜਾ ਚੱਕਰ ਦਿਖਾਇਆ ਗਿਆ ਉਹ ਇੱਕ ਚਤੁਰਭੁਜ ABCD ਦੇ ਸਾਰੇ ਪਾਸਿਆਂ ਨੂੰ ਛੂੰਹਦਾ ਹੈ, ਜਿਸ ਦੀਆਂ ਤਿੰਨ ਭੁਜਾਵਾਂ AB ਬਰਾਬਰ 6 ਸੈਂਟੀਮੀਟਰ, BC ਬਰਾਬਰ 7 ਸੈਂਟੀਮੀਟਰ, CD ਬਰਾਬਰ 4 ਸੈਂਟੀਮੀਟਰ ਹਨ, ਤਾਂ AD ਪਤਾ ਕਰੋ। ਅਸੀਂ ਇਹਦੇ ਵਿੱਚੋਂ ਆਹ ਦੇਖੋ ਆਹ ਡਾਇਗਰਾਮ ਦਿੱਤੀ ਹੋਈ ਆ, ਅਸੀਂ ਇਹਦੇ 'ਚੋਂ AD ਦੀ ਵੈਲਿਊ ਪਤਾ ਕਰਨੀ ਆ ਵੀ AD ਕਿੰਨਾ ਹੋਏਗਾ। ਚਲੋ ਦੇਖਦੇ ਹਾਂ ਇਹਦਾ ਸੋਲੂਸ਼ਨ। ਆਹ ਦੇਖੋ ਬੱਚਿਓ 21ਵੇਂ ਕੁਐਸਚਨ ਦੀ ਮੈਂ ਡਾਇਗਰਾਮ ਬਣਾ ਲਈ, ਤੁਹਾਡੀ ਬੁੱਕ ਨਾਲੋਂ ਥੋੜ੍ਹੀ ਜਿਹੀ ਡਿਫਰੈਂਟ ਹੋਏਗੀ। ਮੈਂ ਇਸ ਤਰ੍ਹਾਂ ਡਾਇਗਰਾਮ ਬਣਾ ਲਈ ਤੁਹਾਨੂੰ ਸਮਝਾਉਣ ਵਾਸਤੇ। ਆਹ ਵੈਲਿਊਜ਼ ਦਿੱਤੀਆਂ ਸੀ, AB ਦੀ ਵੈਲਿਊ ਕਿੰਨੀ ਸੀ 6 ਸੈਂਟੀਮੀਟਰ ਪੂਰੀ, ਇੱਥੋਂ ਲੈ ਕੇ ਤੇ ਇੱਥੋਂ ਤੱਕ 6 ਸੈਂਟੀਮੀਟਰ। ਇਸੇ ਤਰ੍ਹਾਂ ਹੀ ਬਾਕੀ BC ਦੀ ਵੈਲਿਊ ਦਿੱਤੀ ਹੈ ਇੱਧਰ 7 ਸੈਂਟੀਮੀਟਰ ਤੇ CD 4 ਸੈਂਟੀਮੀਟਰ, ਤੇ ਕਹਿੰਦੇ AD ਪਤਾ ਕਰਨਾ। ਹੁਣ ਅਸੀਂ ਕਰਨਾ ਕੀ ਆ, ਆ ਦੇਖੋ ਇਹ ਚੱਕਰ ਦਾ ਬਾਹਰੀ ਬਿੰਦੂ ਹੈ, ਤੇ ਇਹਦੇ ਤੋਂ ਸਪਰਸ਼ ਰੇਖਾ ਕਿਹੜੀ ਬਣੀ AP ਤੇ AS, ਇਹ ਦੋਨੋਂ ਬਰਾਬਰ ਹੋਣਗੇ। AP ਬਰਾਬਰ AS, ਇਹ ਸਾਡੇ ਕੋਲ ਨੰਬਰ 1 ਆ ਗਿਆ। ਉਸ ਤੋਂ ਬਾਅਦ ਦੇਖੋ ਜਦੋਂ ਜਿਹੜੀ ਸਾਈਡ 'ਤੇ ਮੈਂ AP ਲਈ ਆ, ਆਹ ਲਾਈਨ ਪੂਰੀ B ਬਣਾਉਣ ਵਾਸਤੇ ਇਸੇ ਸਾਈਡ 'ਤੇ ਮੈਂ BP ਵੀ ਲਵਾਂਗਾ, ਇਹ ਵਾਲੀ, ਜਾਂ PB ਜਾਂ BP ਜੋ ਮਰਜ਼ੀ ਲਿਖ ਲਓ। BP ਕਿਹਦੇ ਬਰਾਬਰ ਆ BQ ਦੇ, ਇਹ ਨੰਬਰ 2 ਆ ਗਿਆ। ਹੁਣ ਇਹ ਸਾਰੀ ਇਹ ਬਣ ਗਈ ਲਾਈਨ ਪੂਰੀ। ਹੁਣ ਦੇਖੋ ਦੂਸਰੇ ਪਾਸੇ ਇੱਧਰ AS ਵਾ, ਤੇ ਇਹਦੇ ਨਾਲ ਕੀ ਆਏਗਾ DS ਵਾਲਾ ਪਾਸਾ, ਤੇ DS ਨੂੰ ਕਿਹਦੇ ਬਰਾਬਰ ਕਰਨਾ ਅਸੀਂ DR ਦੇ, ਤੇ DS ਜਿਹੜਾ ਵਾ ਅਸੀਂ ਉਹ ਇਸ ਪਾਸੇ ਲੈਣਾ ਵਾ ਕਿਉਂਕਿ ਇੱਧਰ AS ਵਾ, ਆ ਦੇਖੋ, ਤੇ ਇੱਧਰ ਕੀ ਆਏਗਾ DS ਵਾਲੀ ਸਾਈਡ, ਤੇ DR ਵਾਲੀ ਸਾਈਡ ਇੱਧਰ ਆ ਜਾਏਗੀ, ਯਾਨੀ ਕਿ DR ਬਰਾਬਰ DS। ਇਹ ਨੰਬਰ 3, ਇਹ ਧਿਆਨ ਰੱਖਣਾ ਤੁਸੀਂ। AS ਤੇ DS ਯਾਨੀ ਕਿ AD ਲੈਂਥ ਤਾਂ ਬਣਨੀ ਹੈ ਇੱਧਰੋਂ, AS ਤੇ DS ਇੱਕ ਪਾਸੇ ਆ ਗਏ। ਹੁਣ ਜਿਹੜੀ ਲਾਸਟ ਸਾਈਡ ਰਹਿ ਗਈ ਆ ਉਹ ਕਿਹੜੀ ਰਹਿ ਗਈ CR ਤੇ CQ। ਹੁਣ CQ ਕਿਹੜੇ ਪਾਸੇ ਲੈਣਾ ਜਿੱਧਰ BQ ਆ, ਕਿਉਂਕਿ BC ਲਾਈਨ ਤਾਂ ਹੀ ਬਣਨੀ ਆ ਇੱਧਰਲੇ ਪਾਸੇ, ਇੱਧਰ ਆ ਜਾਏਗਾ CR ਬਰਾਬਰ CQ। ਬਸ ਆਹ ਚੀਜ਼ ਦਾ ਤੁਸੀਂ ਧਿਆਨ ਰੱਖਣਾ। ਇਹ ਮੈਂ ਤੁਹਾਨੂੰ ਦੱਸਦਾ ਵੀ ਕਿਸ ਤਰ੍ਹਾਂ ਅਸੀਂ ਸਾਈਡਾਂ ਲੈਣੀਆਂ ਨੇ। ਹੁਣ ਇਹਨਾਂ ਨੂੰ ਕੀ ਕਰਾਂਗੇ, ਸਾਰਿਆਂ ਨੂੰ ਐਡ, ਇਹ ਸਾਰੀਆਂ ਆਪਸ 'ਚ ਜੋੜ ਦਾਂਗੇ। ਕੀ ਲਿਖਾਂਗੇ ਐਡਿੰਗ 1 2 3 ਐਂਡ 4, ਯਾਨੀ ਕਿ ਸਮੀਕਰਨ 1 2 3 ਅਤੇ 4 ਨੂੰ ਜੋੜਨ 'ਤੇ ਇਹਨਾਂ ਸਾਰਿਆਂ ਨੂੰ ਐਡ ਕਰਾਂਗੇ। ਕੀ ਆ ਜਾਏਗਾ ਸਾਡੇ ਕੋਲ, ਇਹ ਪਾਸਾ ਪੂਰਾ AP ਪਲੱਸ BP ਪਲੱਸ DR ਪਲੱਸ CR ਇਜ਼ ਇਕੁਅਲ ਟੂ AS ਪਲੱਸ BQ ਪਲੱਸ DS ਪਲੱਸ CQ। ਪਹਿਲਾਂ ਸਿੱਧੇ ਲਿਖ ਲਏ, ਹੁਣ ਇਹਨਾਂ ਨੂੰ ਵੱਖਰੇ ਵੱਖਰੇ ਕਰ ਲਾਂਗੇ। AP ਤੇ BP ਆ ਦੇਖੋ ਇਹ ਮਿਲ ਕੇ AB ਬਣਾਉਂਦੇ ਆ, ਇਹ ਦੋਵੇਂ ਇਕੱਠੇ ਹੀ ਨੇ, ਇਹ ਇਸ ਤਰ੍ਹਾਂ ਹੀ ਰਹਿਣਗੇ। DR ਤੇ CR ਇਹ ਮਿਲ ਕੇ CD ਭੁਜਾ ਬਣਾਉਂਦੇ ਆ, ਇਹ ਵੀ ਇਕੱਠੇ ਰਹਿਣਗੇ ਇਸ ਤਰ੍ਹਾਂ ਹੀ। ਹੁਣ ਦੂਜੇ ਪਾਸੇ ਦੇਖੋ AS ਤੇ DS, AS ਤੇ DS ਇਹ ਇਕੱਠੇ ਕਰ ਲਾਂਗੇ ਅਸੀਂ, ਪਲੱਸ ਤੇ ਦੂਸਰੀ ਭੁਜਾ ਕਿਹੜੀ ਬਣੀ ਆ BQ ਪਲੱਸ CQ ਜਾਂ QC, ਜਿਸ ਤਰ੍ਹਾਂ ਮਰਜ਼ੀ ਲਿਖ ਲਓ। ਹੁਣ ਆਹ ਵਾਲੀ ਭੁਜਾ ਕਿਹੜੀ ਆ ਗਈ AB ਪਲੱਸ ਦੂਸਰੀ ਕਿਹੜੀ ਆ ਗਈ ਇੱਧਰ CD ਇਜ਼ ਇਕੁਅਲ ਟੂ ਇਹ ਵਾਲੀ AD ਭੁਜਾ AD ਪਲੱਸ BC, ਇਹਦੀ ਭੁਜਾ BC ਬਣੀ। ਹੁਣ ਇਹਦੇ 'ਚ ਵੈਲਿਊਜ਼ ਜਿਹੜੀਆਂ ਦਿੱਤੀਆਂ ਨੇ ਉਹ ਪੁੱਟ ਕਰ ਲਓ, ਤੇ AD ਦੀ ਵੈਲਿਊ ਆ ਜਾਏਗੀ। AB ਦੀ ਵੈਲਿਊ ਦਿੱਤੀ ਜੇ 6 ਸੈਂਟੀਮੀਟਰ, CD ਦੀ ਦਿੱਤੀ 4, AD ਦੀ ਵੈਲਿਊ ਅਸੀਂ ਫਾਈਂਡ ਕਰਨੀ ਆ
ਤੇ BC ਕਿੰਨਾ ਦਿੱਤਾ 7 ਸੈਂਟੀਮੀਟਰ। ਹੁਣ ਆ ਦੇਖੋ 6 ਜਮਾ 4 10 ਬਰਾਬਰ AD ਜਮਾ 7 7 ਵੈਲਿਊ ਇੱਧਰ ਆ ਜਾਏਗੀ 10 ਚੋਂ ਮਾਈਨਸ ਹੋ ਜਾਏਗੀ 10 ਮਾਈਨਸ 7 ਬਰਾਬਰ AD ਤੇ AD ਕਿੰਨਾ ਆ ਗਿਆ 10 ਘਟਾਓ 7 3 ਇਹ 3 ਨਾਲ ਸੈਂਟੀਮੀਟਰ ਲਿਖ ਲਿਓ 3 ਸੈਂਟੀਮੀਟਰ ਆਨਸਰ ਆ ਗਿਆ ਜੀ ਇਹਦਾ। ਤੇ ਆ ਦੇਖੋ ਆਪਣੀ ਬੁੱਕਲੈਟ ਦੇ ਵਿੱਚ ਦੇਖੋ ਤੁਸੀਂ ਕੁਐਸਚਨ ਨੰਬਰ 21 3 ਸੈਂਟੀਮੀਟਰ ਆਪਸ਼ਨ ਨੰਬਰ 2 ਇਹਦਾ ਆਨਸਰ ਜੇ। ਅੱਗੇ ਦੇਖਦੇ ਹਾਂ ਕੁਐਸਚਨ ਨੰਬਰ 22। 22ਵਾਂ ਕੁਐਸਚਨ ਦੇਖੋ ਬੱਚਿਓ, ਪਹਿਲੀਆਂ 15 ਜਿਸਤ ਪ੍ਰਾਕਿਰਤਿਕ ਸੰਖਿਆਵਾਂ ਦਾ ਮੱਧਮਾਨ ਪਤਾ ਕਰੋ। ਫਾਈਂਡ ਦਾ ਮੀਨ ਆਫ ਫਸਟ 15 ਈਵਨ ਨੈਚੁਰਲ ਨੰਬਰਸ। ਹੁਣ ਨੈਚੁਰਲ ਨੰਬਰ ਜਿਹੜੇ ਨੇ ਈਵਨ ਨੇ ਉਹ 2 ਤੋਂ ਸ਼ੁਰੂ ਹੋਣਗੇ ਤੇ 2 ਤੋਂ ਲੈ ਕੇ ਤਾਂ ਅਸੀਂ 15 ਨੰਬਰ ਪੂਰੇ ਲਿਖ ਲਾਂਗੇ, ਸਾਰਿਆਂ ਨੂੰ ਜੋੜਾਂਗੇ ਤੇ 15 ਹੀ ਨੰਬਰ ਆ 15 ਨਾਲ ਭਾਗ ਕਰਾਂਗੇ, ਜੋ ਆਨਸਰ ਆਏਗਾ ਉਹ ਉਹਨਾਂ ਦਾ ਮੱਧਮਾਨ ਯਾਨੀ ਕਿ ਮੀਨ ਹੋਵੇਗਾ। ਚਲੋ ਦੇਖਦੇ ਹਾਂ ਇਹਦਾ ਸੋਲੂਸ਼ਨ। ਪਹਿਲੀਆਂ 15 ਜਿਸਤ ਸੰਖਿਆਵਾਂ ਲਿਖਾਂਗੇ ਅਸੀਂ ਪਹਿਲਾਂ। ਆ ਦੇਖੋ 2 4 6 8 10 ਇਹ ਕਿੰਨੀਆਂ ਹੋ ਗਈਆਂ 5 12 14 16 18 ਤੇ 20 ਇਹ ਵੀ 5 ਹੋ ਗਈਆਂ 5 ਤੇ 5 10 ਹੋ ਗਈਆਂ। ਅੱਗੇ ਆ ਜਾਏਗਾ 22 24 26 28 ਤੇ 30 ਇਹ ਹੋ ਗਈਆਂ ਕੁੱਲ 15 ਜਿਸਤ ਸੰਖਿਆਵਾਂ। ਦੇਖੋ ਆ ਦੇਖੋ 3 ਤੇ 2 5 3 ਤੇ 2 5 ਤੇ ਆ ਵੀ 3 ਤੇ 2 5 15 ਹੋ ਗਈਆਂ। ਹੁਣ ਇਹਨਾਂ ਦਾ ਜੋੜ ਕੱਢਾਂਗੇ ਤੇ ਜੋੜ ਕਰਕੇ ਤੇ ਇਹਨਾਂ ਦਾ ਮੱਧਮਾਨ ਕੱਢ ਲਾਂਗੇ ਯਾਨੀ ਕਿ ਮੀਨ ਜਾਂ ਮੱਧਮਾਨ। ਉਹ ਕਿਹਦੇ ਬਰਾਬਰ ਹੁੰਦਾ ਸਾਰੀਆਂ ਸੰਖਿਆਵਾਂ ਦਾ ਜੋੜ ਤੇ ਬਟਾ ਜਿੰਨੀਆਂ ਸੰਖਿਆਵਾਂ ਸੀ ਉਹ ਕਿੰਨਾ ਵਾ 15 15 ਸੰਖਿਆਵਾਂ ਥੱਲੇ ਲਿਖ ਲਈਆਂ, ਸਾਰਿਆਂ ਦਾ ਜੋੜ ਇੱਥੇ ਤੁਸੀਂ ਲਿਖ ਲਿਓ 4 ਜਮਾ 6 ਜਮਾ 8 ਜਮਾ 10 ਜਮਾ 12 ਜਮਾ 14 ਸਾਰੀਆਂ 100 ਔਨ ਕਰਕੇ ਤੇ ਪਲੱਸ 30 ਤੱਕ ਸਾਰੀਆਂ ਲਿਖ ਲੈਣੀਆਂ ਨੇ। ਹੁਣ ਦੇਖੋ ਬੱਚੋ ਇਹਨਾਂ ਨੂੰ ਜੋੜਨ ਦਾ ਤਰੀਕਾ ਮੈਂ ਤੁਹਾਨੂੰ ਦੱਸ ਦਿੰਦਾ। ਦੇਖੋ ਜੇ ਤੁਸੀਂ ਇਕੱਠੀਆਂ ਨਹੀਂ ਜੋੜ ਸਕਦੇ ਸਾਰੀਆਂ, ਇੱਥੇ 10 ਹੈਗਾ ਵਾ, ਆ ਦੇਖੋ 8 ਤੇ 2 ਵੀ 10 ਹੁੰਦਾ ਜੇ ਤੇ 6 ਤੇ 4 ਵੀ 10 ਤੇ 1 10 ਆ 10 10 20 ਤੇ 10 30 ਇਹਨਾਂ ਦਾ ਜੋੜ ਕਿੰਨਾ ਆ ਗਿਆ 30। ਅੱਗੇ ਆ ਦੇਖੋ 20 ਹੈਗਾ 18 12 ਕਿੰਨੇ ਹੁੰਦੇ 30 ਤੇ 16 14 ਵੀ 30 30 ਤੇ 30 60 60 ਤੇ 20 80। ਉਸ ਤੋਂ ਬਾਅਦ ਆ ਦੇਖੋ 30 ਹੈਗਾ ਪੂਰਾ ਜ਼ੀਰੋ ਵਾਲਾ, ਇਹਨਾਂ ਨੂੰ ਜੋੜ ਲਓ 28 22 50 ਤੇ 24 26 50 50 ਤੇ 50 100 ਤੇ 100 ਆ ਨਾਲ 30 130। ਹੁਣ ਜੋੜ ਕਿੰਨਾ ਆ ਗਿਆ 80 ਤੇ 30 110 110 ਤੇ 130 240। ਆ ਦੇਖੋ ਬੱਚੋ ਇਸ ਤਰ੍ਹਾਂ ਜੋੜਨਾ ਸੌਖਾ ਵਾ 240 ਬਟਾ 15 ਇਹ ਇਹਨਾਂ ਦਾ ਮੱਧਮਾਨ ਆ ਜਾਏਗਾ। ਹੁਣ ਇਹਨਾਂ ਦੀ ਕਟਿੰਗ ਕਰਾਂਗੇ ਤੇ 15 ਏਕਮ 15 24 ਚੋਂ 15 ਗਏ ਤੇ ਕੀ ਕਿੰਨੇ ਬਚੇ 9 9 ਤੇ ਆ 0 90 15 ਛਿਕੇ 90 ਤੇ ਮੱਧਮਾਨ ਕਿੰਨਾ ਆ ਗਿਆ 16 16 ਇਹਦਾ ਆਨਸਰ ਜੇ। ਦੇਖਦੇ ਹਾਂ ਅਸੀਂ ਬੁੱਕਲੈਟ ਦੇ ਵਿੱਚ ਦੇਖੋ 22ਵਾਂ ਕੁਐਸਚਨ ਆਪਸ਼ਨ ਨੰਬਰ 2 ਫਾਈਂਡ ਦਾ ਮੀਨ ਜਿਹੜਾ ਕੱਢਣਾ ਸੀ ਅਸੀਂ ਇਹਦਾ ਦੂਸਰੀ ਆਪਸ਼ਨ ਇਹਦਾ ਆਨਸਰ ਜੇ 16। ਅੱਗੇ ਦੇਖੋ ਕੁਐਸਚਨ ਨੰਬਰ 23 ਕੀ ਆ, ਇੱਕ ਤ੍ਰਿਕੋਣ ਬਣਾਉਣ ਲਈ ਸਾਨੂੰ ਘੱਟੋ ਘੱਟ ਇਸ ਦੇ ਕਿੰਨੇ ਭਾਗ ਪਤਾ ਹੋਣੇ ਚਾਹੀਦੇ ਹਨ। ਦੇਖੋ ਬੱਚਿਓ ਜਦੋਂ ਵੀ ਅਸੀਂ ਕੋਈ ਤ੍ਰਿਕੋਣ ਬਣਾਉਣੀ ਹੁੰਦੀ ਆ ਤੇ ਸਾਨੂੰ ਉਹਦੇ ਘੱਟੋ ਘੱਟ 3 ਭਾਗ ਪਤਾ ਹੋਣਗੇ ਤੇ ਅਸੀਂ ਤ੍ਰਿਭੁਜ ਬਣਾ ਸਕਦੇ ਹਾਂ। ਜੇ ਇਸ ਤੋਂ ਘੱਟ ਹੋਣਗੇ ਤੇ ਫਿਰ ਤ੍ਰਿਭੁਜ ਨਹੀਂ ਬਣਦੀ। ਹਾਂ ਜੇ ਤ੍ਰਿਭੁਜ ਸਮ ਦੋ ਭੁਜੀ ਹੋ ਕੇ ਉਹਦੀ ਇੱਕ ਭੁਜਾ ਦੇ ਇੱਕ ਕੋਣ ਦਿੱਤਾ ਹੋਵੇ ਤੇ ਫਿਰ ਤਾਂ ਸਾਨੂੰ ਪਤਾ ਵੀ ਉਹਦੀ ਤੀਸਰੀ ਜਿਹੜੀ ਦੂਸਰੀ ਭੁਜਾ ਉਹ ਬਰਾਬਰ ਹੋਣੀ ਆ, ਕਿਉਂਕਿ ਸਮ ਦੋ ਭੁਜੀ ਆ ਤੇ ਅਸੀਂ ਫਿਰ ਵੀ ਉਹਨੂੰ ਡਰਾ ਕਰ ਸਕਦੇ ਹਾਂ। ਵੈਸੇ ਉਹਦਾ ਜਿਹੜਾ ਆਨਸਰ ਉਹ ਕੀ ਆ, ਘੱਟੋ ਘੱਟ 3 ਸਾਈਡਾਂ ਸਾਡੇ ਕੋਲ ਇੱਕ ਤ੍ਰਿਭੁਜ ਦੀਆਂ ਹੋਣ ਤੇ ਅਸੀਂ ਤ੍ਰਿਭੁਜ ਬਣਾ ਸਕਦੇ ਹਾਂ। 23ਵੇਂ ਕੁਐਸਚਨ ਦਾ ਆਨਸਰ ਜੇ ਦੂਸਰੀ ਆਪਸ਼ਨ 3। ਇਹਦੇ 'ਤੇ ਨਿਸ਼ਾਨੀ ਲਗਾ ਲਿਓ। ਕੁਐਸਚਨ ਨੰਬਰ 24 ਦੇਖੋ, ਇੱਕ ਤਿਕੋਣ ਬਣਾਉਣਾ ਸੰਭਵ ਨਹੀਂ ਹੈ ਜੇ ਕਹਿੰਦੇ ਵੀ ਇਹਨਾਂ ਸਾਰੀਆਂ ਕੰਡੀਸ਼ਨਾਂ 'ਚੋਂ ਤਿਕੋਣ ਕਦੋਂ ਨਹੀਂ ਬਣ ਸਕਦੀ। ਦੇਖੋ ਬੱਚਿਓ ਜੇ ਤਿਕੋਣ ਦੀਆਂ ਦੋ ਭੁਜਾਵਾਂ ਤੀਸਰੀ ਭੁਜਾ ਤੋਂ ਛੋਟੀ ਆ ਜੇ ਤਾਂ ਵੀ ਤਿਕੋਣ ਨਹੀਂ ਬਣਦੀ। ਜੇ ਤਿਕੋਣ ਦੀਆਂ ਦੋ ਭੁਜਾਵਾਂ ਦਾ ਜੋੜ ਤੀਸਰੀ ਭੁਜਾ ਦੇ ਬਰਾਬਰ ਆ ਜੇ ਤਿਕੋਣ ਤਾਂ ਵੀ ਨਹੀਂ ਬਣਦੀ। ਹਾਂ ਜੇ ਦੋ ਭੁਜਾਵਾਂ ਦਾ ਜੋੜ ਤੀਜੀ ਭੁਜਾ ਤੋਂ ਵੱਡੀ ਹੋਏ ਤਾਂ ਫਿਰ ਤਿਕੋਣ ਬਣਦੀ ਆ। ਯਾਨੀ ਕਿ ਇੱਕ ਆਪਸ਼ਨ ਸਾਨੂੰ ਕੀ ਦਿੱਤੀ ਆ ਦੇਖੋ ਪਹਿਲਾ ਵੀ ਆਨਸਰ ਜੇ ਤੇ ਦੂਸਰਾ ਵੀ। ਤੇ ਇਹਦਾ ਆਨਸਰ ਕੀ ਦਿੱਤਾ ਬੋਥ 1 ਐਂਡ 2 ਯਾਨੀ ਦੋਨੇ ਨੇ, ਪਹਿਲਾ ਤੇ ਦੂਸਰਾ ਆਪਸ਼ਨ ਦੋਵੇਂ ਹੀ।
यानी कि 24वें क्वेश्चन का आंसर की आ तीसरी ऑप्शन। तीसरी ऑप्शन के उपर तुसी टिक लगा लैनी आ देखो तीसरी ऑप्शन ते टिक लगा लियो। इस तो पिछले वाली 3 सीगा दा आंसर, दूसरी ते टिक लगा लियो। ये सीगा 24वां क्वेश्चन। अगे देखो 25वां नंबर क्वेश्चन कहते एक गोदाम का माप 40 मीटर बाय 30 मीटर बाय 25 मीटर है तो 1.5 मीटर बाय 1.25 मीटर बाय 0.5 मीटर ਦੇ ਵੱਧ ਤੋਂ ਵੱਧ ਲੱਕੜ ਦੇ ਕਿੰਨੇ ਬਕਸੇ ਗੋਦਾਮ ਵਿੱਚ ਸਟੋਰ ਕੀਤੇ ਜਾ ਸਕਦੇ ਹਨ। ਹੁਣ ਦੇਖੋ ਦੋਨਾਂ ਦਾ ਅਸੀਂ ਆਇਤਨ ਕੱਢ ਲਾਂਗੇ। ਪਹਿਲਾਂ ਇਹਦਾ ਤਿੰਨਾਂ ਨੂੰ ਆਪਸ 'ਚ ਗੁਣਾ ਕਰੋ, ਫਿਰ ਗੋਦਾਮ ਦਾ ਮਾਪ ਆ ਜਾਏਗਾ, ਫਿਰ ਇਹਨਾਂ ਤਿੰਨਾਂ ਨੂੰ ਆਪਸ 'ਚ ਗੁਣਾ ਕਰੋਗੇ ਬਕਸੇ ਦਾ ਆ ਜਾਏਗਾ। ਗੋਦਾਮ ਦਾ ਜਿਹੜਾ ਮਾਪ ਆਏਗਾ, ਆਇਤਨ ਆਏਗਾ, ਉਹਨੂੰ ਬਕਸੇ ਦਾ ਆਇਤਨ ਨਾਲ ਭਾਗ ਕਰ ਦਿਓ ਤਾਂ ਸਾਡੇ ਕੋਲ ਬਕਸਿਆਂ ਦੀ ਗਿਣਤੀ ਆ ਜਾਏਗੀ ਵੀ ਕਿੰਨੇ ਬਕਸੇ ਉਹਦੇ 'ਚ ਆ ਸਕਦੇ ਆ। ਚਲੋ ਦੇਖਦੇ ਹਾਂ ਸੋਲੂਸ਼ਨ ਇਹਦਾ। 25ਵੇਂ ਕੁਐਸਚਨ 'ਚ ਬੱਚਿਓ ਸਾਨੂੰ ਦੇਖੋ ਗੋਦਾਮ ਦਾ ਮਾਪ ਦਿੱਤਾ ਹੋਇਆ, ਲੱਕੜ ਦੇ ਬਕਸੇ ਦਾ ਮਾਪ ਦਿੱਤਾ। ਸਭ ਤੋਂ ਪਹਿਲਾਂ ਤਾਂ ਅਸੀਂ ਗੋਦਾਮ ਦਾ ਆਇਤਨ ਕੱਢਾਂਗੇ ਕਿੰਨਾ ਵਾ। ਗੋਦਾਮ ਦਾ ਆਇਤਨ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਸਾਨੂੰ ਦਿੱਤੀ ਹੋਈ ਆ 40 ਗੁਣਾ 30 ਗੁਣਾ 25। ਜਦੋਂ ਆਇਤਨ ਕੱਢਾਂਗੇ ਤਾਂ ਮੀਟਰ ਕਿਊਬ। ਹੁਣ ਇਹਨਾਂ ਨੂੰ ਆਪਸ 'ਚ ਗੁਣਾ ਕਰੀਏ तो 25 चौका 100 यानी कि 1000 तो 30 ਨੂੰ ਕੀਤਾ 30,000। ਪਹਿਲਾ ਆਨਸਰ ਆ ਗਿਆ 30,000 ਮੀਟਰ ਕਿਊਬ। ਇਹ ਆ ਗਿਆ ਸਾਡੇ ਕੋਲ ਗੋਦਾਮ ਦਾ ਆਇਤਨ। ਹੁਣ ਬਕਸੇ ਦਾ ਆਇਤਨ ਕੱਢਾਂਗੇ ਅਸੀਂ। ਉਹ ਕਿੰਨਾ ਵਾ 1.5 ਗੁਣਾ 1.25 ਗੁਣਾ 0.5। ਇਹ ਵੀ ਮੀਟਰ ਕਿਊਬ। ਹੁਣ ਬੱਚੋ ਇਹਨਾਂ ਨੂੰ ਗੁਣਾ ਕਰੀਏ ਸਾਰਿਆਂ ਨੂੰ ਮਿਲਾ ਕੇ तो वो साढ़े को आंसर कितना आउंदा 0.9375। ये तुसी गुणा करके देख लियो। ये साढ़े को इन्ना आ गया। हुण असी कढ़ना की आ भी किन्ने बक्से आ सकते हैं। बक्सियां की गिनती, बक्सियां की गिनती ये किहदे बराबर आएगी। जिहड़ा गोदाम दा आयतन वा उहनूं भाग कर देना असी बक्से दे जिहड़े आयतन नाल वा उहदे नाल। ਜਦੋਂ ਇਹਨਾਂ ਨੂੰ ਭਾਗ ਕਰਾਂਗੇ ਤਾਂ ਸਾਡੇ ਕੋਲ ਜਿਹੜਾ ਆਨਸਰ ਆਉਂਦਾ ਜੇ ਉਹ ਆਉਂਦਾ ਜੇ 32,000। ਯਾਨੀ ਕਿ ਕੁੱਲ 32,000 ਬਕਸੇ ਜਿਹੜੇ ਆ ਉਹ ਆ ਸਕਦੇ ਆ। ਦੇਖੋ ਤੁਸੀਂ ਇਹਦੇ ਦਸ਼ਮਲਵ ਹਟਾ ਕੇ ਤੇ ਉੱਪਰ ਲੈ ਜਾਣਾ, ਫਿਰ ਡਿਵਾਈਡ ਕਰ ਲਓ, ਜਿਸ ਤਰ੍ਹਾਂ ਵੀ ਕਰਨਾ। ਮੈਂ ਸਿਰਫ ਤਾਂ ਕਰ ਦਿੱਤਾ ਕਿ ਹੁਣ ਤੁਹਾਨੂੰ ਪਤਾ ਲੱਗ ਗਿਆ। ਸਿਰਫ ਇਹਨੂੰ ਕੈਲਕੂਲੇਟ ਕਰਨਾ ਵਾ ਅਤੇ ਕਟਿੰਗ ਕਰਾਂਗੇ ਤਾਂ ਓਨਾ ਹੀ ਵੀਡੀਓ ਲੰਬੀ ਹੋਈ ਜਾਂਦੀ ਆ। ਸਿਰਫ ਤੁਸੀਂ ਆ ਦੇਖੋ ਵੀ ਇਹਨੂੰ ਡਿਵਾਈਡ ਕਰ ਦੇਣਾ। ਤੁਸੀਂ ਜਿਸ ਤਰ੍ਹਾਂ ਮਰਜ਼ੀ ਡਿਵਾਈਡ ਕਰ ਲਿਓ, ਇਹ ਤੁਹਾਡੇ ਵਾਸਤੇ ਸੌਖਾ ਹੀ ਕੰਮ ਆ। ਅਤੇ ਆਹ ਇਹਦਾ ਆਨਸਰ ਆ ਗਿਆ 32,000। ਅਸੀਂ ਦੇਖਦੇ ਹਾਂ ਕਿ ਇੱਥੇ ਇਹਦਾ ਆਨਸਰ ਇਹ ਕਿੰਨਾ ਵਾ। ਆਹ ਦੇਖੋ ਪਹਿਲੀ ਆਪਸ਼ਨ ਆਨਸਰ ਜੇ ਇਹਦਾ 25ਵੇਂ ਕੁਐਸਚਨ ਦਾ ਆਨਸਰ ਜੇ 32,000। ਅੱਗੇ ਦੇਖੋ ਕੁਐਸਚਨ ਨੰਬਰ 26। ਜੇ ਸਿਲੰਡਰ ਦੇ ਆਧਾਰ ਦਾ ਅਰਧ ਵਿਆਸ ਅਤੇ ਉਚਾਈਆਂ ਹਰੇਕ 100% ਵਧਾਈ ਜਾਂਦੀ ਹੈ ਤਾਂ ਇਸ ਦਾ ਆਇਤਨ ਕਿੰਨੇ ਪ੍ਰਤੀਸ਼ਤ ਵੱਧ ਜਾਂਦਾ ਹੈ। ਚਲੋ ਇਹਨੂੰ ਸੋਲਵ ਕਰਕੇ ਦੇਖਦੇ ਹਾਂ। ਮੰਨ ਲਓ ਦੇਖੋ ਬੱਚੋ ਸਭ ਤੋਂ ਪਹਿਲਾਂ ਤਾਂ ਅਸੀਂ ਲਵਾਂਗੇ ਕਿ ਜਿਹੜਾ ਸਾਨੂੰ ਸਿਲੰਡਰ ਦੱਸਿਆ ਉਹਦੇ ਆਧਾਰ ਦਾ ਅਰਧ ਵਿਆਸ। ਮੰਨ ਲਓ ਸਿਲੰਡਰ ਦੇ ਆਧਾਰ ਦਾ ਅਰਧ ਵਿਆਸ ਯਾਨੀ ਕਿ ਰੇਡੀਅਸ ਉਹ ਕਿੰਨਾ ਮੰਨ ਲਈਏ ਅਸੀਂ R। ਅਤੇ ਜਿਹੜੀ ਇਸ ਸਿਲੰਡਰ ਦੀ ਉਚਾਈ ਆ ਉਹ ਅਸੀਂ ਕਿੰਨੀ ਮੰਨ ਲਈਏ H। ਅਤੇ ਜਦੋਂ ਇਹਦਾ ਰੇਡੀਅਸ R ਵਾ ਯਾਨੀ ਕਿ ਆਧਾਰ ਦਾ ਅਰਧ ਵਿਆਸ R ਅਤੇ ਇਹਦੀ ਉਚਾਈ H ਵਾ ਅਤੇ ਇਹਦਾ ਆਇਤਨ ਕਿੰਨਾ ਹੋਏਗਾ। ਫਿਰ ਸਿਲੰਡਰ ਦਾ ਆਇਤਨ, ਸਿਲੰਡਰ ਦਾ ਆਇਤਨ ਹੋਏਗਾ πr² H। ਆਹ ਫਾਰਮੂਲਾ ਹੁੰਦਾ ਕਿਉਂਕਿ ਉਹਨਾਂ ਸਾਨੂੰ ਸਵਾਲ 'ਚ ਕੀ ਪੁੱਛਿਆ ਵਾ ਵੀ ਇਹਨਾਂ ਦੇ ਆਇਤਨ 'ਚ ਕਿੰਨੇ ਪ੍ਰਤੀਸ਼ਤ ਦਾ ਵਾਧਾ ਹੋਏਗਾ ਜੇ ਇਹਨਾਂ ਦੀਆਂ ਉਚਾਈਆਂ ਅਤੇ ਆਧਾਰ 100% ਵਧਾ ਦਿੱਤੀ ਜਾਵੇ। ਹੁਣ ਦੇਖੋ ਵਾਧਾ ਜਿਹੜਾ ਵਾ ਉਹ ਕਿੰਨਾ ਹੋ ਰਿਹਾ ਵਾ। ਦੋਵਾਂ ਵਿੱਚ ਵਾਧਾ, ਦੋਵਾਂ ਕਿੰਨਾ 'ਚ, ਇੱਕ ਅਰਧ ਵਿਆਸ ਅਤੇ ਇੱਕ ਉਚਾਈ 'ਚ ਕਿੰਨਾ ਹੋ ਰਿਹਾ 100%। ਜਦੋਂ 100% ਵਾਧਾ ਹੋਵੇ ਅਤੇ ਜਿੰਨਾ ਇਹ ਪਹਿਲਾਂ ਸੀਗਾ ਅਤੇ ਇਹ ਉਹ ਤੋਂ ਡਬਲ ਹੋ ਜਾਏਗਾ। ਯਾਨੀ ਕਿ R ਬਰਾਬਰ 200/100। ਅਤੇ ਇਹ ਜਿਹੜਾ ਅਰਧ ਵਿਆਸ ਦਾ ਵਾਧਾ ਮੈਂ ਲਿਖਿਆ ਵਾ ਅਤੇ ਇਹ ਕਿਹਦੇ 'ਚ ਵਾਧਾ ਹੋਇਆ ਰੇਡੀਅਸ 'ਚ। ਡਬਲ ਹੋ ਗਿਆ, ਕਿਹਦੇ ਬਰਾਬਰ ਆ ਗਿਆ 2R ਦੇ।
ਇਸੇ ਤਰ੍ਹਾਂ ਜਦੋਂ ਉਚਾਈ ਵਿੱਚ 100% ਵਾਧਾ ਕਰਾਂਗੇ ਤਾਂ ਉਹ ਕਿਹਦੇ ਬਰਾਬਰ ਆ ਜਾਣਾ ਵਾ 2h ਦੇ। ਇਹ ਵੀ ਇਸੇ ਤਰ੍ਹਾਂ ਹੀ ਕਰਕੇ ਇੱਥੇ ਲਿਖ ਲਓ ਭਾਵੇਂ ਤੁਸੀਂ 200%। 100 ਪਹਿਲਾਂ ਸੀ, 100 ਦਾ ਵਾਧਾ ਹੋ ਗਿਆ, 0 ਨਾਲ 0 ਕੱਟ 2h ਆ ਗਿਆ। ਹੁਣ ਅਸੀਂ ਇਹਦਾ ਆਇਤਨ ਕੱਢ ਲੈਂਦੇ ਨਵਾਂ, ਵੀ ਨਵਾਂ ਆਇਤਨ ਕਿੰਨਾ ਆ ਗਿਆ। ਨਵਾਂ ਪਹਿਲਾ ਆਇਤਨ πr² h ਅਤੇ ਨਵਾਂ ਆਇਤਨ ਜਿਹੜਾ ਵਾ ਉਹ ਕਿੰਨਾ ਬਣ ਗਿਆ। ਉਹ ਦੇਖੋ ਫਾਰਮੂਲਾ ਉਹੀ ਪਾਈ, ਜਿੱਥੇ r² ਸੀਗਾ ਉੱਥੇ 2r ਆ ਜਾਏਗਾ ਉਹਦਾ ਸਕੇਅਰ, ਜਿੱਥੇ h ਸੀ ਉੱਥੇ 2h ਆ ਜਾਏਗਾ। ਹੁਣ ਪਾਈ 2 ਦਾ ਵਰਗ 4 r² ਅਤੇ ਨਾਲ ਕਿੰਨਾ 2h। ਹੁਣ ਆ ਇਹਨਾਂ ਨੂੰ ਗੁਣਾ ਕਰ ਲੈਂਦੇ ਹਾਂ, 4 ਦੂਣੀ 8, 8 πr² ਅਤੇ h। ਹੁਣ ਵਾਧਾ ਉਹਨਾਂ ਨੇ ਪੁੱਛਿਆ, ਉਹ ਕਿੰਨਾ ਵਾ, ਕਿੰਨੇ ਪ੍ਰਤੀਸ਼ਤ ਵਾਧਾ ਹੋਇਆ। ਪ੍ਰਤੀਸ਼ਤ ਵਾਧਾ ਦੇਖੋ ਜਿਹੜਾ ਨਵਾਂ ਆਇਆ ਉਹ ਵਾਲਾ 8 πr² h ਬਟਾ ਪੁਰਾਣਾ ਆਇਤਨ ਉਹ ਕੀ ਸੀਗਾ πr² h ਗੁਣਾ 100। ਜਦੋਂ ਪ੍ਰਤੀਸ਼ਤ ਵਾਧਾ ਕੱਢਣਾ ਹੁੰਦਾ ਵਾ ਉਦੋਂ 100 ਨਾਲ ਗੁਣਾ ਕਰੀਦਾ। ਆ ਦੇਖੋ πr² h πr² h ਕੈਂਸਲ, 8 ਗੁਣਾ 100 800। 800% ਜਿਹੜਾ ਵਾ ਉਹਦੇ 'ਚ ਵਾਧਾ ਹੋਏਗਾ। ਅਤੇ ਆ ਦੇਖੋ ਇੱਥੇ 26ਵਾਂ ਕੁਐਸਚਨ, ਆਪਸ਼ਨ ਨੰਬਰ 4 ਇਹਦਾ ਆਨਸਰ ਜੇ 800% ਵਾਧਾ ਹੋਏਗਾ। ਅੱਗੇ ਦੇਖੋ ਕੁਐਸਚਨ ਨੰਬਰ 27, ਕਿਸੇ ਬਾਰੰਬਾਰਤਾ ਵੰਡ ਲਈ ਮੱਧਿਕਾ, ਮੱਧਮਾਨ ਅਤੇ ਬਹੁਲਕ ਕਿਸ ਸੰਬੰਧ ਦੁਆਰਾ ਜੁੜੇ ਹੋਏ ਹਨ। ਬੱਚਿਓ ਆ ਦੇਖੋ ਇਹਦਾ ਫਾਰਮੂਲਾ ਆ ਜੇ ਮੋਡ ਬਰਾਬਰ 3 ਮੀਡੀਅਨ -2 ਮੀਨ, ਯਾਨੀ ਕਿ ਬਹੁਲਕ ਬਰਾਬਰ 3 ਮੱਧਿਕਾ ਘਟਾਓ 2 ਮੱਧਮਾਨ। ਇਹ ਆਨਸਰ ਜਿਹਦਾ ਤੀਸਰੀ ਆਪਸ਼ਨ। ਇਸ ਤੋਂ ਬਾਅਦ ਦੇਖੋ ਕੁਐਸਚਨ ਨੰਬਰ 28, 28ਵੇਂ ਕੁਐਸਚਨ 'ਚ ਕਹਿੰਦੇ ਆ ਕਿ 40 ਅੰਡਿਆਂ ਦਾ ਭਾਰ ਹੇਠਾਂ ਦਿੱਤੇ ਅਨੁਸਾਰ ਦਰਜ ਕੀਤਾ ਗਿਆ ਹੈ। ਵੇਟ ਇਨ ਗ੍ਰਾਮਸ ਅਤੇ ਨੰਬਰ ਆਫ ਐਗਸ ਆ ਦਿੱਤਾ ਹੋਇਆ ਵਾ। ਦ ਲੋਅਰ ਲਿਮਿਟ ਆਫ ਦਾ ਮੀਡੀਅਨ ਕਲਾਸ ਇਜ਼, ਮੱਧਿਕਾ ਵਰਗ ਦੀ ਹੇਠਲੀ ਸੀਮਾ ਕਿਹੜੀ ਹੋਏਗੀ। ਮੈਂ ਤੁਹਾਨੂੰ ਕਾਪੀ 'ਤੇ ਲਿਖ ਕੇ ਦੱਸਦਾ ਹੈ। ਆ ਦੇਖੋ ਬੱਚੋ ਜਿਹੜਾ 28ਵਾਂ ਕੁਐਸਚਨ ਹੈ ਨਾ, ਜਿਹੜੇ ਇਹਦੇ 'ਚ ਸਾਨੂੰ ਵਰਗ ਅੰਤਰਾਲ ਦਿੱਤੇ ਨੇ ਉਹ ਦੇਖੋ 85 ਤੋਂ 99, ਅੱਗੇ 90 ਤੋਂ 94, ਯਾਨੀ ਕਿ 85 ਤੋਂ 99 ਤੋਂ 99 ਤੋਂ ਅੱਗੇ ਨਹੀਂ ਗੇ ਦਿੱਤੇ ਹੋਏ। ਇਹਨਾਂ 'ਚ ਫਰਕ ਵਾ। ਸਭ ਤੋਂ ਪਹਿਲਾਂ ਤਾਂ ਅਸੀਂ ਵਰਗ ਅੰਤਰਾਲ ਨੂੰ ਅਸੀਂ ਕੰਟੀਨਿਊਸ ਕਰਦੇ ਹਾਂ, ਸਹੀ ਤਰੀਕੇ ਨਾਲ ਲਿਖਣਾ ਵਾ। ਉਹ ਕਿਸ ਤਰ੍ਹਾਂ ਲਿਖਦੇ ਹਾਂ ਕਿ ਜਿਹੜੀ ਹੇਠਲੀ ਸੀਮਾ ਹੁੰਦੀ ਹੈ ਨਾ ਉਹਦੇ 'ਚੋਂ 0.5 ਮਾਈਨਸ ਕਰੀਦਾ ਅਤੇ ਉੱਪਰਲੀ ਸੀਮਾ 'ਚ 0.5 ਪਲੱਸ ਕਰ ਦਈਦਾ, ਯਾਨੀ ਕਿ ਇੱਥੇ ਆਏਗਾ 84.5, ਇੱਥੇ 99.5, ਇੱਥੇ 99.5, ਇੱਥੇ 94.5। ਅਸੀਂ ਇਸ ਤਰ੍ਹਾਂ ਕਰਕੇ ਸਾਰੇ ਲਿਖ ਲਾਂਗੇ ਵਰਗ ਅੰਤਰਾਲ। ਆ ਦੇਖੋ ਇੱਧਰ ਆ ਜਾਣਾ 84.5 ਤੋਂ ਅੱਗੇ ਕਿੰਨਾ ਵਾ 99.5। ਉਸ ਤੋਂ ਬਾਅਦ ਆ ਜਾਏਗਾ ਇੱਥੇ 99.5, ਇਹੀ ਰਕਮ ਆ ਜਾਏਗੀ ਇੱਧਰ ਵਾਲੀ, ਅਤੇ ਉਸ ਤੋਂ ਅੱਗੇ ਆ ਜਾਏਗਾ 94.5, ਫਿਰ ਇੱਥੇ 94.5 ਅਤੇ ਇੱਧਰ ਕਿੰਨਾ ਆ ਗਿਆ 94 ਤੋਂ ਬਾਅਦ ਉੱਧਰ ਹੈਗਾ 99, 99.5, 5 ਦਾ ਫਰਕ ਇੱਧਰ ਆਈ ਜਾਣਾ। ਅਤੇ ਇੱਧਰ ਵੀ ਉਸੇ ਤਰ੍ਹਾਂ ਹੀ, ਇੱਧਰ ਫਿਰ 99.5, ਇੱਧਰ ਆ ਜਾਏਗਾ 104.5, ਫਿਰ ਇੱਥੇ 104.5 ਅਤੇ ਲਾਸਟ ਵਾਲਾ ਕਿੰਨਾ ਆ ਗਿਆ 109.5। ਹੁਣ ਇਹਨਾਂ 'ਚ ਜਿਹੜੀ ਅੰਡਿਆਂ ਦੀ ਸੰਖਿਆ ਉਹ ਲਿਖ ਲਾਂਗੇ 10 12 12 4 ਅਤੇ 2। ਹੁਣ ਦੇਖੋ ਜਿਹੜਾ ਮੱਧਿਕਾ ਵਰਗ ਦੀ ਹੇਠਲੀ ਸੀਮਾ ਜਦੋਂ ਕੱਢਣੀ ਹੁੰਦੀ ਆ ਉਹਦੇ ਵਾਸਤੇ ਆ ਤਾਂ ਸਾਨੂੰ ਦਿੱਤੀ ਫਰੀਕੁਐਂਸੀ, ਉਹਦੇ ਲਈ ਇੱਕ ਹੋਰ ਇਹਦੇ ਨਾਲ ਖਾਨਾ ਬਣਦਾ, ਉਹਨੂੰ ਅਸੀਂ ਬੋਲਦੇ ਕਮਿਊਲੇਟਿਵ ਫਰੀਕੁਐਂਸੀ, ਯਾਨੀ ਕਿ CF। ਅਸੀਂ ਇਹ ਕੱਢਾਂਗੇ। ਉਹ ਕਿਸ ਤਰ੍ਹਾਂ ਕੱਢਦੇ ਹਾਂ, ਪਹਿਲਾਂ ਉਸੇ ਤਰ੍ਹਾਂ ਹੀ 10, ਫਿਰ ਉਹਦੇ 'ਚ ਆ ਜੋੜ ਕੇ ਅਤੇ ਇੱਥੇ ਲਿਖ ਦੇਣਾ। ਇਹ ਕਿੰਨਾ ਆ ਗਿਆ 10 ਜਮਾ 12 22, ਫਿਰ 22 ਦੇ ਵਿੱਚ 12 ਜੋੜੇ ਅਤੇ ਕਿੰਨਾ ਆ ਗਿਆ 34, 34 'ਚ 4 ਜੋੜੇ 38, ਅਤੇ 38 ਵਿੱਚ 2 ਜੋੜੇ ਅਤੇ ਕਿੰਨਾ ਆ ਗਿਆ 40। ਹੁਣ ਸਾਡੇ ਕੋਲ ਆ ਗਿਆ, ਯਾਨੀ ਕਿ ਕਮਿਊਲੇਟਿਵ ਫਰੀਕੁਐਂਸੀ 40, ਅਤੇ ਜੇ ਅਸੀਂ N ਦਾ ਜੋੜ ਕੱਢ ਲਈਏ ਜਾਂ ਸਿਗਮਾ F ਕੱਢ ਲਈਏ ਤਾਂ ਉਹ ਵੀ ਕਿੰਨਾ ਆਏਗਾ 40। ਹੁਣ ਦੇਖੋ ਜਿਹੜਾ ਮੀਡੀਅਨ ਦਾ ਜਿਹੜਾ ਫਾਰਮੂਲਾ ਹੁੰਦਾ, ਰੂਲ ਹੁੰਦਾ ਵਾ, ਉਹ ਕੀ ਹੁੰਦਾ ਵਾ ਵੀ ਜਿੰਨਾ ਜੋੜ ਆਇਆ ਵਾ ਉਹ ਬਟਾ 2, ਯਾਨੀ ਕਿ N ਬਟਾ 2 ਕਰੀਦਾ। ਅਤੇ N ਕਿੰਨਾ 40, 40 ਬਟਾ 2 20,
2 20 ਹੈ 40, 20 ਆ ਗਿਆ। ਹੁਣ 20 ਜਿਹੜਾ ਵਾ ਦੇਖੋ ਕਿੱਥੇ ਆਉਂਦਾ ਵਾ, 20 ਇਸ ਵਰਗ 'ਚ ਆਏਗਾ ਇੱਥੇ 22 ਵਾਲੀ ਟਰਮ 'ਚ, 20 ਇਹਦੇ 'ਚ ਆਏਗਾ ਅਤੇ ਇਹਦੇ ਵਿੱਚ ਸਾਹਮਣੇ ਜਿਹੜਾ ਵਰਗ ਅੰਤਰਾਲ ਉਹ ਕਿੰਨਾ ਵਾ 99.5 ਤੋਂ 94.5। ਹੁਣ ਜਿਹੜੀ ਉਹਨਾਂ ਨੇ ਕਿਹਾ ਸਾਨੂੰ ਸਵਾਲ 'ਚ ਕਿ ਮੱਧਿਕਾ ਵਰਗ ਦੀ ਆ ਮੱਧਿਕਾ ਵਰਗ ਆ ਗਿਆ ਅਤੇ ਇਹਦੀ ਹੇਠਲੀ ਸੀਮਾ ਇੱਧਰ ਵਾਲੀ ਹੇਠਲੀ ਹੁੰਦੀ ਜੇ ਅਤੇ ਆ ਉੱਪਰਲੀ ਹੇਠਲੀ ਸੀਮਾ ਕਿੰਨੀ 99.5 ਅਤੇ ਇਹੀ ਇਹਦਾ ਆਨਸਰ ਜੇ 99.5। ਆ ਦੇਖੋ ਆ ਆਪਸ਼ਨ ਨੰਬਰ 4, ਆਪਸ਼ਨ ਨੰਬਰ 4 99.5 ਇਹਦਾ ਆਨਸਰ ਆ ਗਿਆ। ਇਹ ਸੀਗਾ ਬੱਚਿਓ ਕੁਐਸਚਨ ਨੰਬਰ 28। ਅੱਗੇ ਦੇਖਦੇ ਹਾਂ ਕੁਐਸਚਨ ਨੰਬਰ 29। 29ਵਾਂ ਕੁਐਸਚਨ ਦੇਖੋ ਬੱਚਿਓ, 12 ਨਿਰੀਖਣਾਂ ਦਾ ਮੱਧਮਾਨ 7.5 ਹੈ। ਜੇ ਇਹਨਾਂ ਵਿੱਚੋਂ 7 ਨਿਰੀਖਣਾਂ ਦਾ ਮੱਧਮਾਨ 6.5 ਹੈ ਤਾਂ ਬਾਕੀ ਨਿਰੀਖਣਾਂ ਦਾ ਮੱਧਮਾਨ ਕੀ ਹੋਏਗਾ। ਕੁੱਲ ਕਿੰਨੇ ਨਿਰੀਖਣ ਸੀ 12, ਇਹਨਾਂ ਦਾ ਮੱਧਮਾਨ ਸੀ 7.5, 7 ਦਾ ਕਹਿੰਦੇ 6.5 ਵਾ, ਅਤੇ ਯਾਨੀ ਕਿ ਬਾਕੀ ਜਿਹੜੇ 5 ਬਚੇ ਆ ਉਹਨਾਂ ਦਾ ਕਿੰਨਾ ਹੋਏਗਾ। ਚਲੋ ਮੈਂ ਤੁਹਾਨੂੰ ਲਿਖ ਕੇ ਦੱਸਦਾ ਇਹਨੂੰ। ਸਭ ਤੋਂ ਪਹਿਲਾਂ ਇਹਦੇ 'ਚ ਕੀ ਲਿਖਾਂਗੇ, ਕੁੱਲ ਨਿਰੀਖਣ, ਕੁੱਲ ਨਿਰੀਖਣ ਉਹ ਕਿੰਨੇ ਸੀਗੇ 12, ਅਤੇ ਇਹਨਾਂ ਦਾ ਮੱਧਮਾਨ ਕਿੰਨਾ ਸੀਗਾ, ਮੱਧਮਾਨ ਦਿੱਤਾ ਆ 7.5। ਹੁਣ ਦੇਖੋ ਜਦੋਂ ਅਸੀਂ ਮੱਧਮਾਨ ਕੱਢਦੇ ਹਾਂ ਅਤੇ ਉਹਦੇ 'ਚ ਉੱਪਰਲੇ ਪਾਸੇ ਜਿਸ ਤਰ੍ਹਾਂ ਮੈਂ ਪਿੱਛੇ ਵੀ ਤੁਹਾਨੂੰ ਇੱਕ ਕੁਐਸਚਨ ਕਰਾਇਆ ਵੀ ਕੁੱਲ ਜੋੜ, ਜਿਹੜਾ ਮੈਂ ਤੁਹਾਨੂੰ ਜਿਸਤ ਸੰਖਿਆਵਾਂ ਵਾਲਾ ਕੁਐਸਚਨ ਕਰਾਇਆ ਸੀ, ਕੁੱਲ ਜੋੜ ਥੱਲੇ ਟੋਟਲ ਨੰਬਰਸ ਉਹਨਾਂ ਦਾ ਬਰਾਬਰ ਹੈ ਮੀਨ, ਯਾਨੀ ਕਿ ਮੱਧਮਾਨ। ਮੱਧਮਾਨ ਕਿਹਦੇ ਬਰਾਬਰ ਹੁੰਦਾ ਵਾ, ਜਿਹੜਾ ਜੋੜ ਆਉਂਦਾ ਕੁੱਲ ਸੰਖਿਆਵਾਂ ਦਾ ਜੋੜ ਅਤੇ ਬਟਾ ਜਿੰਨੀਆਂ ਸੰਖਿਆਵਾਂ ਹੁੰਦੀਆਂ ਨੇ ਉਹਨਾਂ ਦਾ ਬਟਾ ਸੰਖਿਆਵਾਂ ਦੀ ਗਿਣਤੀ। ਹੁਣ ਮੱਧਮਾਨ ਕਿੰਨਾ ਸਾਡੇ ਕੋਲ 7.5 ਅਤੇ ਕੁੱਲ ਜੋੜ ਅਸੀਂ ਕੱਢਣਾ ਵਾ, ਉਹ ਉਸੇ ਤਰ੍ਹਾਂ ਹੀ ਲਿਖ ਲਾਂਗੇ ਅਤੇ ਸੰਖਿਆਵਾਂ ਦੀ ਗਿਣਤੀ ਜਿਹੜੀ ਸੀ ਉਹ ਕਿੰਨੀ ਸੀ 12। ਹੁਣ 12 ਇੱਧਰ ਆ ਕੇ ਤਿਰਛੀ ਗੁਣਾ ਹੋ ਜਾਏਗੀ 7.5 ਗੁਣਾ 12 ਬਰਾਬਰ ਕੁੱਲ ਜੋੜ 12 5 60 ਅਤੇ 12 7 84 ਅਤੇ 6 ਕਿੰਨੇ ਹੋ ਗਏ 90, ਯਾਨੀ ਕਿ 90.0 ਅਤੇ ਮੈਂ ਇਹਨੂੰ ਸਿੱਧਾ 90 ਲਿਖ ਦਿੰਦਾ। ਯਾਨੀ ਕਿ ਜਿਹੜੀਆਂ ਸੰਖਿਆਵਾਂ ਸੀ ਉਹਨਾਂ ਦਾ ਕੁੱਲ ਜੋੜ ਮੇਰੇ ਕੋਲ ਕਿੰਨਾ ਵਾ 90। ਇਹ ਕਿੰਨੀਆਂ ਸੰਖਿਆਵਾਂ ਕੁੱਲ 12 ਦਾ। ਹੁਣ ਦੇਖੋ ਇੱਕ ਮੈਨੂੰ ਹੋਰ ਨਿਰੀਖਣ ਦਿੱਤਾ ਵਾ, ਉਹਦੇ 'ਚ ਨਿਰੀਖਣਾਂ ਦੀ ਗਿਣਤੀ ਕਿੰਨੀ ਜਿਹੜੇ ਬਾਕੀ ਜਿਹੜੇ ਵਿੱਚੋਂ ਕੱਢੇ ਨੇ, ਉਹ ਨਿਰੀਖਣ ਲਏ ਨੇ 7 ਅਤੇ ਇਹਨਾਂ ਦਾ ਜਿਹੜਾ ਮੱਧਮਾਨ ਵਾ ਉਹ ਕਿੰਨਾ ਦਿੱਤਾ ਉਹਨਾਂ ਨੇ 6.5, ਕਹਿੰਦੇ 7 ਦਾ 6.5 ਜੇ, ਅਤੇ ਬਾਕੀ ਜਿਹੜੀਆਂ ਬਚੀਆਂ ਉਹਨਾਂ ਦਾ ਕੱਢਣਾ ਅਤੇ ਉਹ 5 ਬਚੀਆਂ ਨੇ। ਹੁਣ ਇਹਨਾਂ ਦਾ ਵੀ ਮੈਂ ਕੱਢ ਲਾਂਗਾ ਸਾਰਾ ਹੀ ਉਸੇ ਤਰੀਕੇ ਨਾਲ, ਜੋੜ ਵੀ ਕਿੰਨਾ ਆਏਗਾ ਮੈਂ ਇੱਧਰਲੀ ਸਾਈਡ 'ਤੇ ਲਿਖ ਦਿੰਦਾ। ਇੱਥੇ ਮੱਧਮਾਨ ਕਿੰਨਾ 6.5, ਬਿਲਕੁਲ ਸੇਮ ਫਾਰਮੂਲਾ। ਇੱਧਰ ਕੁੱਲ ਜੋੜ, ਥੱਲੇ ਨਿਰੀਖਣਾਂ ਦੀ ਜਿਹੜੀ ਗਿਣਤੀ ਆ ਉਹ ਕਿੰਨੀ ਆ 7, ਇਹਨੂੰ 7 ਨਾਲ ਗੁਣਾ ਕਰ ਦਾਂਗੇ। 6.5 ਗੁਣਾ 7 ਬਰਾਬਰ ਟੋਟਲ, ਯਾਨੀ ਕਿ ਕੁੱਲ ਜੋੜ 7 5 35, 7 6 42, 42 ਦੇ 3 45, 45.5 ਆ ਗਿਆ ਇਹਨਾਂ ਦਾ ਟੋਟਲ, ਯਾਨੀ ਕੁੱਲ ਜੋੜ। ਹੁਣ ਜਿਹੜਾ ਬਾਕੀ ਸੰਖਿਆਵਾਂ ਨੇ ਉਹਨਾਂ ਦਾ ਮੱਧਮਾਨ ਜਿਹੜਾ ਕਿੰਨਾ ਹੋਏਗਾ, ਬਾਕੀ ਸੰਖਿਆਵਾਂ ਦਾ ਮੱਧਮਾਨ ਕਿੰਨਾ ਹੋਏਗਾ। ਦੇਖੋ 12 ਦਾ ਸੀਗਾ 90, ਵਿੱਚੋਂ ਘਟਾਓ ਜਿਹੜੀਆਂ ਕਿੰਨੀਆਂ ਬਚੀਆਂ 7, ਉਹਨਾਂ ਦਾ ਆਇਆ 45.5 ਅਤੇ ਸੰਖਿਆਵਾਂ ਕਿੰਨੀਆਂ ਰਹਿ ਗਈਆਂ ਬਾਕੀ 5। ਹੁਣ ਇਹਨਾਂ ਨੂੰ ਅਸੀਂ ਸੋਲਵ ਕਰ ਲੈਣਾ। ਇਹ ਕਿੰਨਾ ਆ ਗਿਆ 44.5 ਮਾਈਨਸ ਕਰਕੇ ਅਤੇ ਬਟਾ ਕਿੰਨਾ 5। ਹੁਣ ਇਹਨਾਂ ਦੀ ਕਟਿੰਗ ਕਰਾਂਗੇ ਅਤੇ 5 8 40 ਦਸ਼ਮਲਵ ਆ ਗਿਆ ਅਤੇ 5 9 45, 8.9 ਇਹਦਾ ਆਨਸਰ ਆ ਗਿਆ ਜੀ ਸਾਡੇ ਇਹ ਵਾਲੇ ਕੁਐਸਚਨ ਦਾ। ਦੇਖਦੇ ਹਾਂ ਇੱਥੇ ਅਸੀਂ ਬੁੱਕਲੈਟ ਦੇ ਉੱਪਰ, ਆ ਦੇਖੋ ਆਪਸ਼ਨ ਨੰਬਰ 3 ਇਹਦਾ ਆਨਸਰ ਜੇ 8.9। ਇਹ ਸੀਗਾ ਬੱਚਿਓ ਕੁਐਸਚਨ ਨੰਬਰ 29ਵਾਂ। ਅੱਗੇ ਦੇਖੋ ਕੁਐਸਚਨ ਨੰਬਰ 30।
ਇੱਕ ਥੈਲੇ ਵਿੱਚ 6 ਬੰਟੇ ਹਨ। ਇਹਨਾਂ ਵਿੱਚ ਹਰੇਕ ਉੱਤੇ 1 ਤੋਂ 6 ਨੰਬਰ ਅੰਕਿਤ ਹਨ। ਅਚਾਨਕ ਇੱਕ ਬੰਟਾ ਕੱਢਣ 'ਤੇ ਨੰਬਰ 2 ਦਾ ਬੰਟਾ ਆਉਣ ਦੀ ਸੰਭਾਵਨਾ ਕੀ ਹੈ? ਬੱਚਿਓ ਇਹ ਤਾਂ ਬੜਾ ਸੌਖਾ ਜਿਹਾ ਕੁਐਸਚਨ ਹੈ, ਮੈਂ ਫਿਰ ਵੀ ਤੁਹਾਨੂੰ ਚਲੋ ਲਿਖ ਕੇ ਦੱਸ ਦਿੰਦਾ। ਆਹ ਦੇਖੋ ਬੱਚਿਓ, ਕੁੱਲ ਬੰਟੇ 6 ਦਿੱਤੇ ਨੇ। ਮੈਂ ਇੱਥੇ ਵੈਸੇ ਜ਼ਰਾ ਕੁ ਇਸ ਤਰ੍ਹਾਂ ਬਣਾ ਦਿੰਦਾ ਇਹਨਾਂ ਨੂੰ, 3 4 5 ਅਤੇ 6। ਕਹਿੰਦੇ ਹਰ ਇੱਕ 'ਤੇ ਨੰਬਰ ਲਿਖਿਆ 1 ਤੋਂ 6 ਤੱਕ, 1 2 3 4 5 ਅਤੇ 6। ਹੁਣ ਇਹ ਕਹਿੰਦੇ ਥੈਲੇ 'ਚ ਪਾਏ ਨੇ। ਜਦੋਂ ਕਹਿੰਦੇ ਥੈਲੇ 'ਚੋਂ ਬਾਹਰ ਕੱਢਣਾ ਵਾ ਤਾਂ ਕੀ ਸੰਭਾਵਨਾ ਵਾ ਵੀ ਉਹਦੇ 'ਚੋਂ ਆਉਣ ਵਾਲੇ ਬੰਟੇ ਉੱਪਰ 2 ਲਿਖਿਆ ਹੋਵੇ। ਹੁਣ ਦੇਖੋ ਬੱਚਿਓ, ਥੈਲੇ 'ਚ 2 ਨੰਬਰ ਵਾਲਾ ਬੰਟਾ ਤਾਂ ਇੱਕੋ ਹੀ ਆ, ਅਤੇ ਜਦੋਂ ਇਹਦੀ ਅਸੀਂ ਸੰਭਾਵਨਾ ਕੱਢਣੀ ਆ, ਪ੍ਰੋਬੇਬਿਲਿਟੀ ਆਫ ਈਵੈਂਟ, ਹੁਣ ਅਨੁਕੂਲ ਪਰਿਣਾਮ ਕਿੰਨੇ ਆਉਣੇ? ਸਿਰਫ 1, ਅਤੇ ਉਹ ਇੱਥੇ ਕੀ ਲਿਖਾਂਗੇ 1, ਅਤੇ ਕੁੱਲ ਪਰਿਣਾਮ ਕਿੰਨੇ ਨੇ? ਥੈਲੇ 'ਚ ਬੰਟੇ ਕਿੰਨੇ ਨੇ? 6, ਅਤੇ 1/6 ਹੀ ਇਹਦਾ ਆਨਸਰ ਜੇ। ਅਤੇ ਆਹ ਦੇਖੋ ਆਪਣੀ ਬੁੱਕਲੈਟ ਦੇ ਉੱਪਰ 30ਵਾਂ ਕੁਐਸਚਨ ਦੇਖੋ। 30ਵੇਂ ਕੁਐਸਚਨ ਦਾ ਜਿਹੜੀ ਆਪਸ਼ਨ ਨੰਬਰ 1 ਵਾ, ਆਹ ਦੇਖੋ 1/6, ਇਹ ਸੀਗਾ 30ਵੇਂ ਕੁਐਸਚਨ ਦਾ ਆਨਸਰ। ਅੱਗੇ ਦੇਖੋ 31ਵਾਂ ਕੁਐਸਚਨ। ਇੱਕ ਬੈਗ 'ਚ 4 ਲਾਲ ਗੇਂਦਾਂ 2 ਪੀਲੀਆਂ ਗੇਂਦਾਂ ਹਨ। ਬੈਗ ਵਿੱਚੋਂ ਬਿਨਾਂ ਦੇਖੇ ਇੱਕ ਗੇਂਦ ਬਾਹਰ ਕੱਢੀ ਜਾਂਦੀ ਹੈ, ਤਾਂ ਲਾਲ ਗੇਂਦ ਪ੍ਰਾਪਤ ਕਰਨ ਦੀ ਸੰਭਾਵਨਾ ਕੀ ਹੈ? ਤੁਸੀਂ ਆਪਣੀ ਬੁੱਕਲੈਟ ਦੇ ਉੱਪਰੋਂ ਦੇਖ ਲਿਓ, ਜਿਹੜੀ ਸਟੇਟਮੈਂਟ ਆ ਇੱਥੇ ਤੁਹਾਨੂੰ ਪੂਰੀ ਦਿਖਾਈ ਜੇ ਨਹੀਂ ਦਿੱਤੀ ਤੇ ਆਹ ਦੇਖੋ ਕਿ ਲਾਲ ਗੇਂਦ ਕੱਢਣ ਦੀ ਸੰਭਾਵਨਾ ਦੱਸਣੀ ਕਿੰਨੀ ਆ, ਅਤੇ ਕੁੱਲ ਗੇਂਦਾਂ ਵਿੱਚ ਕਿੰਨੀਆਂ ਨੇ? 4 ਲਾਲ ਨੇ ਅਤੇ 2 ਪੀਲੀਆਂ ਨੇ। ਇਹ ਵੀ ਚਲੋ ਤੁਹਾਨੂੰ ਮੈਂ ਲਿਖ ਕੇ ਦੱਸਦਾ। ਆਹ ਦੇਖੋ ਬੱਚਿਓ, 31ਵੇਂ ਕੁਐਸਚਨ 'ਚ ਲਾਲ ਗੇਂਦਾਂ ਕਿੰਨੀਆਂ? 4 ਅਤੇ ਪੀਲੀਆਂ ਗੇਂਦਾਂ 2, ਅਤੇ ਕੁੱਲ ਗੇਂਦਾਂ ਕਿੰਨੀਆਂ ਹੋ ਗਈਆਂ? ਕੁੱਲ ਗੇਂਦਾਂ ਬਰਾਬਰ 6। ਹੁਣ ਕੀ ਸੰਭਾਵਨਾ ਵਾ ਵੀ ਜਿਹੜੀ ਗੇਂਦ ਵਿੱਚੋਂ ਕੱਢਣੀ ਆ ਉਹ ਲਾਲ ਹੋਵੇ, ਅਤੇ ਲਾਲ ਗੇਂਦਾਂ ਕਿੰਨੀਆਂ ਨੇ? ਪ੍ਰੋਬੇਬਿਲਿਟੀ ਆਫ ਲਾਲ ਗੇਂਦ ਯਾਨੀ ਕਿ ਰੈੱਡ ਬਾਲ ਦੀ ਸੰਭਾਵਨਾ ਕੀ ਹੋਏਗੀ? ਅਨੁਕੂਲ ਪਰਿਣਾਮਾਂ ਦੀ ਸੰਖਿਆ ਬਟਾ ਕੁੱਲ ਪਰਿਣਾਮਾਂ ਦੀ ਸੰਖਿਆ ਦਾ ਫਾਰਮੂਲਾ ਹੁੰਦਾ ਜੇ। ਲਾਲ ਗੇਂਦਾਂ ਕਿੰਨੀਆਂ? 4, ਇਹ ਅਨੁਕੂਲ ਪਰਿਣਾਮ ਨੇ। ਕੁੱਲ ਗੇਂਦਾਂ 6, 4/6, ਕਟਿੰਗ ਕਰ ਦਿਓ, 2 ਦੂਣੀ 4 ਅਤੇ 2 ਤੀਏ 6, ਕਿੰਨਾ ਆਨਸਰ ਆ ਗਿਆ? 2/3। ਇਹ ਸਾਡਾ 31ਵੇਂ ਕੁਐਸਚਨ ਦਾ ਆਨਸਰ ਜੇ 2/3। ਅਤੇ ਆਹ ਦੇਖੋ ਇੱਥੋਂ ਬੁੱਕਲੈਟ ਦੇ ਉੱਪਰ ਤੁਹਾਡਾ ਕੁਐਸਚਨ ਨੰਬਰ 31, ਆਨਸਰ 2/3 ਦੂਸਰੀ ਆਪਸ਼ਨ। ਇਹ ਤੁਹਾਡਾ ਆਨਸਰ ਜੇ ਦੂਸਰੀ ਆਪਸ਼ਨ ਇਹਦਾ, ਉਹ ਦੇਖ ਲਓ। ਉਸ ਤੋਂ ਬਾਅਦ ਕੁਐਸਚਨ ਨੰਬਰ 32, ਇੱਕ ਗੈਰ ਸਿਫਰ ਪਰਿਮੇਯ ਸੰਖਿਆ ਅਤੇ ਇੱਕ ਆਪਰਿਮੇਯ ਸੰਖਿਆ ਦਾ ਗੁਣਨਫਲ। ਦੇਖੋ ਬੱਚਿਓ, ਜੇ ਕੋਈ ਸੰਖਿਆ ਸਿਫਰ ਨਹੀਂ ਹੈਗੀ, ਉਹਨਾਂ ਨੇ ਗੈਰ ਸਿਫਰ ਲਿਖਿਆ ਵਾ, ਅਤੇ ਇੱਕ ਸੰਖਿਆ ਆਪਰਿਮੇਯ ਆ, ਇਹਨਾਂ ਦਾ ਜਦੋਂ ਗੁਣਨਫਲ ਅਸੀਂ ਕਰਾਂਗੇ ਤਾਂ ਉਹ ਸੰਖਿਆ ਹਮੇਸ਼ਾ ਆਪਰਿਮੇਯ ਹੀ ਆਉਣੀ ਜੇ। ਇਹ ਯਾਦ ਰੱਖਿਓ। ਇਹਦਾ ਆਨਸਰ ਜਿਹੜਾ ਜੇ ਆਪਸ਼ਨ ਨੰਬਰ 2 ਜੇ ਤੁਹਾਡੀ। ਆਹ ਦੇਖੋ ਬੁੱਕਲੈਟ ਦੇ ਵਿੱਚ ਦੂਸਰੀ ਆਪਸ਼ਨ, ਹਮੇਸ਼ਾ ਆਪਰਿਮੇਯ। ਪਰਿਮੇਯ ਸੰਖਿਆ ਨੂੰ ਆਪਰਿਮੇਯ ਸੰਖਿਆ ਨਾਲ ਗੁਣਾ ਕਰਾਂਗੇ ਅਤੇ ਹਮੇਸ਼ਾ ਆਪਰਿਮੇਯ ਹੀ ਆਏਗਾ। ਇਹ ਸੀਗਾ ਆਨਸਰ 32ਵੇਂ ਕੁਐਸਚਨ ਦਾ। ਅੱਗੇ ਦੇਖੋ ਕੁਐਸਚਨ ਨੰਬਰ 33। ਕੁਐਸਚਨ ਨੰਬਰ 33 ਦੇਖੋ ਕੀ ਆ? ਭੁਜਾ 12 ਸੈਂਟੀਮੀਟਰ ਵਾਲੇ ਘਣ ਨੂੰ, ਇੱਕ ਘਣ ਵਾ, ਉਹਦੀ ਭੁਜਾ ਕਿੰਨੀ ਆ? 12 ਸੈਂਟੀਮੀਟਰ। ਉਹਨੂੰ ਕੀ ਕਰਨਾ? 2 ਸੈਂਟੀਮੀਟਰ ਭੁਜਾ ਵਾਲੇ ਛੋਟੇ ਘਣਾਂ ਵਿੱਚ ਕੱਟਿਆ ਹੋਇਆ ਹੈ। ਉਹਦੇ ਛੋਟੇ ਛੋਟੇ ਘਣ ਕੱਟ ਦਿੱਤੇ ਨੇ 2 ਸੈਂਟੀਮੀਟਰ ਦੇ। ਘਣ ਕਿਹਦੇ ਵਰਗਾ ਹੁੰਦਾ ਜੇ? ਤੁਸੀਂ ਲੂਡੋ ਦੀ ਗੀਟੀ ਦੇਖੀ ਸਾਰਿਆਂ ਨੇ, ਜਿਹਦੇ 'ਤੇ 1 ਤੋਂ 6 ਤੱਕ ਨੰਬਰ ਲਿਖਿਆ ਹੁੰਦਾ, ਉਹਨੂੰ ਅਸੀਂ ਘਣ ਕਹਿੰਦੇ ਜੇ। ਉਹਦੇ ਵਰਗੇ ਕੱਟ ਕੇ ਕਹਿੰਦੇ 2 ਸੈਂਟੀਮੀਟਰ ਭੁਜਾ ਵਾਲੇ ਅਸੀਂ ਛੋਟੇ ਕਰ ਦੇਣੇ ਆ। ਇਸ ਤਰ੍ਹਾਂ ਬਣੇ ਛੋਟੇ ਘਣਾਂ ਦੀ ਗਿਣਤੀ ਕਿੰਨੀ ਹੋਵੇਗੀ? ਹੁਣ ਆਹ ਸਟੇਟਮੈਂਟ ਤੁਸੀਂ ਦੇਖ ਲਓ। 33ਵਾਂ ਕੁਐਸਚਨ ਮੈਂ ਤੁਹਾਨੂੰ ਸੋਲਵ ਕਰਕੇ ਦੱਸਦਾ ਵਾਂ। ਆਹ ਦੇਖੋ ਬੱਚਿਓ, ਜਿਹੜਾ ਪਹਿਲਾ ਘਣ ਸੀਗਾ ਉਹਦੀ ਭੁਜਾ ਕਿੰਨੀ ਆ? 12 ਸੈਂਟੀਮੀਟਰ। ਨਵੇਂ ਘਣ ਦੀ ਭੁਜਾ ਦਿੱਤੀ 2 ਸੈਂਟੀਮੀਟਰ। ਕਹਿੰਦੇ ਹੁਣ ਕੱਟ ਕੇ ਅਤੇ ਉਹਦੇ ਕਿੰਨੇ ਘਣ ਬਣਨਗੇ? ਹੁਣ ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਪਹਿਲੇ ਆਹ ਵਾਲਾ ਜਿਹੜਾ ਘਣ ਵਾ ਇਹਦਾ ਆਇਤਨ ਕੱਢ ਲਾਂਗੇ ਕਿੰਨਾ ਵਾ। ਨਵੇਂ ਘਣ ਦਾ ਜਿਹੜਾ ਉਹਦਾ ਆਇਤਨ ਕੱਢ ਕੇ ਦੋਵਾਂ ਨੂੰ ਭਾਗ ਕਰ ਦਾਂਗੇ, ਅਤੇ ਮੈਂ ਸਿੱਧਾ ਹੀ ਇਹਦਾ ਫਾਰਮੂਲਾ ਲਿਖ ਦਿੰਦਾ ਵਾਂ ਕਿ ਜਿਹੜੇ ਨਵੇਂ ਘਣਾਂ ਦੀ ਗਿਣਤੀ ਕਿੰਨੀ ਆਏਗੀ? ਘਣਾਂ ਦੀ ਗਿਣਤੀ ਬਰਾਬਰ ਪਹਿਲੇ ਘਣ ਦਾ ਆਇਤਨ ਬਟਾ ਕਿਹਦਾ? ਨਵੇਂ ਘਣ ਦਾ ਆਇਤਨ। ਅਤੇ ਘਣ ਦਾ ਆਇਤਨ ਕਿਹਦੇ ਬਰਾਬਰ ਹੁੰਦਾ? ਤੁਹਾਨੂੰ ਪਤਾ ਹੀ ਆ। ਜਿਹੜਾ ਪਹਿਲਾ ਘਣ ਵਾ ਉਹਨੂੰ A1 ਪਾ ਲਓ, ਉਹਦੀ ਪਾਵਰ 3, ਅਤੇ A ਦੀ ਪਾਵਰ 3 ਹੁੰਦਾ ਵਾ। ਇੱਥੇ ਦੂਸਰਾ ਘਣ ਵਾ, ਉਹਨੂੰ ਮੈਂ ਨਾਲ 2 ਪਾ ਲਿਆ ਅਤੇ ਉਹਦੀ ਪਾਵਰ 3।
ਹੁਣ ਦੇਖੋ ਪਹਿਲੀ ਦੇ ਘਣ ਦੀ ਕਿੰਨੀ ਭੁਜਾ ਵਾ 12 ਉਹਦਾ ਕਿਊਬ ਅਤੇ ਇੱਥੇ 2 ਦਾ ਕਿਊਬ। ਹੁਣ 12 ਨੂੰ 3 ਵਾਰੀ ਗੁਣਾ ਕਰਨੀ ਆ, ਜਾਂ ਤਾਂ ਇਸ ਤਰ੍ਹਾਂ ਗੁਣਾ ਕਰ ਲਓ ਅਤੇ ਜਾਂ ਇਸ ਤਰ੍ਹਾਂ ਲਿਖ ਲਓ। ਥੱਲੇ 2 ਨੂੰ 3 ਵਾਰੀ ਲਿਖ ਲੈਣਾ। ਇਹਦੀ ਕਟਿੰਗ ਕਰ ਲਓ। 2 ਛੀਕੇ 12, ਇਹ ਵੀ ਇਸ ਤਰ੍ਹਾਂ ਹੀ ਕੱਟ ਦਿਓ। 2 ਛੀਕੇ 12 ਅਤੇ 2 ਛੀਕੇ 12। ਹੁਣ 3 ਵਾਰੀ 6 ਰਹਿ ਗਿਆ, ਕਿੰਨਾ ਆ ਗਿਆ 6 ਛੀਕੇ 36, 36 ਛੀਕੇ ਕਿੰਨਾ ਹੁੰਦਾ 216। ਯਾਨੀ ਕਿ ਜਿਹੜੇ ਘਣਾਂ ਦੀ ਗਿਣਤੀ ਉਹ ਕਿੰਨੀ ਆ ਗਈ ਸਾਡੇ ਕੋਲ 216। ਆਹ ਸਾਡਾ 33ਵੇਂ ਕੁਐਸਚਨ ਦਾ ਆਨਸਰ ਜੇ। ਅਸੀਂ ਇੱਥੇ ਦੇਖਦੇ ਹਾਂ, ਆਹ ਦੇਖੋ ਆਪਸ਼ਨ ਨੰਬਰ 2, ਦੂਸਰੇ ਆਪਸ਼ਨ ਦੇ ਉੱਪਰ ਤੁਸੀਂ ਟਿਕ ਲਗਾ ਲਿਓ। 216 ਆਨਸਰ ਜੇ, ਯਾਨੀ ਕਿ ਇਹਦੇ ਅਸੀਂ 216 ਘਣ ਬਣਾ ਸਕਦੇ ਹਾਂ। ਅੱਗੇ ਦੇਖੋ ਕੁਐਸਚਨ ਨੰਬਰ 34 ਕੀ ਆ। 80 ਸੰਖਿਆਵਾਂ ਦਾ ਮੱਧਮਾਨ 45 ਲੱਭਿਆ ਗਿਆ ਸੀ। 80 ਸੰਖਿਆਵਾਂ ਨੇ ਕਹਿੰਦੇ ਉਹਦਾ ਮੱਧਮਾਨ ਕੱਢਿਆ ਤਾਂ ਉਹ 45 ਸੀ, ਪਰ ਬਾਅਦ ਵਿੱਚ ਇਹ ਦੇਖਿਆ ਗਿਆ ਕਿ ਇੱਕ ਸੰਖਿਆ 230 ਨੂੰ ਗਲਤੀ ਨਾਲ 70 ਲੈ ਲਿਆ ਗਿਆ। ਸੰਖਿਆ ਕਿੰਨੀ ਸੀ 230 ਹੀ, ਅਤੇ ਉਹਨੂੰ ਕਿੰਨਾ ਲੈ ਲਿਆ 70। ਸਹੀ ਮੱਧਮਾਨ ਪਤਾ ਕਰੋ। ਚਲੋ ਦੱਸਦਾ ਤੁਹਾਨੂੰ ਮੈਂ ਸੋਲਵ ਕਰਕੇ ਕਿਸ ਤਰ੍ਹਾਂ ਵਾ। ਧਿਆਨ ਰੱਖਿਓ, ਸਟੇਟਮੈਂਟ ਨਾਲ ਨਾਲ ਦੇਖਿਓ। 80 ਸੰਖਿਆਵਾਂ ਸੀ ਪਹਿਲਾਂ, ਉਹਦਾ ਮੱਧਮਾਨ 45 ਸੀ। ਇੱਕ ਸੰਖਿਆ ਸੀ ਵਿੱਚ 230 ਅਤੇ ਉਹਨੂੰ ਕਿਸ ਤਰ੍ਹਾਂ ਪੜ੍ਹ ਲਿਆ 70, ਅਤੇ ਕੀ ਆਨਸਰ ਆਏਗਾ ਦੇਖਦੇ ਹਾਂ। ਆਹ ਦੇਖੋ 34ਵੇਂ ਕੁਐਸਚਨ 'ਚ ਕੁੱਲ ਸੰਖਿਆਵਾਂ 80 ਨੇ, ਮੱਧਮਾਨ ਇਹਨਾਂ ਦਾ ਕਿੰਨਾ ਸੀਗਾ 45, ਜੋ ਇਹਨਾਂ ਨੇ ਪੜ੍ਹਿਆ ਉਸ ਵੇਲੇ। ਹੁਣ ਕਹਿੰਦੇ ਵੀ ਇਹਦੇ 'ਚ ਗਲਤੀ ਨਾਲ 230 ਦੀ ਥਾਂ 'ਤੇ ਅਸੀਂ 70 ਪਾ ਲਿਆ। ਹੁਣ ਕੀ ਕਰਾਂਗੇ। ਸਭ ਤੋਂ ਪਹਿਲਾਂ ਤਾਂ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਪਿਛਲੇ ਸਵਾਲ 'ਚ ਮੈਂ ਤੁਹਾਨੂੰ ਦੱਸਿਆ ਸੀਗਾ ਅੱਗੇ ਇੱਕ ਕੁਐਸਚਨ 'ਚ, ਵੀ ਇਹਨਾਂ ਦਾ ਕੁੱਲ ਜੋੜ ਕੱਢਾਂਗੇ। ਅਤੇ ਕੁੱਲ ਜੋੜ ਕੱਢਣ ਲਈ ਕੀ ਕਰੀਦਾ ਵਾ, ਇਹਨਾਂ ਦੋਨਾਂ ਦੀ ਮਲਟੀਪਲਾਈ ਹੋ ਜਾਣੀ ਆ। ਮੈਂ ਸਿੱਧਾ ਲਿਖ ਦੇਣਾ ਇੱਥੇ, ਕੁੱਲ ਜੋੜ ਬਰਾਬਰ ਹੈ ਕੁੱਲ ਸੰਖਿਆਵਾਂ ਗੁਣਾ ਮੱਧਮਾਨ, ਯਾਨੀ ਕਿ 80 ਗੁਣਾ 45, ਅਤੇ ਇਹਨਾਂ ਦਾ ਕੁੱਲ ਜੋੜ ਕਿੰਨਾ ਆ ਗਿਆ 3600। ਹੁਣ ਇਹਦੇ ਵਿੱਚ 3600 ਦੇ ਵਿੱਚ ਕੀ ਹੋਇਆ ਵਾ ਵੀ ਉਹ ਸੰਖਿਆ ਜਿਹੜੀ ਇੱਕ 230 ਸੀ ਉਹਦੀ ਥਾਂ 'ਤੇ 70 ਪਾ ਲਿਆ। ਹੁਣ ਅਸੀਂ ਕੀ ਕਰਾਂਗੇ, 3600 ਦੇ ਵਿੱਚੋਂ ਜਿਹੜੀ 70 ਗਲਤੀ ਨਾਲ ਪਾ ਲਈ ਸੀ ਉਹ ਵਿੱਚੋਂ ਘਟਾ ਦਾਂਗੇ। ਪਾਉਣੀ ਕਿੰਨੀ ਸੀ 230, ਅਤੇ 230 ਵਿੱਚ ਜੋੜ ਦਾਂਗੇ। ਇਹ ਗੱਲ ਨੂੰ ਧਿਆਨ ਨਾਲ ਸਮਝਿਓ। ਕਹਿੰਦੇ ਕਿ ਜਦੋਂ ਅਸੀਂ ਮੱਧਮਾਨ ਕੱਢਣ ਲੱਗੇ ਸੰਖਿਆਵਾਂ ਲਈਆਂ, ਇੱਕ ਸੰਖਿਆ 230 ਹੀ, ਉਹਨੂੰ ਅਸੀਂ 70 ਪੜ੍ਹ ਕੇ ਅਤੇ ਸਵਾਲ ਕੱਢ ਲਿਆ। ਪਰ ਹੁਣ ਕਹਿੰਦੇ ਵੀ ਉਹ 230 ਹੀ ਪਾਉਣੀ ਆ। 70 ਅਸੀਂ ਪਹਿਲਾਂ ਪਾ ਲਈ ਸੀ, ਮੈਂ ਵਿੱਚੋਂ 70 ਉਹੀ ਘਟਾਤੀ ਜਿਹੜੀ ਵਿੱਚ ਪਹਿਲਾਂ ਗਲਤੀ ਨਾਲ ਲੈ ਲਈ ਸੀ, ਉਹ ਵਿੱਚੋਂ ਘਟਾਤੀ, ਅਤੇ 230 ਜਿਹੜੀ ਸੰਖਿਆ ਸੀ ਉਹਨੂੰ ਵਿੱਚ ਪਾ ਲਿਆ। ਹੁਣ ਦੇਖੋ ਇਹਨੂੰ ਹੱਲ ਕਰਾਂਗੇ ਤਾਂ ਸਾਡੇ ਕੋਲ ਕੀ ਆਉਂਦਾ। ਇਹਨਾਂ ਨੂੰ ਜੋੜਿਆ ਅਤੇ ਕਿੰਨਾ ਆਇਆ 3830 ਮਾਈਨਸ 70। ਇਹਦੇ 'ਚੋਂ ਇਹਨਾਂ ਨੂੰ ਜਦੋਂ ਮਾਈਨਸ ਕੀਤਾ ਅਤੇ ਸਾਡੇ ਕੋਲ ਕਿੰਨਾ ਆ ਗਿਆ 3760। 0 13 ਚੋਂ 7 ਗਏ 6, ਇੱਧਰ 8 ਦੀ ਥਾਂ 'ਤੇ 7 ਰਹਿ ਗਿਆ, 7 ਆ ਗਿਆ 3, 3760। ਹੁਣ ਜਿਹੜਾ ਸਹੀ ਮੱਧਮਾਨ ਵਾ ਉਹ ਅਸੀਂ ਸਹੀ ਮੱਧਮਾਨ ਜਿਹੜਾ ਅਸੀਂ ਕੱਢਣਾ ਸੀਗਾ ਉਹ ਕਿੰਨਾ ਕਿਹਦਾ ਕੱਢਣਾ ਸੀ 3760। ਸੰਖਿਆਵਾਂ 80 ਦੀਆਂ 80 ਨੇ, ਉਹਦੇ ਨਾਲ ਹੀ ਅਸੀਂ ਇਹਨੂੰ ਸੋਲਵ ਕਰਨਾ। 0 ਨਾਲ 0 ਕੱਟਿਆ ਗਿਆ, 8 ਚੌਕਾ 32, 5 ਅਤੇ 6 56, 8 7 56। ਕਿੰਨਾ ਆਨਸਰ ਆ ਗਿਆ ਸਹੀ ਮੱਧਮਾਨ 47। ਆਹ ਬੱਚੇ ਇਹਦਾ ਆਨਸਰ ਜੇ। ਕੁਐਸਚਨ ਨੰਬਰ ਤੁਹਾਡਾ 34ਵੇਂ ਦਾ। ਇੱਥੇ ਦੇਖਦੇ ਹਾਂ ਕਿਹੜੀ ਆਪਸ਼ਨ ਵਾ 34ਵੇਂ ਕੁਐਸਚਨ ਦੀ। ਪਹਿਲੀ ਆਪਸ਼ਨ 47, ਇਹ ਇਹਦਾ ਆਨਸਰ ਜੇ 47। ਹੁਣ ਬੱਚਿਓ ਧਿਆਨ ਨਾਲ ਦੇਖਿਓ ਇਸ ਕੁਐਸਚਨ ਨੂੰ। ਇਸ ਤਰ੍ਹਾਂ ਦਾ ਕੁਐਸਚਨ ਟੈਸਟ ਵਿੱਚ ਆ ਸਕਦਾ ਵਾ, ਅਤੇ ਤੁਸੀਂ ਕਿਸ ਤਰ੍ਹਾਂ ਸੋਲਵ ਕਰਨਾ ਵਾ ਉਹ ਤੁਸੀਂ ਧਿਆਨ ਰੱਖਿਓ। ਅੱਗੇ ਦੇਖੋ ਲਾਸਟ ਕੁਐਸਚਨ ਨੰਬਰ 35। ਜੇਕਰ ਕਿਸੇ ਅੰਕ ਗਣਿਤਕ ਲੜੀ ਵਿੱਚ nਵਾਂ ਪਦ 4n/3 ਹੋਵੇ ਤਾਂ ਸਾਂਝਾ ਅੰਤਰ ਪਤਾ ਕਰੋ। ਇਫ nth ਟਰਮ ਆਫ AP ਇਜ਼ 4n+3 ਫਾਈਂਡ ਇਟਸ ਕਾਮਨ ਡਿਫਰੈਂਸ। ਚਲੋ ਮੈਂ ਲਿਖ ਕੇ ਤੁਹਾਨੂੰ ਸੋਲਵ ਕਰਕੇ ਦੱਸਦਾ। ਆਹ ਦੇਖੋ ਬੱਚਿਓ nth ਟਰਮ ਆਫ AP ਕੀ ਦਿੱਤੀ ਹੋਈ ਆ, ਉਹ ਸਾਨੂੰ ਦਿੱਤੀ ਹੋਈ ਆ 4n/3। ਹੁਣ ਮੈਂ ਇੱਥੋਂ ਫਸਟ ਟਰਮ ਕੱਢਣੀ ਹੋਵੇ, ਫਸਟ ਟਰਮ ਯਾਨੀ ਪਹਿਲਾ ਪਦ ਕੱਢਣਾ ਹੋਵੇ, ਅਤੇ ਉਹਨੂੰ ਅਸੀਂ ਕੀ ਲਿਖਦੇ ਹਾਂ A1, ਯਾਨੀ ਕਿ
nth ਟਰਮ ਨੂੰ ਅਸੀਂ ਕੀ ਲਿਖਦੇ ਹਾਂ an। ਮੈਂ ਇੱਥੇ ਤੁਹਾਨੂੰ ਲਿਖ ਕੇ ਦੱਸ ਹੀ ਦਿੰਦਾ an ਬਰਾਬਰ ਹੈ 4n ਜਮਾ 3। ਹੁਣ ਪਹਿਲੀ ਟਰਮ ਹੁੰਦੀ a1, ਮੈਂ n ਦੀ ਜਗ੍ਹਾ 'ਤੇ 1 ਲਿਖ ਲਿਆ ਅਤੇ ਇੱਧਰ ਵੀ n ਦੀ ਜਗ੍ਹਾ 'ਤੇ 1 ਹੀ ਲਿਖੂੰਗਾ ਅਤੇ ਕਿੰਨਾ ਆ ਗਿਆ 4 ਏਕਮ 4 ਜਮਾ 3 ਬਰਾਬਰ ਹੈ 7। ਫਸਟ ਟਰਮ ਆ ਗਈ। ਫਿਰ ਮੈਂ a2 ਕੱਢ ਲੈਣਾ, n ਦੀ ਜਗ੍ਹਾ 'ਤੇ 2 ਲਿਖਿਆ ਅਤੇ 4 n ਦੀ ਜਗ੍ਹਾ 'ਤੇ 2 ਜਮਾ 3, 4 ਦੂਣੀ 8, 8 ਜਮਾ 3 ਬਰਾਬਰ ਹੈ 11। ਅਤੇ ਕਹਿੰਦੇ ਕਿ ਇਹਦੇ 'ਚ ਸਵਾਲ 'ਚ ਕੀ ਕਿਹਾ ਸੀ ਵੀ ਇਹਦਾ ਸਾਂਝਾ ਅੰਤਰ ਪਤਾ ਕਰੋ। ਅਤੇ ਸਾਨੂੰ ਪਤਾ ਵੀ d ਦਾ ਫਾਰਮੂਲਾ ਕੀ ਹੁੰਦਾ a2 ਮਾਈਨਸ a1, a2 ਮਾਈਨਸ a1। a2 ਦੀ ਵੈਲਿਊ ਕਿੰਨੀ ਆਈ 11 ਅਤੇ a1 ਦੀ ਵੈਲਿਊ ਕਿੰਨੀ ਆਈ 7, ਅਤੇ 11 ਮਾਈਨਸ 7 ਬਰਾਬਰ ਹੈ 4। ਇਹੀ ਬੱਚੋ ਇਹਦਾ ਆਨਸਰ ਜੇ। ਦੇਖਦੇ ਹਾਂ ਇਹਦਾ ਕਿੰਨਵੀਂ ਆਪਸ਼ਨ ਇਹਦਾ ਆਨਸਰ ਆ ਦੇਖੋ ਬੱਚਿਓ, ਤੀਸਰੀ ਆਪਸ਼ਨ 4। ਤੁਸੀਂ ਇਹਦੇ ਉੱਪਰ ਸਹੀ ਤਰ੍ਹਾਂ ਨਿਸ਼ਾਨੀ ਲਗਾ ਲਿਓ ਤੀਸਰੇ ਕੁਐਸਚਨ ਦੇ ਉੱਪਰ। ਆ ਦੇਖੋ ਬੱਚਿਓ, ਇਹ ਸੀਗਾ ਸਾਡਾ ਜਿਹੜਾ ਸੈਂਪਲ ਪੇਪਰ ਨੰਬਰ 5, ਉਹਦਾ ਸੋਲੂਸ਼ਨ। ਮੈਂ ਤੁਹਾਨੂੰ ਸਾਰੇ ਸਵਾਲ ਬੜੇ ਹੀ ਸੌਖੇ ਤਰੀਕੇ ਨਾਲ ਸੋਲਵ ਕਰਕੇ ਦੱਸੇ ਨੇ। ਹੁਣ ਦੇਖੋ ਬੱਚਿਓ, ਇਹ ਵੀਡੀਓ ਜੇ ਤੁਹਾਨੂੰ ਚੰਗੀ ਲੱਗੇਗੀ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਹ ਚੈਨਲ ਬਿਲਕੁਲ ਫ੍ਰੀ ਜੇ ਔਰ ਇਹ ਸਿਰਫ ਅਤੇ ਸਿਰਫ ਤੁਹਾਡੇ ਵਾਸਤੇ ਹੀ ਇਹਦੇ 'ਤੇ ਕੰਮ